ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਖਰਤ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 8 ਮਈ 2024 25 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵਾਪਰਨ ਕੈਨੇਡਾ, roku, ਜਾਦੂ ਬਾਕਸ, ਛਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੋ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਹਰਦੀਪ ਸਿੰਘ ਜੀ ਵੱਲੋਂ। ਸੋ ਇਹ TV84 ਦੇ ਪੱਕੇ ਖੈਰਖਵਾਹ ਨੇ ਔਰ TV84 ਦੀ ਸਪੋਰਟ ਕਰਦੇ ਨੇ ਔਰ ਆਪਣਾ ਕੌਮੀ ਘਰ ਖਾਲਿਸਤਾਨ ਦੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਮਸ਼ਹੂਰ ਅਖਾਣਾ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਸੋ ਭਾਰਤੀ ਹੁਕੂਮਤ ਦਾ ਵਰਤਾਰਾ ਇਸ ਅਖਾਣ ਤੇ ਬਿਲਕੁਲ ਜਿਹੜਾ ਠੀਕ ਟੁਕਦਾ ਹੈ। ਸੋ ਭਾਰਤ ਦੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਮੌਂਟਰੀਅਲ ਵਿੱਚ ਵਿਦੇਸ਼ੀ ਮਾਮਲਿਆਂ ਸੰਬੰਧੀ ਕੌਂਸਲ ਦੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਜੇ ਕੈਨੇਡਾ ਦੇ ਵੱਖਵਾਦੀ ਸਿੱਖ ਖਾਲਿਸਤਾਨ ਦੀ ਗੱਲ ਕਰਨਗੇ ਤਾਂ ਉਸ ਨੂੰ ਭਾਰਤ ਵੱਲੋਂ ਲਾਲ ਲਕੀਰ ਨੂੰ ਪਾਰ ਕਰਨਾ ਮੰਨਿਆ ਜਾਵੇਗਾ। ਇਸ ਨਾਲ ਭਾਰਤ ਦੀ ਸੁਰੱਖਿਆ ਜੁੜੀ ਹੋਈ ਹੈ। ਭਾਰਤ ਕੈਨੇਡਾ ਸਬੰਧਾਂ ਵਿੱਚ ਜਿਹੜੀ ਕੁੜੱਤਣ ਦਾ ਵੱਡਾ ਕਾਰਨ ਇਹੀ ਹੈ ਪਰ ਹਕੀਕਤ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਇੰਡੀਅਨ ਏਜੰਟਾਂ ਨੇ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਕਰਵਾਇਆ। ਲਾਲ ਲਕੀਰ ਭਾਰਤ ਨੇ ਟੱਪੀ ਹੈ ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿਛਲੇ 2-3 ਦਿਨ ਦੇ ਪ੍ਰੋਗਰਾਮਾਂ ਨੂੰ ਬਹੁਤ ਪਸੰਦ ਕੀਤਾ ਹੈ ਜੀ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਮੈਂਟ ਔਰ ਲਿਖਤਾਂ ਨੇ। ਅਸੀਂ ਸਭ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਬਿਲਕੁਲ ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਚੱਲ ਰਿਹਾ ਹੈ ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੰਡੀਅਨ ਸਟੇਟ ਵੱਲੋਂ ਔਰ ਉਸ 'ਚ ਹਰ ਮੁਲਕ ਦੇ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਜਿਨ੍ਹਾਂ 'ਚ ਬ੍ਰਿਟਨ ਔਰ ਨਿਊਜ਼ੀਲੈਂਡ ਤਾਂ ਆਲਮੋਸਟ ਸਾਇਲੈਂਟ ਨੇ ਲੇਕਿਨ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਸਾਡੇ ਵਿਊਅਰਸ ਦੇ ਵਿੱਚ ਜਾਂ ਓਵਰਆਲ ਸਿੱਖ ਕਮਿਊਨਿਟੀ ਦੇ ਵਿੱਚ ਕਿਤੇ ਕਦੇ ਥੋੜ੍ਹਾ ਜਿਹਾ ਉਤਸ਼ਾਹ ਹੁੰਦਾ ਹੈ ਕਿ ਭਾਈ ਕਾਤਲਾਂ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਜਾਏਗਾ, ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ। ਫਿਰ ਕੁਛ ਇਸ ਕਿਸਮ ਦੀਆਂ ਖਬਰਾਂ ਵੀ ਨਾਲ ਦੀ ਨਾਲ ਚੱਲ ਰਹੀਆਂ ਹੁੰਦੀਆਂ ਜਿਸ ਤੋਂ ਇਹ ਲੱਗਦਾ ਕਿ ਭਾਈ ਫਲਾਂ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰ ਲਈ। ਜਿਵੇਂ ਹਾਲਾਂ ਕੱਲ ਜਿਹੜੀ ਮੇਨ ਸਟੋਰੀ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਉਹਨਾਂ ਦੀ ਐਕਸਕਲੂਸਿਵ ਸਟੋਰੀ ਸੀ ਉਸ ਦੇ ਉੱਤੇ ਅਸੀਂ ਸਵਾਲੀਆ ਨਿਸ਼ਾਨ ਲਾ ਕੇ ਗੱਲ ਕੀਤੀ ਸੀ ਕਿਉਂਕਿ ਇਹ 31 ਜਨਵਰੀ ਦੇ ਉਹਨਾਂ ਦੇ ਕਨਸਟੀਟਿਊਸ਼ਨਲ ਕੋਰਟ ਦਾ ਇੰਟਰਿਮ ਆਰਡਰ ਸੀ ਜਿਹਦੇ ਥੱਲੇ ਉਹਨਾਂ ਨੇ ਕਿਹਾ ਸੀ ਕਿ ਜੀ ਇਸ ਦੀ ਅਸੀਂ ਸੁਣਵਾਈ ਕਰਾਂਗੇ ਕੇਸ ਦੀ। ਔਰ ਦੂਸਰਾ ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਦੇ ਅੱਡ ਬੁਲਾਰਿਆਂ ਨੇ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲ ਕੀਤੀ ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਬਿਜ਼ੀ ਕੋਰਟ ਸਕੈਜੂਅਲ ਔਰ ਆਪਣਾ ਟਾਈਮ ਫਰੇਮ ਔਰ
ਇਹ ਉਸ ਇੰਟਰਿਮ ਆਰਡਰ ਚੋਂ ਜਿਹੜੀ ਇੱਕ ਲਾਈਨ ਪਹਿਲਾਂ ਨਹੀਂ ਸੀ ਦੇਖਣ 'ਚ ਆਈ, ਜਿਹੜੀ ਇਹ ਸੀ ਕਿ ਜੀ ਕੋਈ ਨਿਖਿਲ ਗੁਪਤਾ ਦਾ ਉੱਥੇ ਜਾਣਾ ਕੋਈ ਅਰਜੈਂਸੀ ਨਹੀਂ ਹੈ, ਕਿਉਂਕਿ ਇਹਦੇ ਨਾਲ ਕੋਈ ਪਬਲਿਕ ਇੰਟਰਸਟ ਹਾਰਮ ਨਹੀਂ ਹੁੰਦਾ। ਇਹ ਬੜਾ ਖਤਰਨਾਕ ਆਰਗੂਮੈਂਟ ਹੈ ਔਰ ਇਸ ਨੂੰ ਕਿਵੇਂ ਮੰਨਿਆ ਗਿਆ ਜਾਂ ਕਿਵੇਂ ਕੋਰਟ ਨੇ ਕਿਹਾ, ਸੋ ਉਹਨੂੰ ਲੈ ਕੇ ਸਾਡਾ ਕਿਤੇ ਨਾ ਕਿਤੇ ਇਹ ਸ਼ੰਕਾ ਸੀ ਜਾਂ ਹੈ ਕਿ ਭਾਈ ਚੈੱਕ ਰਿਪਬਲਿਕ ਨੇ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਹਵਾਲੇ ਨਾਲ, ਹਾਲਾਂਕਿ ਅਸੀਂ ਅਮਰੀਕਨ ਜਸਟਿਸ ਸਿਸਟਮ ਦੇ ਉੱਤੇ ਪੂਰਾ ਟਰਸਟ ਕਰਦੇ ਹਾਂ ਔਰ ਜ਼ਾਹਰ ਹੈ ਕਿ ਇਹ ਸਾਰਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਭੇਤ ਵੀ ਤਾਂ ਹੀ ਖੁੱਲ੍ਹਿਆ ਜੇ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਮੁਸਤੈਦੀ ਨਾਲ ਇਸ ਨੂੰ ਡੱਕਿਆ ਔਰ ਇੰਡਾਈਟਮੈਂਟ ਵੀ ਜੂਨ ਮਹੀਨੇ 'ਚ ਹੀ ਫਾਈਲ ਕੀਤੀ। ਉਹ ਜਿਹੜਾ ਐਨਵੈਲਪ ਸੀ ਇੰਡਾਈਟਮੈਂਟ ਦਾ ਉਹਨੂੰ ਅਨਸੀਲ ਜਾਂ ਉਹਨੂੰ ਖੋਲ੍ਹਿਆ ਗਿਆ 29 ਨਵੰਬਰ ਨੂੰ, ਔਰ ਉਹਦੇ 'ਚ ਅਸੀਂ ਜੋ ਸਾਡੇ ਕੋਲ ਥੋੜ੍ਹੀ ਬਹੁਤ ਅੰਦਰੂਨੀ ਜਾਣਕਾਰੀ ਵੀ ਹੈ ਕਿ ਹੋਮਲੈਂਡ ਸਿਕਿਉਰਿਟੀ, FBI, CIA, ਜਸਟਿਸ ਡਿਪਾਰਟਮੈਂਟ, ਚਾਰੋਂ ਇਨ ਰੋ ਇਹ ਬਹੁਤ ਕੀਨ ਨੇ ਕਿ ਰਾਹ ਨੂੰ ਇਸ ਦਾ ਹਿੱਸਾ ਬਣਾਇਆ ਜਾਏ ਸਾਰੇ ਦਾ ਪੁਸ਼ ਕਰਨ ਲਈ। ਲੇਕਿਨ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਉਹ ਉਹਨਾਂ ਦੇ ਪੋਲੀਟੀਕਲ ਰੀਜ਼ਨਸ ਜਾਂ ਆਪਣੀਆਂ ਕੈਲਕੂਲੇਸ਼ਨਸ ਦੇ ਹਿਸਾਬ ਨਾਲ ਉਹ ਇਸ ਦੇ ਉੱਤੇ ਅਜੇ ਰਜ਼ਾਮੰਦ ਨਹੀਂ ਨੇ। ਔਰ ਇਹੀ ਕਾਰਨ ਸੀ ਕਿ ਸਾਈਮਲਟੇਨੀਅਸਲੀ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਦਾ ਇਹ ਬਿਆਨ ਕਿ ਜੀ ਅਸੀਂ ਇੰਡੀਅਨ ਗਵਰਨਮੈਂਟ ਨੇ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਹੈ ਉਹਦੀ ਰਿਪੋਰਟ ਦੀ ਇੰਤਜ਼ਾਰ ਕਰ ਰਹੇ ਹਾਂ ਔਰ ਅਸੀਂ ਬਹੁਤ ਸੀਰੀਅਸ ਹੈ ਇਸ ਮਾਮਲੇ। ਸੋ ਜ਼ਾਹਰ ਹੈ ਵੀ ਇਹ ਸਾਰਾ ਕੁਝ ਅਪ ਐਂਡ ਡਾਊਨ ਹੋਏਗਾ, ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਲਟੀਮੇਟਲੀ ਭਾਰਤ ਨੂੰ ਜਵਾਬਦੇਹ ਹੋਣਾ ਵੀ ਪਏਗਾ ਔਰ ਜਿਸ ਗ੍ਰਿਲਿੰਗ ਦੇ ਵਿੱਚੋਂ ਦੀ ਭਾਰਤ ਇਸ ਵੇਲੇ ਲੰਘ ਰਿਹਾ ਹੈ ਇਹਨਾਂ ਦੀ ਜਾਨ ਕੋਈ ਸੌਖੀ ਨਹੀਂ ਬਚੇਗੀ, ਛੁੱਟਣਗੇ ਨਹੀਂ ਹੈ। ਔਰ ਖਾਸ ਤੌਰ ਤੇ ਅਸੀਂ ਜਸਟਿਨ ਟਰੂਡੋ ਉਹਨਾਂ ਦੀ ਹਕੂਮਤ ਦੀ ਜਿਹੜੀ ਹੈ ਉਹ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਬੇਸ਼ੱਕ ਆਲਮੋਸਟ 11 ਮਹੀਨੇ ਲੱਗੇ, ਪਹਿਲਾਂ ਤਾਂ 3 ਮਹੀਨੇ ਜਸਟਿਨ ਟਰੂਡੋ ਨੂੰ ਲੱਗੇ 18 ਜੂਨ ਤੋਂ 18 ਸਤੰਬਰ ਤੱਕ ਇੰਕਸ਼ਾਫ ਕਰਦੇ हैं ਔਰ ਫਿਰ ਇਹਨਾਂ 8 ਮਹੀਨਿਆਂ 'ਚ ਉਹਨਾਂ ਦੇ ਇੰਕਸ਼ਾਫ ਤੋਂ ਬਾਅਦ ਉਹਨਾਂ ਨੇ ਜਿਸ ਕਦਰ ਜਿਹੜਾ ਇਸ ਨੂੰ ਆਪਣੇ ਪੈਰ ਵੀ ਅੱਡੀ ਵੀ ਗੱਡ ਕੇ ਰੱਖੀ ਔਰ ਫਾਈਨਲੀ ਜਿਹੜਾ 3 ਪਹਾੜੇ ਦੇ ਕਾਤਲ ਐਡਮਿੰਟਨ ਸ਼ਹਿਰ ਚੋਂ ਫੜੇ ਗਏ ਔਰ ਜੋ ਸਾਡਾ ਪਹਿਲਾ ਅੰਦਾਜ਼ਾ ਸੀ ਕਿ ਭਾਈ ਉਹ ਸਾਡੇ ਚੋਂ ਹੀ ਜਿਵੇਂ ਉਹ ਜੰਗਲ ਨੂੰ ਕੱਟਣ ਦੇ ਲਈ ਜਿਹੜੀ ਕੁਹਾੜੀ ਜੰਗਲ ਨੂੰ ਕੱਟਦੀ ਹੈ ਉਸ ਦਾ ਦਸਤਾ ਉਸ ਜੰਗਲ ਦੇ ਰੁੱਖ ਦੀ ਲੱਕੜ ਹੀ ਹੁੰਦੀ ਹੈ ਔਰ ਇਹੀ ਕੰਮ ਇਹਨਾਂ ਨੇ ਪੰਜਾਬ 'ਚ 80ਵੇਂ 90ਵੇਂ 'ਚ ਵੀ ਕੀਤਾ। ਉਹ KP ਗਿੱਲ ਵਰਗੇ ਹੋਣ, ਬੁੱਚੜ ਬਿਆੰਤੇ ਵਰਗੇ ਹੋਣ ਜਾਂ ਥਰੜੇ ਲੈਵਲ ਦੇ ਉਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਾਤਲ ਟੋਲੀਆਂ ਹੋਣ ਉਹਨਾਂ ਰਾਹੀਂ। ਦੂਸਰੇ ਪਾਸੇ ਅਸੀਂ ਕੱਲ੍ਹ ਇਹ ਵੀ ਕਿਹਾ ਸੀ ਔਰ ਇਹਨੂੰ ਅਸੀਂ ਕੰਪੇਅਰ ਕੀਤਾ ਸੀ ਕਿ ਵੀ ਇੱਕ ਪਾਸੇ ਜਿਵੇਂ ਬਲੈਕ ਕੈਟ ਫਿਨੋਮੀਨਾ ਦੇ ਥੱਲੇ ਉਹਨਾਂ ਨੇ ਸਾਡੇ ਵਰਗੀਆਂ ਸ਼ਕਲਾਂ ਸੂਰਤਾਂ ਵਾਲੇ ਬਣਾ ਕੇ ਕਿਵੇਂ ਉਹਨਾਂ ਨੇ ਮੂਵਮੈਂਟ ਨੂੰ ਬਦਨਾਮ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਪਹਾੜੇ ਦੇ ਟੱਟੂ ਨੇ ਜਿਹੜੇ ਕਿਹਨਾਂ ਹਾਲਾਤਾਂ 'ਚ ਇਹਨਾਂ ਦੇ ਜਿਹੜਾ ਉਹ ਜਾਲ 'ਚ ਫਸੇ, ਉਹ ਬਿਸ਼ਨੋਈ ਗੈਂਗ ਹੈ ਕਿ ਉਹ ਗੋਲਡੀ ਬਰਾੜ ਗੈਂਗ ਹੈ ਕਿ ਕੱਲ੍ਹ ਨੂੰ ਕੋਈ ਹੋਰ, ਇਹ ਤਾਂ ਇਹਨਾਂ ਦੇ ਧਰੇ ਹੋਏ ਨਾਂ ਨੇ, ਇਹਨਾਂ ਨੂੰ ਆਪਰੇਟ ਏਜੰਸੀਆਂ ਕਰਦੀਆਂ ਨੇ ਔਰ ਇਹ ਉਹਨਾਂ ਦੀ ਇੱਕ ਭਰਤੀ ਕੀਤੀ ਜਿਹੜੀ ਹੈ ਉਹ ਆਰਮੀ ਵਾਂਗ ਹੀ ਹੈ ਜਿਨ੍ਹਾਂ ਦੀ ਟ੍ਰੇਨਿੰਗ ਜਾਂ ਦੂਸਰਾ ਇਸ ਕਿਸਮ ਦੇ ਢੰਗ ਨਾਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ, ਉਹਨਾਂ ਦੇ ਅੱਗੋਂ ਹੈਂਡਲਰ ਦੇ, ਜਿਵੇਂ ਇੰਟੈਲੀਜੈਂਸ ਦੀ ਜ਼ਬਾਨ 'ਚ ਲਫ਼ਜ਼ ਹੈਂਡਲਰ ਹੁੰਦਾ, ਉਹਨਾਂ ਦੇ ਹੈਂਡਲਰ ਹੁੰਦੇ ਨੇ, ਹੈਂਡਲਰਸ ਦੇ ਅੱਗੋਂ ਹੈਂਡਲਰ ਹੁੰਦੇ ਨੇ ਔਰ ਇਹ ਕਦੇ ਵੀ ਜਦੋਂ ਤੁਸੀਂ ਉਸ ਨੂੰ ਸਿੱਧੇ ਤੌਰ ਤੇ ਸੋਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਕਿ ਵੀ ਇਹਨੂੰ ਕਿਵੇਂ ਸਿਸਟਮ ਰਨ ਕਰ ਰਿਹਾ, ਜਿਨ੍ਹਾਂ ਨੂੰ ਮਾੜਾ ਮੋਟਾ ਵੀ ਇੰਟੈਲੀਜੈਂਸ ਏਜੰਸੀਆਂ ਦੇ ਵਰਕਿੰਗ ਪੈਟਰਨ ਦਾ ਪਤਾ ਹੈ ਉਹ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਭਾਈ ਉਹ ਥਰਡੇ ਕਾਡਰ ਦੇ ਹੀ ਜਿਹੜੇ ਨੇ ਉਹ ਮਾਰ ਖਾਂਦੇ ਨੇ, ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਵੀ ਉਹ ਕੀ ਕਰ ਰਹੇ ਨੇ, ਉਹਨੂੰ ਕਿੱਥੇ ਵਰਤਿਆ ਗਿਆ ਔਰ ਬਹੁਤ ਸਾਰਿਆਂ ਨੂੰ ਤਾਂ ਈਵਨ ਜਦੋਂ ਉਹਨਾਂ ਨੇ ਜਾਣਾ ਹੁੰਦਾ ਹੈ ਉਹਨਾਂ ਦੀ ਟ੍ਰੇਨਿੰਗ ਪੂਰੀ ਹੁੰਦੀ ਹੈ, ਸਾਈਟ ਦਿਖਾ ਕੇ ਉਸ ਕਿਸਮ ਦਾ ਰਿਆਜ਼ ਵੀ ਕੀਤਾ ਹੁੰਦਾ ਹੈ ਪਰ ਟਾਰਗੇਟ ਉਹਨਾਂ ਨੂੰ ਅੱਧਾ ਘੰਟਾ ਪਹਿਲਾਂ ਦੱਸਦੇ ਨੇ ਵੀ ਫਲਾਣਾ, ਉਹਨਾਂ ਨੂੰ ਖੁਦ ਨੂੰ ਨਹੀਂ, ਉਹ ਕੋਈ ਹੋਰ ਪਲਾਨ ਕਰ ਰਿਹਾ ਹੁੰਦਾ। ਸੋ ਇਹ ਸਾਰੇ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਉਹ ਪਰਦਾ ਵੀ ਚੁੱਕਿਆ ਜਾਏਗਾ। ਆਲਰੇਡੀ ਇਹਨਾਂ 3 ਕਾਤਲਾਂ ਨੂੰ
ਜਿਹੜਾ ਹੈ ਉਹ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਔਰ ਉਸ ਦੀ ਗੱਲਬਾਤ ਵੀ ਅਸੀਂ ਕਰਾਂਗੇ। ਔਰ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉਹ ਕੋਰਟ ਰੂਮ ਦੇ ਬਾਹਰ ਔਰ ਖਾਲਿਸਤਾਨ ਦੇ ਝੰਡੇ ਔਰ ਨਾਰੇ ਉਸ ਬਿਲਡਿੰਗ ਕੰਪਲੈਕਸ ਦੇ ਬਾਹਰ ਸੀ, ਜਿਸ ਤੋਂ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਵੀ ਕਿਵੇਂ ਜਿਹੜਾ ਉਹ ਸੰਗਤ ਔਰ ਕੈਨੇਡੀਅਨ ਸਿੱਖ ਇਸ ਗੱਲ ਦੀ ਇੰਤਜ਼ਾਰ 'ਚ ਨੇ ਕਿ ਜਸਟਿਸ ਸ਼ੁੱਡ ਬੀ ਡਿਲੀਵਰਡ। ਔਰ ਇਹ ਹੀ ਸਾਡੇ ਕੋਲ ਇੱਕੋ ਹੀ ਅਸੀਂ ਜੇ ਮੀਡੀਆ ਆਊਟਲੈਟ ਰਾਹੀਂ ਆਪਣੀ ਗੱਲ ਜਾਂ ਆਪਣਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹੀ ਸਾਡੀ ਜਿਹੜੀ ਹੈ ਖਿਦਮਤ ਹੈ ਕੌਮ ਦੇ ਲਈ। ਔਰ ਜਿਵੇਂ ਵੀਰ ਗੁਰਦੀਪ ਸਿੰਘ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ, ਇਸ ਕਿਸਮ ਦੇ ਵੀਰ ਸਾਡੇ ਰੈਕਗਨਾਈਜ਼ ਕਰਦੇ ਨੇ ਕਿ TV 84 ਇੱਕ ਯੂਨੀਕ ਅੰਦਾਜ਼ ਦੇ ਵਿੱਚ ਪੰਥਕ ਪਲੇਟਫਾਰਮ ਤੋਂ ਆਪਣੀ ਗੱਲ ਸੰਗਤ ਤੱਕ ਪਹੁੰਚਾਉਂਦਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਅਖਾਣ ਉਲਟਾ ਚੋਰ ਕੋਤਵਾਲ ਕੋ ਡਾਂਟੇ ਤੋਂ ਸ਼ੁਰੂ ਕੀਤਾ ਹੈ। ਮੇਰੇ ਸਾਹਮਣੇ ਇੱਕ ਜਿਹੜੀ ਕੋਟ ਮਾਰਕ ਟਵੇਨ, ਜਿਵੇਂ ਬ੍ਰਿਟਿਸ਼ ਸੁਸਾਇਟੀ ਜਾਂ ਅਸੀਂ ਵੀ ਜਿਹੜੇ ਬ੍ਰਿਟਿਸ਼ਰਸ ਦੇ ਗੁਲਾਮ ਰਹੇ ਉਸ ਖਿੱਤੇ ਦੇ ਵਿੱਚ ਅਸੀਂ ਕੋਟ ਕਰਨ ਦੇ ਲਈ ਵਿਲੀਅਮ ਸ਼ੈਕਸਪੀਅਰ ਜਾਂ ਉਸ ਯੂਰਪ ਦੇ ਥਿੰਕਰਸ ਜਾਂ ਫਿਲਾਸਫਰਸ ਦਾ ਹਵਾਲਾ ਦਿੰਦੇ। ਅਮਰੀਕਾ ਦੇ ਵਿੱਚ ਜਿਹੜਾ ਕਾਫੀ ਕਰੰਟ ਦੇ ਉੱਤੇ ਵੀ ਔਰ ਪਾਸਟ ਨਾਲ ਵੀ ਜੋੜਨ ਵਾਲਾ ਜਿਸ ਦੀਆਂ ਕੋਟਸ ਅਕਸਰ ਕੋਟ ਕੀਤੀਆਂ ਜਾਂਦੀਆਂ ਨੇ, ਮਾਰਕ ਟਵੇਨ ਉਹਨਾਂ ਦੇ ਵਿੱਚ ਇੱਕ ਹੈ। ਔਰ ਮਾਰਕ ਟਵੇਨ ਦੀ ਇਹ ਕੋਟ ਐਕਚੁਅਲੀ ਹਾਲਾਂ ਇਸ ਤੋਂ ਪਹਿਲਾਂ ਮੈਂ ਇੱਕ ਅੱਧੀ ਵਾਰੀ ਕੋਟ ਕੀਤਾ ਕਿ ਵੀ ਕਿਵੇਂ ਜਿਹੜੀ ਚਾਰਲਸ ਡਿਕਨਸ ਜਿਹਦਾ ਨਾਵਲ ਦਾ ਟੇਲ ਆਫ ਟੂ ਸਿਟੀਜ਼, ਉਹ ਡੈਨਮਾਰਕ ਦੇ ਵਿੱਚ ਕਿਵੇਂ ਰੋਟਨ ਸਿਸਟਮ ਸੀ, ਕਿਵੇਂ ਇੱਕ ਜਿਹੜੇ ਨੇ ਪ੍ਰੋਸਪਰਸ ਲੋਕ ਸੀ, ਇੱਕ ਜਿਹੜੇ ਨੇ ਗੁਰਬਤ ਦੇ ਮਾਰੇ ਹੋਏ ਸੀ। ਜਦੋਂ ਭਾਰਤ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਦੋ ਇੰਡੀਆ ਨੇ, ਇੱਕ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਅੰਬਾਨੀ ਅਡਾਨੀ ਔਰ ਉਹ ਕਲਾਸ ਜਿਹੜੀ 1% ਲੋਕਾਂ ਕੋਲ ਮੁਲਕ ਦੀ 40% ਦੌਲਤ ਹੈ, ਇੱਕ ਉਹਨਾਂ ਦਾ ਭਾਰਤ ਹੈ। ਇੱਕ ਗਰੀਬੀ ਦਾ ਮਾਰਿਆ ਹੋਇਆ ਜਿੱਥੇ 80 ਕਰੋੜ ਭਾਰਤੀਆਂ ਨੂੰ 5 ਕਿਲੋ ਅਨਾਜ ਦੀ ਸਟੇਟ ਵੱਲੋਂ ਜਿਹੜੀ ਹੈ ਉਹ ਲੋੜ ਪੈਂਦੀ ਹੈ ਤਾਂ ਕਿ ਉਹਨਾਂ ਦਾ ਚੁੱਲ੍ਹਾ ਬਲਦਾ ਰਹੇ। ਸੋ ਇਹ ਜਿਹੜੇ ਇਸ ਕਿਸਮ ਦੇ ਪੈਰਲਲ ਚੱਲ ਰਹੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਜਮਹੂਰੀਅਤ ਦੇ ਲਬਾਦੇ 'ਚ ਲਪੇਟ ਦਿਓ, ਉਹਨੂੰ ਹਿੰਦੂਤਵਾ ਦਾ ਲਬਾਦਾ ਦੇ ਦਿਓ, ਉਹਨੂੰ ਸੈਕੂਲਰਿਜ਼ਮ ਦਾ ਦੇ ਦਿਓ, ਪਰ ਅਲਟੀਮੇਟਲੀ ਇਸ ਕਿਸਮ ਦੇ ਸਿਸਟਮ 'ਚ ਜਿੱਥੇ ਕਿ ਧਨਵਾਨ ਲੋਕ, ਪੈਸੇ ਵਾਲੇ ਲੋਕ ਅਲਟੀਮੇਟਲੀ, ਜਿਸ ਦੇ ਲਈ ਲਫ਼ਜ਼ ਮਾਰਕ ਟਵੇਨ ਨੇ ਔਰ ਵੈਸੇ ਵੀ ਡਿਕਸ਼ਨਰੀ ਮਤਲਬ ਪਲੂਟੋਕ੍ਰੇਸੀ ਹੈ, ਪਲੂਟੋਕ੍ਰੇਸੀ ਹੈ ਜਿੱਥੇ ਕਿ ਜਿਹੜੇ ਨੇ ਵੈਲਦੀ ਲੋਕ ਜਿਹੜੇ ਨੇ ਉਹਨਾਂ ਦੇ ਹੱਥ 'ਚ ਕੰਟਰੋਲ ਹੁੰਦਾ ਹੈ। ਤੇ ਜਿਹੜੇ ਪਲੂਟੋਕ੍ਰੇਸੀ ਵਾਲੇ ਹੁੰਦੇ ਨੇ ਉਹ ਕਿਸੇ ਜੁੱਤੀ ਗੰਢਣ ਵਾਲੇ ਨੂੰ ਰਾਜਾ ਬਣਾ ਦੇਣ, ਉਹ ਕਿਸੇ ਤੇਲੀ ਦੇ ਮੁੰਡੇ ਨੂੰ ਬਣਾ ਦੇਣ, ਉਹ ਕਿਸੇ ਝੀਰ ਦੇ ਮੁੰਡੇ ਨੂੰ ਬਣਾ ਦੇਣ, ਉਹ ਕਿਸੇ ਹੋਰ ਨੂੰ ਬਣਾ ਦੇਣ। ਉਹ ਸਮਝ ਰਹੇ ਹੁੰਦੇ ਨੇ ਕਿ ਦੇਖੋ ਜੀ ਕਿੰਨੀ ਐਮਪਾਵਰਮੈਂਟ ਹੈ, ਕਿੰਨਾ ਫਲਾਣਾ ਹੈ, ਲੇਕਿਨ ਉਸ ਪਲੂਟੋਕ੍ਰੇਸੀ ਦਾ ਕੰਟਰੋਲ ਜਿਹੜਾ ਕਿਉਂਕਿ ਹੁੰਦੀ ਉਹ ਪਲੂਟੋਕ੍ਰੇਸੀ ਹੈ। ਔਰ ਇਸ ਕਿਸਮ ਦੇ ਰਿਜੀਮ ਜਾਂ ਇਸ ਕਿਸਮ ਦੀਆਂ ਸਲਤਨਤਾਂ ਜਾਂ ਇਸ ਕਿਸਮ ਦੇ ਐਮਪਾਇਰ ਕਿਵੇਂ ਖਲੋਂਦੇ ਨੇ, ਫਿਰ ਕਿਵੇਂ ਡੀਜਨਰੇਟ ਹੁੰਦੇ ਨੇ। ਹੁਣ ਮੈਂ ਮਾਰਕ ਟਵੇਨ ਦੀ ਐਗਜ਼ੈਕਟ ਕੋਟ ਵੱਲ ਆਉਂਦਾ, ਉਸਨੇ ਕਿਹਾ ਕਿ ਐਵਰੀ ਸਿਵਲਾਈਜੇਸ਼ਨ carries the seeds of its own destruction and the same cycle shows in them all। ਕਿ ਹਰ ਸਭਿਅਤਾ, ਹਰ ਤਹਿਜ਼ੀਬ ਵੱਲ ਜੇ ਤੁਸੀਂ ਦੇਖੋਗੇ ਤਾਂ ਉਸ ਤਹਿਜ਼ੀਬ ਦੇ ਵਿੱਚ ਹੀ ਉਹਦੇ ਤਬਾਹੀ ਦੇ ਬੀਜ ਪਏ ਹੁੰਦੇ ਨੇ ਔਰ ਉਹੀ ਸਾਈਕਲ ਹਰ ਕੇਸ ਦੇ ਵਿੱਚ ਬੀਤੇ ਦੇ ਵੀ ਜੋ ਔਰ ਅੱਜ ਅਸੀਂ ਆਪਣੀਆਂ ਨਜ਼ਰਾਂ ਸਾਹਮਣੇ ਦੇਖ ਰਹੇ ਹਾਂ, ਇਹ ਸਾਰਿਆਂ 'ਚ ਹੀ ਨਜ਼ਰ ਆਉਂਦਾ। ਅੱਛਾ, ਕੀ ਹੁੰਦੇ ਨੇ ਉਸ ਦਾ ਰਿਪਬਲਿਕ ਇਜ਼ ਬੋਰਨ, ਫਲਰਿਸ਼ਸ। ਕੋਈ ਵੀ ਸਾਮਰਾਜ, ਰਾਜ ਜਾਂ ਸਿਸਟਮ ਜਨਮ ਲੈਂਦਾ ਹੈ, ਉਹ ਪ੍ਰੋਸਪਰਸ ਹੁੰਦਾ ਹੈ, ਫਲਰਿਸ਼ ਕਰਦਾ ਹੈ, ਡਿਕੇਜ਼ ਇਨਟੂ ਪਲੂਟੋਕ੍ਰੇਸੀ। ਉਹ ਫਲਰਿਸ਼ ਕਰ ਰਿਹਾ ਹੁੰਦਾ ਹੈ ਜਦੋਂ ਅਮੀਰ ਲੋਕ, ਵੈਲਦੀ ਲੋਕ, ਧਨਾਢ ਲੋਕ, ਰਿਸੋਰਸਫੁਲ ਲੋਕ, ਵਡੇਰੇ ਲੋਕ ਇਹ ਉਸ ਸਾਰੇ ਦੇ ਉੱਤੇ ਕਾਬਜ਼ ਹੋ ਜਾਂਦੇ ਨੇ। ਉਦੋਂ ਹੀ ਦਾ ਰਿਪਬਲਿਕ ਇਜ਼ ਬੋਰਨ, ਫਲਰਿਸ਼ਸ, ਡਿਕੇਜ਼ ਇਨਟੂ ਪਲੂਟੋਕ੍ਰੇਸੀ। ਅਲਟੀਮੇਟਲੀ ਉਹ ਅਮੀਰਾਂ ਦੇ ਢੇ ਚੜ ਜਾਂਦਾ ਜਾਂ ਉਹਨਾਂ ਦੇ ਹੱਥੇ ਚੜ ਜਾਂਦਾ ਹੈ ਐਂਡ ਇਜ਼ ਕੈਪਚਰਡ ਬਾਈ ਦਾ ਸ਼ੂ ਮੇਕਰ। ਫਿਰ ਉਸ ਨੂੰ ਭਾਵੇਂ ਉਹ ਪਿੱਛੇ ਬੈਠੇ ਹੁੰਦੇ ਨੇ, ਉਹ ਇੱਕ ਸ਼ੂ ਮੇਕਰ ਨੂੰ, ਜੁੱਤੀਆਂ ਗੰਢਣ ਵਾਲਿਆਂ ਨੂੰ ਅੱਗੇ ਕਰ ਦਿੰਦੇ ਨੇ, whom the mercenaries and millionaires make into a king। ਕਿ ਫਿਰ ਉਹ ਉਸ ਕਿਸਮ ਦੇ ਪਹਾੜੇ ਦੇ ਟੱਟੂ, ਉਹ ਮੀਡੀਆ ਹੋਏ,
ਉਹ ਦੂਜਾ ਹੋਏ, ਉਹ ਇੱਕ ਜੁੱਤੀ ਗੰਢਣ ਵਾਲੇ ਨੂੰ ਪ੍ਰੋਜੈਕਟ ਕਰਨਗੇ ਕਿ ਬਹੁਤ ਵੱਡਾ ਕਿੰਗ ਹੈ, ਬੜੇ ਗੁਣ ਨੇ, ਇਹਦੇ 'ਚ ਭਾਸ਼ਣ ਕਲਾ ਹੈ, ਇਸ ਦੇ ਵਿੱਚ ਫਲਾਣਾ ਹੈ, ਇਹਨੂੰ ਇਹ ਬ੍ਰਹਮਾ ਦਾ ਅਵਤਾਰ ਹੈ, ਇਹ ਵਿਸ਼ਨੂੰ ਦਾ, ਜਿਵੇਂ ਉਹ ਕੰਗਣਾ ਰਣੌਤ ਮੋਦੀ ਨੂੰ ਕਹਿੰਦੀ ਇਹ ਤਾਂ ਵਿਸ਼ਨੂੰ ਦਾ ਅਵਤਾਰ ਹੈ। ਕਿਸੇ ਹੋਰ ਨੇ ਕਿਹਾ ਨਹੀਂ ਵਿਸ਼ਨੂੰ ਦਾ ਅਵਤਾਰ ਨਹੀਂ, ਮੋਦੀ ਜੀ ਖੁਦ ਹੀ ਵਿਸ਼ਨੂੰ ਭਗਵਾਨ ਹੈ, ਖੁਦ ਹੀ ਨੇ। ਇਹ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਡਿਕੇ ਹੋ ਰਿਹਾ ਹੁੰਦਾ ਸਿਸਟਮ, ਉਹਨੂੰ ਪਲੂਟੋਕ੍ਰੇਸੀ ਕੰਟਰੋਲ ਕਰਦੀ ਐਂਡ ਇਜ਼ ਕੈਪਚਰਡ ਬਾਈ ਸ਼ੂ ਮੇਕਰ whom the mercenaries and millionaires, ਇੱਕ ਪਾਸੇ ਪਹਾੜੇ ਦੇ ਟੱਟੂ, ਦੂਸਰੇ ਪਾਸੇ ਜਿਹੜੇ ਧਨਾੜ ਲੋਕ ਨੇ, ਮੇਕ ਇਨਟੂ ਏ ਕਿੰਗ। the people invent their oppressors। ਹੁਣ ਇਹ ਲੋਕਾਂ ਚੋਂ ਹੀ ਉਹਨਾਂ ਨੂੰ ਓਪਰੈਸ ਕਰਨ ਵਾਲੇ ਪੈਦਾ ਹੁੰਦੇ ਨੇ। ਹੁਣ ਅਸੀਂ ਪੁਲਿਸ, ਫੌਜ, ਉਹ ਸਾਰਾ ਜੇ ਦੇਖੀਏ ਤੇ ਉਹੀ ਕਲਾਸ ਹੈ। the people invent their oppressors and the oppressors serve the function for which they are invented। ਕਿ ਬਈ ਉਹ ਜਿਹੜੇ ਬਣਾਏ ਜਾਂਦੇ ਨੇ ਉਹ ਕਹਿ ਰਹੇ ਹੁੰਦੇ ਜੀ ਇਹ ਤਾਂ ਡਿਊਟੀ ਇਜ਼ ਡਿਊਟੀ। ਤੁਸੀਂ ਦੇਖੋਗੇ ਜੀ ਜਿਵੇਂ ਉਹ ਫੌਜੀ ਕਹਿਣਗੇ, ਰਿਟਾਇਰ ਹੋ ਕੇ ਵੀ ਆ ਜਾਣਗੇ, ਉਹਨਾਂ ਨੂੰ ਐਸੀ ਉਹਨਾਂ ਦੀ ਮੈਂਟਲ ਟ੍ਰੇਨਿੰਗ ਕੀਤੀ ਹੁੰਦੀ, ਆਰਡਰ ਇਜ਼ ਆਰਡਰ। ਕਿ ਬਈ ਉਹ ਕੋਈ ਦਿਮਾਗ ਤੋਂ ਸੋਚਣ ਦਾ ਕੰਮ ਨਹੀਂ ਹੈ ਕਿ ਵੀ ਤੁਸੀਂ ਜੇ ਤੁਹਾਨੂੰ ਆਰਡਰ ਹੈ ਫਾਇਰ ਕਰਨਾ ਹੈ, ਉਹ ਭਾਵੇਂ ਅੱਗੇ ਬੱਚਾ ਹੈ, ਔਰਤ ਹੈ, ਦੂਜਾ ਹੈ, ਉਹੀ ਕਰਨਾ। ਕੱਲ ਹੀ ਗੱਲ ਕਰ ਰਹੇ ਸੀ, ਇੱਕ ਸੱਜਣ ਕਹਿਣ ਲੱਗੇ ਕਿ ਬਈ ਟ੍ਰੇਨਿੰਗ ਹੀ ਇਹ ਹੁੰਦੀ ਹੈ ਕਿ ਬਈ ਉੱਥੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਬਈ ਤੁਸੀਂ ਉਹਨਾਂ ਦੇ ਲਈ ਜਿਨ੍ਹਾਂ ਨੇ, ਜਦੋਂ ਤੁਸੀਂ ਜੰਗ ਦੇ ਵਿੱਚ ਜਾਂਦੇ ਹੋ ਤੁਹਾਡਾ ਮਾਈਂਡ ਸੈਟ ਇਹ ਹੁੰਦਾ ਕਿ ਬਈ ਸਾਹਮਣੇ ਜੋ ਵੀ ਹੈ ਭਾਵੇਂ ਔਰਤ ਹੈ ਉਹ ਦੁਸ਼ਮਣ ਹੈ, ਐਨਮੀ ਦਿਸ ਐਨ। ਔਰ ਮੈਨੂੰ ਜਦੋਂ ਮੈਂ ਟਰਮੀਨੋਲੋਜੀ ਮੇਰੇ ਮਨ 'ਚ ਆਈ ਤੇ ਇੱਕਦਮ ਮੇਰੇ ਸਾਹਮਣੇ ਜਨਰਲ ਬਰਾੜ ਜਦੋਂ ਦਰਬਾਰ ਸਾਹਿਬ ਤੇ ਜਿਹੜਾ ਫੌਜ ਦਾ ਮੌਕੇ ਤੇ ਮੇਜਰ ਜਨਰਲ ਬਣਾ ਕੇ ਜਿਹਨੂੰ ਭੇਜਿਆ ਸੀ ਰਣਜੀਤ ਦਿਆਲ ਲੈਫਟੀਨੈਂਟ ਜਨਰਲ ਔਰ ਜਨਰਲ ਵੈਦਿਆ, ਉਹ ਜਦੋਂ 6 ਜੂਨ ਤੋਂ ਬਾਅਦ ਬਰੀਫਿੰਗ ਦੇ ਰਿਹਾ ਹੈ ਔਰ ਉਹਨੇ ਨਕਸ਼ਾ ਲਟਕਾਇਆ ਹੋਇਆ, ਸੋਟੀ ਫੜੀ ਹੋਈ ਹੈ, ਤਾਂ ਫਿਰ ਇਹ ਹੀ ਕਹਿ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਜੀ ਐਂਡ ਉਹ ਕਹਿ ਰਿਹਾ ਜੀ ਐਨਮੀ ਵਾਸ ਦੇਅਰ, ਫਾਇਰ ਕੇਮ ਫਰਮ ਦਾ ਐਨਮੀ ਹੀਅਰ। ਉਹਨਾਂ ਦੇ ਲਈ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਸਾਰੇ ਸ਼ਰਧਾਲੂ ਵੀ ਐਨਮੀ ਨੇ। ਇਹ ਟ੍ਰੇਨਿੰਗ ਹੈ। ਔਰ ਇਹੀ ਮਾਰਕ ਟਵੇਨ ਦਾ ਕਹਿਣਾ ਕਿ ਓਪਰੈਸਰ ਜਿਹੜੇ ਨੇ ਉਹ ਉਸ ਕਿਸਮ ਦੇ ਲੋਕ ਜਿਹੜੇ ਪਲੂਟੋਕ੍ਰੇਸੀ ਦੇ ਲੋਕਾਂ ਨੇ ਖੜੇ ਕੀਤੇ ਹੁੰਦੇ ਨੇ, ਉਹਨਾਂ ਚੋਂ ਹੀ ਲੋਕਾਂ ਚੋਂ ਹੀ ਕੱਢੇ ਜਾਂਦੇ ਨੇ। ਜਿਹੜੇ ਬਿਲਕੁਲ ਹੈਵ ਨਾਟ ਹੁੰਦੇ ਨੇ ਉਹਨਾਂ ਨੂੰ ਤੁਸੀਂ ਕਿੰਗ ਬਣਾ ਦਿੰਦੇ ਹੋ, ਉਹਨਾਂ ਚੋਂ ਹੀ ਫਿਰ ਜਿਹੜੇ ਉਸ ਸਿਸਟਮ ਨੂੰ ਜਿਹੜਾ ਡਿਕੇ ਵਾਲਾ ਜਾ ਰਿਹਾ ਹੁੰਦਾ ਹੈ, ਚੈਲੰਜ ਕਰਨ ਵਾਲਿਆਂ ਨੂੰ ਉਹੀ ਓਪਰੈਸਰ ਜਿਹੜੇ ਨੇ ਉਹ ਦਬਾ ਰਹੇ ਹੁੰਦੇ ਨੇ। ਔਰ ਉਹ ਇਹ ਸਮਝ ਰਹੇ ਹੁੰਦੇ ਨੇ ਕਿ ਜੀ ਉਹ ਤਾਂ ਆਪਣੀ ਡਿਊਟੀ ਕਰ ਰਹੇ ਨੇ, ਉਹ ਤਾਂ ਡਿਊਟੀ ਇਜ਼ ਡਿਊਟੀ। ਔਰ ਇਸ ਸਾਰੇ ਦੇ ਥੱਲੇ ਉਹਨੂੰ ਜਸਟੀਫਾਈ ਕੀਤਾ ਜਾਂਦਾ। ਔਰ ਅੱਜ ਜੇ ਕਹਿਣਾ ਹੋਏ ਕਿ ਭਾਰਤ ਦੇ ਵਿੱਚ ਜਿਹੜਾ ਰਜੀਮ ਬੇਸ਼ੱਕ ਹਾਲਤਾਂ 70 75 75 76 ਸਾਲ ਤੋਂ ਉਹੀ ਭਾਵੇਂ ਉਹ ਡੈਮੋਕ੍ਰੇਸੀ ਜਾਂ ਸੈਕੂਲਰਿਜ਼ਮ ਦਾ ਲਬਾਦਾ ਸੀ ਜਾਂ ਜੋ ਅੱਜ ਹੈ, ਔਰ ਉਹ ਐਗਜ਼ੈਕਟਲੀ ਉਸੇ ਹੀ ਡਿਕੇ ਜਾਂ ਤਾਂ ਉਸ ਪਾਸੇ ਵੱਲ ਹੀ ਰਿਹਾ। ਲੇਕਿਨ ਕਿਉਂਕਿ ਇਸ ਵੇਲੇ ਸਿੱਖ ਡਾਇਰੈਕਟ ਟਾਰਗੇਟ ਨੇ, ਟੋਟਲ ਵਾਰ ਤਾਂ ਸਾਡੇ ਤੇ 4 ਦਹਾਈਆਂ ਤੋਂ ਵਿੱਢੀ ਹੋਈ ਹੈ। ਇਹਦੇ ਬਾਵਜੂਦ ਕਿ ਵੀ ਜਿਹੜੇ ਬਾਹਰਲੇ ਨੇ ਉਹ ਦੱਸਦੇ ਨੇ ਜਾਂ ਜਿਸ ਕਿਸਮ ਦੇ ਈਵਨ ਚੋਣ ਪ੍ਰਚਾਰ 'ਚ ਮੁਸਲਮਾਨਾਂ ਦੇ ਖਿਲਾਫ ਜਾਂ ਦਲਿਤਾਂ ਦੇ ਖਿਲਾਫ ਜੋ ਲਾਈਨ ਹੈ, ਲੇਕਿਨ ਸਿੱਖਾਂ ਦੇ ਉੱਤੇ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹਨਾਂ ਨੇ ਉਹ ਲਾਹੌਰ ਦੀ ਧਰਤੀ ਹੋਏ, ਉਹ ਬਰਮਿੰਗਮ ਯੂਕੇ ਦੀ ਧਰਤੀ ਹੋਏ, ਸਰੀ ਹੋਏ ਜਾਂ ਨਿਊਯਾਰਕ ਵਾਸ਼ਿੰਗਟਨ ਦੀ ਧਰਤੀ ਹੋਏ, ਉਸ ਦੇ ਉੱਤੇ ਖੁੱਲ੍ਹ ਕੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਤੇ ਲਿਆ। ਔਰ ਜਿਵੇਂ ਅਸੀਂ ਕੱਲ ਦੀ ਇੱਕ ਸਟੋਰੀ 'ਚ ਜ਼ਿਕਰ ਕੀਤਾ ਸੀ ਕਿ ਮੋਦੀ ਨੇ ਆਪਣੇ ਕਿਸੇ ਚੋਣ ਸਭਾ 'ਚ ਵੀ ਕਿਹਾ ਕਿ ਅਸੀਂ ਸਿੱਖਾਂ ਨੂੰ ਬਥੇਰਾ ਪੁਲਿਸ ਕਰ ਲਿਆ, ਹੁਣ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਬਖਸ਼ਾਂਗੇ ਨਹੀਂ। ਇਸ ਕਿਸਮ ਦਾ ਜਿਹੜਾ ਪਾਰਟ ਹੈ, ਸੋ ਉਸ ਦੇ ਚੱਲਦੇ ਆ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਜਿੱਥੇ ਜਸਟਿਨ ਟਰੂਡੋ ਦੀ ਹਕੂਮਤ ਨੇ ਇਸ ਮੁੱਦੇ ਦੇ ਉੱਤੇ ਘੱਟੋ ਘੱਟ ਇਸ 1 ਸਾਲ ਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਔਰ ਖੁੱਲ੍ਹ ਕੇ ਜਿੱਥੇ ਜਸਟਿਨ ਟਰੂਡੋ ਨੇ ਇੰਡੀਅਨ ਏਜੰਟਸ ਨੂੰ ਜ਼ਿੰਮੇਵਾਰ ਦੱਸਿਆ ਕਿ ਭਾਈ ਇਹ ਜਿਹੜੇ ਨੇ ਇਹਨਾਂ ਦਾ ਹੀ ਕੰਮ ਹੈ, ਉੱਥੇ ਈਵਨ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰ ਬੀਬੀ ਜਿਹੜੀ ਹੈ ਉਹ ਹੈ, ਉਸਨੇ ਵੀ ਅਗੇਨ ਜਿਹੜਾ ਉਹ ਰੀਟਰੇਟ ਕੀਤਾ ਕੱਲ, ਮੈਲਨੀ ਜੋਲੀ। ਉਹਨਾਂ ਨੇ ਕਿਹਾ ਕਿ ਵੀ ਸਟੈਂਡ ਬਾਈ ਦ ਐਲੀਗੇਸ਼ਨਸ that a Canadian was killed on Canadian soil by Indian agents, Mr. Jolly said on Parliament Hill ਕਿ ਅਸੀਂ ਆਪਣੇ ਉਸ ਸਟੈਂਡ ਤੇ ਖੜੇ ਹਾਂ ਕਿ ਇੰਡੀਅਨ ਏਜੰਟਸ ਨੇ ਕੈਨੇਡਾ ਦੀ ਸੋਇਲ ਦੇ ਉੱਤੇ
ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ। ਕੱਲ ਅਸੀਂ ਜ਼ਿਕਰ ਕੀਤਾ ਸੀ ਆਪਣੇ ਇਸ ਹਵਾਲੇ ਨਾਲ ਕਿ ਮੌਂਟਰੀਆਲ 'ਚ ਇੰਡੀਆ ਦਾ ਕੈਨੇਡਾ 'ਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਜਿਹੜਾ ਕਿ ਕ੍ਰਿਮੀਨਲ ਹੈ, ਕਿਉਂਕਿ ਇਹ ਸਾਰੇ ਦਾ ਜੋ ਕੁਝ ਚੱਲ ਰਿਹਾ ਹੈ ਇਸ ਦੇ ਲਈ ਇਹ ਐਂਬੈਸਡਰ ਔਰ ਹਾਈ ਕਮਿਸ਼ਨਰ ਜ਼ਿੰਮੇਵਾਰ ਨੇ, ਕਿਉਂਕਿ ਜਿਹੜੇ ਰਾ ਡੈਸਕ ਨੇ ਇਹਨਾਂ ਦੇ ਥੱਲੇ ਹੀ ਲੱਗੇ ਹੁੰਦੇ ਨੇ, ਇਹਨਾਂ ਨੂੰ ਹੀ ਇਹ ਜਵਾਬਦੇ ਹੁੰਦੇ ਨੇ। ਔਰ ਜਿਹੜੇ ਕ੍ਰੀਡੈਂਸ਼ੀਅਲਸ ਮਨਜ਼ੂਰ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਉਹ ਕਾਮਨਵੈਲਥ ਕੰਟਰੀਜ਼ ਦੇ ਵਿੱਚ ਹਾਈ ਕਮਿਸ਼ਨਰ, ਔਰ ਅਮਰੀਕਾ ਦੇ ਵਿੱਚ ਜਿਵੇਂ ਤਰਨਜੀਤ ਸੰਧੂ ਜਿਹੜਾ ਕਿ ਹੁਣ ਬੀਜੇਪੀ ਦਾ ਪਾਰਲੀਮੈਂਟਰੀ ਕੈਂਡੀਡੇਟ ਹੈ ਉੱਥੋਂ ਅੰਮ੍ਰਿਤਸਰ ਤੋਂ, ਉਹ ਇੱਥੇ ਜ਼ਿੰਮੇਵਾਰ ਹੈ। ਸੋ ਇਹ ਇੱਕ ਪਾਸੇ ਤਾਂ ਸਿੱਖ ਨੂੰ ਚੇਜ਼ ਕਰਦੇ ਨੇ ਸੰਜੇ ਕੁਮਾਰ ਵਰਮੇ ਨੂੰ ਕਿ ਬਈ ਤੂੰ ਜਿੱਥੇ ਵੀ ਜਾਏਗਾ ਅਸੀਂ ਵਿਰੋਧ ਕਰਾਂਗੇ, ਔਰ ਉਹ ਕੈਨੇਡਾ ਸਰਕਾਰ ਨੂੰ ਵੀ ਹੈ ਕਿ ਭਾਈ ਨੂੰ ਇੱਥੋਂ ਕੱਢੋ, ਇਹਨੂੰ ਪਰਸੋਨਾ ਨਾਨ ਗ੍ਰੇਟਾ ਬਣਾਓ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਕਿਸਮ ਦਾ ਫੋਰਮ ਇਹ ਲੱਭ ਲੈਂਦੇ ਨੇ, ਜਾਂ ਜਿਹੜੀਆਂ ਕੁਝ NGOs ਜਾਂ ਫੋਰਨ ਪਾਲਿਸੀ ਦੇ ਨਾਂ ਥੱਲੇ ਕੋਈ ਥਿੰਕ ਟੈਂਕ ਜਾਂ ਦੂਜੇ ਨੇ, ਉਹਨਾਂ ਨੇ ਵੀ ਆਪਣੀ ਕਾਰਵਾਈ ਪਾਣੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਮੌਂਟਰੀਅਲ ਕਾਉਂਸਲ ਔਨ ਫੋਰਨ ਰਿਲੇਸ਼ਨਸ ਫੋਰਮ ਹੈ, ਉਹਨਾਂ ਨੇ ਇਹਨੂੰ ਸੱਦਿਆ ਹੋਇਆ ਸੀ। ਹਾਲਾਂ ਬੜਾ ਗੁਪਤ ਜਿਹਾ ਸੀ, ਕਿਉਂਕਿ ਜਿਹੜੇ ਮੈਂ ਵੀ ਸੈਨ ਫਰਾਂਸਿਸਕੋ ਹੁੰਦੇ ਆ ਫੋਰਨ ਰਿਲੇਸ਼ਨਸ ਕਮੇਟੀ ਦੀਆਂ ਮੀਟਿੰਗਸ ਜਿਹਦੇ 'ਚ ਇਸ ਕਿਸਮ ਦੇ ਜਿਹੜੇ ਨੇ ਇਨਵਾਈਟੀ ਹੁੰਦੇ ਨੇ। ਇੱਕ ਮੌਕੇ ਤੇ ਸ਼ੇਖਰ ਗੁਪਤਾ ਜਿਹੜਾ ਉਦੋਂ ਇੰਡੀਆ ਟੂਡੇ ਦਾ ਐਡੀਟਰ ਇਨ ਚੀਫ ਰਿਹਾ, ਉਹਨੂੰ ਵੀ ਸੱਦਿਆ ਹੋਇਆ ਸੀ, ਉਹਨੂੰ ਮੈਂ ਅਟੈਂਡ ਕੀਤਾ ਮੀਟਿੰਗ ਨੂੰ। ਇਸੇ ਤਰ੍ਹਾਂ ਐਸੋਸੀਏਟਡ ਪ੍ਰੈਸ ਦਾ ਬ੍ਰਹਮਾ ਚੈਲਾਨੀ ਜਿਹੜਾ ਹੁਣ ਪੂਰਾ ਹਿੰਦੂਤਵੀ ਥਿੰਕ ਟੈਂਕ ਦਾ ਹਿੱਸਾ ਹੈ, ਮੈਂ 1994-95 ਦੀ ਗੱਲ ਕਰ ਰਿਹਾ। ਸੋ ਉਹਦੇ 'ਚ ਉਹੀ 15-20 ਬੁੱਢੇ ਇਕੱਠੇ ਹੋਏ ਹੁੰਦੇ ਨੇ, ਕੋਈ ਰਿਟਾਇਰ ਹੋਇਆ ਫੋਰਨ ਸਰਵਿਸ ਚੋਂ, ਕੋਈ ਕਿਤੇੋਂ, ਉਹਨਾਂ ਦਾ ਵੀ ਦਿਨ ਪੈ ਜਾਂਦਾ ਹੈ ਔਰ ਉਹ ਗੱਲ ਸੁਣ ਕੇ ਚਲੇ ਜਾਂਦੇ ਨੇ। ਤੁਹਾਡੇ ਕੋਲ ਸਵਾਲ ਪੁੱਛਣ ਦਾ ਇੱਕ ਅੱਧਾ, ਇਸ ਤੋਂ ਬਿਯੋਂਡ ਉਹਦਾ ਕੋਈ ਨਹੀਂ ਹੁੰਦਾ, ਪਰ ਉਹਨੂੰ ਮੀਡੀਆ ਰਾਹੀਂ ਬੜਾ ਉਭਾਰਿਆ ਜਾਂਦਾ ਕਿ ਦੇਖੋ ਕਾਉਂਸਲ ਔਨ ਫੋਰਨ ਰਿਲੇਸ਼ਨਸ ਉਸ ਦੇ ਵਿੱਚ ਹੋਇਆ। ਸੋ ਇਸ ਕਿਸਮ ਦੇ ਮੌਂਟਰੀਅਲ ਦੇ ਫੋਰਮ ਦੇ ਵਿੱਚ ਇਹਨੂੰ ਜਿਹੜਾ ਸੱਦਿਆ ਗਿਆ ਸੀ, ਕਿਉਂਕਿ ਓਪਨਲੀ ਤਾਂ ਹੁਣ ਇਹ ਜਿਹੜੇ ਨੇ ਐਲਾਨ ਕਰਕੇ ਤਾਂ ਕਿਤੇ ਜਾਣ ਦੀ ਹਿੰਮਤ ਨਹੀਂ ਰੱਖਦੇ ਕਿ ਜੀ ਉੱਥੇ ਫੰਕਸ਼ਨ ਜਾਂ ਇੱਥੇ ਫੰਕਸ਼ਨ, ਉਹ ਵੀ ਚੁੱਪ ਚੁਪੀਤਾ ਹੋਏਗਾ। ਹਾਲਾਂ ਇਹ ਯਤਨ ਕੀਤਾ ਗਿਆ ਸਿੱਖ ਜਥੇਬੰਦੀਆਂ ਵੱਲੋਂ ਫੋਰਨ ਰਿਲੇਸ਼ਨਸ ਕਾਉਂਸਲ ਨੂੰ ਕਿ ਵੀ ਇਹਨੂੰ ਕੈਂਸਲ ਕੀਤਾ ਜਾਏ ਬਾਈ ਦਾ ਟਾਈਮ ਜਦੋਂ ਲੇਟ ਹੋਏਗਾ ਜਾਂ ਉਹਨਾਂ ਨੇ ਆਪਣੀ ਕਾਰਵਾਈ ਪਾਣੀ ਹੈ। ਸੋ ਉਹਦੇ ਜਿਹੜੀ ਉਹਨੇ ਗੱਲ ਕਹੀ, ਇਹ PTI ਨੇ ਇਸ ਨੂੰ ਵੱਡੀ ਖਬਰ ਬਣਾ ਕੇ ਸਾਰੇ ਮੁਲਕ ਦੇ ਵਿੱਚ ਛਾਇਆ ਕੀਤਾ। ਇੰਡੀਅਨ ਐਨਵॉय ਇਨ ਕੈਨੇਡਾ ਵਾਰਨਸ ਆਫ ਬਿਗ ਰੈਡ ਲਾਈਨ on anti-India activities of 6 separatist groups। ਇਸ ਜਿਹੜਾ ਮੌਂਟਰੀਅਲ ਦੀ ਫੋਰਨ ਰਿਲੇਸ਼ਨ ਕਾਉਂਸਲ 'ਚ ਬੋਲਦੇ ਆ, ਇਹਨੇ ਕਿਹਾ ਕਿ ਜੀ ਇੰਡੀਆਜ਼ ਐਨਵॉय ਇਨ ਕੈਨੇਡਾ ਵਾਰਨਸ 6 separatist groups crossing big red line in India-Canada relations, emphasizing national security concern। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਇਹਨੂੰ ਲਾਲ ਖਤਰੇ ਦੀ ਲਾਈਨ ਜਦੋਂ ਕੋਈ ਕ੍ਰਾਸ ਕਰੇਗਾ, ਰਿਲੇਸ਼ਨ ਫਿਰ ਨਾਰਮਲ ਨਹੀਂ ਰਹਿਣਗੇ। ਔਰ ਉਹਨਾਂ ਦੇ ਲਈ ਜਿਹੜੀ ਹੈ ਇਹ ਲਾਲ ਲਾਈਨ ਇਹ ਹੈ ਕਿ ਬਈ ਤੁਸੀਂ ਜੇ ਖਾਲਿਸਤਾਨ ਦਾ ਨਾਅਰਾ ਲਾਉਂਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਇਹ ਭਾਰਤ ਦੀ ਨੈਸ਼ਨਲ ਸਿਕਿਉਰਿਟੀ ਤੇ ਕੰਟਰੀ ਦੀ ਜਿਹੜੀ ਹੈ ਟੈਰੀਟੋਰੀਅਲ ਇੰਟੈਗ੍ਰਿਟੀ ਉਸ ਨੂੰ ਚੈਲੰਜ ਹੈ ਔਰ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹ ਸੰਜੇ ਕੁਮਾਰ ਵਰਮਾ ਨੇ ਇਹ ਗੱਲ ਕਹਿੰਦਿਆਂ ਕਿਹਾ ਕਿ ਵੀ ਇਹ ਜਿਹੜਾ ਜਦੋਂ ਇਸ ਕਿਸਮ ਦਾ ਵਰਤਾਰਾ ਵਾਪਰਿਆ, ਕਿਉਂਕਿ ਇਸ PTI ਦੀ ਖਬਰ ਨੇ ਕਹਿਣ ਦਾ ਯਤਨ ਕੀਤਾ ਹੈ ਕਿ ਜੀ ਵਰਮਾ ਨੇ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ ਉਸ ਨੂੰ ਉਹਨਾਂ ਨੇ ਕਿਹਾ ਕਿ ਲਿੰਕ ਟੂ ਦਾ ਕੇਸ ਟੂ ਡੋਮੈਸਟਿਕ ਕ੍ਰਾਈਮ, ਕਿ ਡੋਮੈਸਟਿਕ ਕ੍ਰਾਈਮ ਹੈ, ਜਿਵੇਂ ਗੈਂਗਸਟਰਾਂ ਦੇ ਨਾਲ ਇਹਨੂੰ ਜੋੜਨ ਦੀ ਲਾਈਨ ਔਰ ਲੋਕਲ ਜਿਵੇਂ ਦਾ ਹੁੰਦਾ। ਔਰ ਨਾਲ ਦੀ ਨਾਲ ਹੁਣ ਉਹ ਖੁਦ ਸਿਰਫ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਕੈਨੇਡਾ 'ਚ, ਉਹਦਾ ਕੋਈ ਰਾਈਟ ਨਹੀਂ ਹੈ ਕਿ ਵੀ ਉਹ ਕੈਨੇਡਾ ਦੇ ਸਿੱਖਾਂ ਨੂੰ ਐਡਰੈਸ ਕਰੇ ਜਿਨ੍ਹਾਂ ਨੂੰ ਉਹ ਫੋਰੇਨਰ ਕਹਿੰਦਾ। ਉਹ ਕਹਿੰਦਾ ਜੀ ਇਹ ਕਿਹੜਾ ਕਿ ਇੰਡੀਆ ਨੇ ਕੋਈ ਡਿਊਲ ਸਿਟੀਜ਼ਨਸ਼ਿਪ ਤਾਂ ਨਹੀਂ ਦਿੱਤੀ ਹੋਈ ਕੈਨੇਡਾ ਦੇ ਲੋਕਾਂ ਨੂੰ ਜਿਹੜੇ ਭਾਰਤੀ ਮੂਲ ਦੇ ਨੇ, ਇਸ ਲਈ ਅਸੀਂ ਉਹਨਾਂ ਨੂੰ ਫੋਰੇਨਰ ਮੰਨਦੇ ਹਾਂ। ਔਰ ਇਹ ਫੋਰੇਨਰਸ ਦੀ ਇੰਟਰਫੇਰੈਂਸ ਜੇ ਉਹ ਕਹਿਣਗੇ ਜੀ ਉਹਨਾਂ ਨੇ ਖਾਲਿਸਤਾਨ ਲੈਣਾ ਹੈ, ਇਹ ਇੰਡੀਆ ਦੀ ਨੈਸ਼ਨਲ ਇੰਟੈਗ੍ਰਿਟੀ ਨੂੰ ਚੈਲੰਜ ਹੈ। ਪਰ ਇਸ ਦੇ ਉਲਟ ਵਰਮਾ ਕੈਨੇਡਾ ਦੇ ਸਿੱਖਾਂ ਨੂੰ ਚੈਲੰਜ ਕਰ ਰਿਹਾ ਔਰ ਇਹ ਇਹਨਾਂ ਦੀ ਰਿਪੋਰਟਿੰਗ ਹੈ। ਮਿਸਟਰ ਵਰਮਾ ਆਲਸੋ ਵਾਰਨਡ that Sikh groups in Canada who call for the separation of their homeland from India are crossing a big red line that New Delhi sees as a matter of national security। ਹੁਣ ਇਹ ਸਿੱਖਾਂ ਨੂੰ ਕਿਹਾ ਕਿ ਤੁਸੀਂ ਰੈਡ ਲਾਈਨ, ਉਹਦਾ ਕੋਈ ਹੱਕ ਨਹੀਂ ਹੈ। ਠੀਕ ਹੈ ਫੋਰਨਰ ਨੇ, ਠੀਕ ਹੈ ਫੋਰਨਰ ਹੋਣਾ ਇਸ ਦੇ ਫਖਰ ਹੈ, ਕੋਈ
ਤੁਹਾਡੀ ਥਰਡ ਕਲਾਸ ਜਿਹੜੀ ਹੈ ਰੈਚਡ ਤੁਹਾਡੀ ਜਿਹੜੀ ਹੈ ਸੋ ਕਾਲਡ ਜਮਹੂਰੀਅਤ, ਉਸ ਨਾਲ ਕਿਸੇ ਨੂੰ ਕੈਨੇਡੀਅਨ ਜਾਂ ਅਮਰੀਕਨ ਸਿੱਖ ਜਾਂ ਬ੍ਰਿਟਿਸ਼ ਸਿੱਖ ਨੂੰ ਕੋਈ ਫਰਕ ਨਹੀਂ ਹੈ। ਔਰ ਉਹਦੇ ਚੋਂ ਇਹ ਕਹਿ ਰਿਹਾ ਇੰਡੀਅਨਸ ਵਿਲ ਡਿਸਾਈਡ ਦਾ ਫੇਟ ਆਫ ਇੰਡੀਆ not the foreigners। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਜਦੋਂ ਤੁਸੀਂ ਸ੍ਰੀਲੰਕਾ ਦੀ ਗਵਰਨਮੈਂਟ ਦੇ ਨਾਲ ਤਾਮਿਲ ਹਿੰਦੂਆਂ ਦਾ ਇਸ਼ੂ ਚੁੱਕਦੇ ਹੋ ਕਿ ਜੀ ਜਾਫਨਾ ਔਰ ਉਸ ਖਿੱਤੇ ਦੇ ਵਿੱਚ ਤਾਮਿਲਾਂ ਨੂੰ ਆਟੋਨਮੀ ਦਿੱਤੀ ਜਾਏ, ਉਦੋਂ ਤੁਹਾਨੂੰ ਭੁੱਲ ਜਾਂਦਾ ਕਿ ਵੀ ਉਹ ਸ੍ਰੀਲੰਕਾ ਦੇ ਸਿਟੀਜ਼ਨ ਨੇ ਔਰ ਤੁਹਾਡਾ ਕੀ ਹੱਕ ਬਣਦਾ ਹੈ ਕਿ ਤੁਸੀਂ ਨੇਪਾਲ ਜਿਹੜਾ ਉਸ ਸ੍ਰੀਲੰਕਾ ਦੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕਿ ਉਹਨਾਂ ਨੂੰ ਇਸੇ ਤਰ੍ਹਾਂ ਨੇਪਾਲ ਹੁਣ ਨੇਪਾਲ ਦੇ ਵਿੱਚ ਕਿਵੇਂ ਇਹਨਾਂ ਨੇ ਉਹਨਾਂ ਦੀ ਕਨਸਟੀਟਿਊਸ਼ਨਲ ਅਮੈਂਡਮੈਂਟਸ ਇੰਟਰਫੀਅਰੈਂਸ ਕੀਤੀ, ਕਿਵੇਂ ਨੇਪਾਲ ਦੀ ਬਲੌਕੇਡ ਕੀਤੀ ਕਿ ਜੀ ਜਿਹੜੀ ਮੇਧਵੀ ਰੀਜਨ ਹੈ, ਜਿਹੜੇ ਬਿਹਾਰ ਦੇ ਕੁਝ ਜ਼ਿਲ੍ਹੇ ਲੱਗਦੇ ਨੇ ਨੇਪਾਲ ਨਾਲ, ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਨੇ ਔਰ ਫਲਾਣਾ। ਉਦੋਂ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਜਿਹੜਾ ਦੂਸਰੇ ਮੁਲਕ ਦੇ ਮਾਮਲਿਆਂ 'ਚ। ਇੱਥੇ ਤਾਂ ਕੈਨੇਡਾ ਦੀ ਹਕੂਮਤ ਨੇ ਕੋਈ ਵੀ ਸਟਾਂਸ ਕੋਈ ਸਿੱਖਾਂ ਦੇ ਹੱਕ 'ਚ ਜਾਂ ਪੰਜਾਬ ਦੇ ਹੱਕ 'ਚ ਨਹੀਂ ਲਿਆ ਹੋਇਆ। ਉਹਨਾਂ ਨੇ ਤਾਂ ਆਪਣੇ ਕੈਨੇਡੀਅਨ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦੀ ਲਾਈਨ ਥੱਲੇ ਕੈਨੇਡੀਅਨ ਲਾਅ ਔਰ ਜਿਹੜਾ ਚਾਰਟਰ ਆਫ ਰਾਈਟ ਫਰੀडम ਆਫ ਐਕਸਪ੍ਰੈਸ਼ਨ ਦਿੰਦਾ ਹੈ ਉਸ ਨੂੰ ਇੰਪਲੀਮੈਂਟ ਕਰ ਰਹੇ ਨੇ। ਫਿਰ ਇਹ ਇੱਥੋਂ ਹੀ ਨਹੀਂ ਰੁਕਿਆ ਔਰ ਇਹ ਕਹਿ ਰਿਹਾ ਕਿ ਜੀ ਸਾਡੇ ਸਬੰਧ ਬੜੇ ਨਾਰਮਲ ਨੇ ਕੈਨੇਡਾ ਨਾਲ ਇਨ ਸਪਾਈਟ ਆਫ ਅ ਲੋਟ ਆਫ ਨੋਇਜ਼, ਕਿ ਐਵੇਂ ਜੋ ਚੱਲ ਰਿਹਾ ਹੈ ਸ਼ੋਰ ਸ਼ਰਾਬਾ ਹੈ, ਅਸੀਂ ਤਾਂ ਬਹੁਤ ਜਿਹੜਾ ਹੈ ਉਹ ਕੈਨੇਡਾ ਨੂੰ ਪ੍ਰੋਬਲਮ ਕਹਿੰਦਾ ਕੈਨੇਡਾ 'ਚ ਹੈ ਕਿਉਂਕਿ ਜਿਹੜੀਆਂ ਨੇ ਨੈਗੇਟਿਵ ਡਿਵੈਲਪਮੈਂਟਸ ਨੇ ਦੈਟ ਹੈਜ਼ ਟੂ ਡੂ ਵਿਦ ਕੈਨੇਡਾਜ਼ ਮਿਸਅੰਡਰਸਟੈਂਡਿੰਗ ਆਫ ਡੈਕੇਡਸ ਓਲਡ ਇਸ਼ੂ which he blames Canadians of Indian origin for resurfacing। ਉਹਨੇ ਕਿਹਾ ਜੀ ਕੈਨੇਡਾ ਸਰਕਾਰ ਨੂੰ ਇੰਡੀਆ ਦੇ ਬਾਰੇ ਮਿਸਅੰਡਰਸਟੈਂਡਿੰਗ ਹੈ ਔਰ ਇੱਥੇ ਜਿਹੜੇ ਸਿੱਖ ਬੈਠੇ ਨੇ ਇਹ ਖਾਮਖਾ ਇਸ ਇਸ਼ੂ ਨੂੰ ਰੇਕ ਕਰਦੇ ਨੇ ਔਰ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿਕਿਉਰਿਟੀ ਥ੍ਰੈਟ ਜਿਹੜੇ ਨੇ ਸਾਡੇ ਨੇਸ਼ਨ ਨੂੰ ਕੈਨੇਡਾ ਤੋਂ ਆਣ। ਔਰ ਇਸ ਦੇ ਉੱਤੇ ਉਹ ਇੱਥੋਂ ਤੱਕ ਗਿਆ ਕਹਿਣ ਫੋਰਨਰਸ ਹੈਵਿੰਗ ਇਫ ਆਈ ਕੈਨ ਕਾਲ ਇਟ ਐਨ ਈਵਲ ਆਈ on the territorial integrity of India, that is a big red line for us। evil eye ਕਿ ਜੀ ਇਹ ਜਿਹੜੇ ਫੋਰਨਰ ਨੇ ਇੱਥੇ ਬੈਠੇ ਉਹਨਾਂ ਦੀ ਬੜੀ ਮਾੜੀ ਅੱਖ ਹੈ, ਉਹਨਾਂ ਦੀ ਜਿਹੜੀ ਹੈ ਉਹ ਖੋਟੀ ਅੱਖ ਹੈ ਭਾਰਤ ਦੇ ਉੱਤੇ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲੀ ਗੱਲ ਕੈਨੇਡਾ ਦੇ ਸਿੱਖ ਆਪਣਾ ਰਾਈਟ ਐਕਸਪ੍ਰੈਸ਼ਨ ਦਾ ਜੋ ਚਾਰਟਰ ਆਫ ਰਾਈਟਸ ਹੈ ਉਹਨੂੰ ਐਕਸਪ੍ਰੈਸ ਕਰਦੇ ਨੇ। ਕਿਸੇ ਸਿੱਖ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਕੋਈ ਇਸ ਕਿਸਮ ਦਾ ਕੰਮ ਨਹੀਂ ਕੀਤਾ ਜਿਹੜਾ ਕਿ ਕੈਨੇਡੀਅਨ ਲਾਅ ਦੀ ਵਾਇਓਲੇਸ਼ਨ ਹੋਏ। 에ਅਰ ਕੈਨੇਡਾ ਵੀ ਇਹਨਾਂ ਦੀ ਆਪਣੀ ਕਰਤੂਤ ਔਰ ਅਲਟੀਮੇਟਲੀ ਜੇ ਕੈਨੇਡਾ ਦਾ ਸਟਾਂਸ ਇੰਡੀਆ ਨੂੰ ਐਕਸਪੋਜ਼ ਕਰਨ ਦਾ ਜਿਵੇਂ ਲਿਆ ਹੋਇਆ ਜਸਟਿਨ ਟਰੂਡੋ ਗਵਰਨਮੈਂਟ ਨੇ, ਸਕਸੈਸਿਵ ਗਵਰਨਮੈਂਟਸ ਨੇ ਵੀ ਇਹ ਲਿਆ, ਭਾਵੇਂ ਇੱਕ ਲੰਬਾ ਸ਼ਾਟ ਹੈ, ਤੇ 에ਅਰ ਇੰਡੀਆ ਵਾਲਾ ਵੀ ਐਕਸਪੋਜ਼ ਹੋਏਗਾ। ਔਰ ਹੁਣ ਮੈਨੂੰ ਜਿਹੜਾ ਇੱਕ ਫੀਅਰ ਹੈ ਕਿ ਰਿਪੀਟਡਲੀ ਜਦੋਂ ਇਹ ਗੱਲ ਕਰਦੇ ਨੇ ਖੁਦ ਕਿਲਰ ਨੇ, ਖੁਦ ਉਹਨਾਂ ਨੇ ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਟੈਰਰਿਜ਼ਮ ਦਾ ਐਕਟ ਕੀਤਾ ਹੈ, ਉਸ ਹੱਦ ਤੱਕ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਕੈਟਾਗਰੀ 'ਚ ਆਉਂਦੇ ਨੇ। ਪਰ ਜਿਹੜਾ ਇਹ ਰਿਪੀਟਡਲੀ ਕੈਨੇਡਾ ਨੂੰ ਇਹ ਕਹਿ ਰਹੇ ਨੇ ਕਿ ਜੀ ਸਾਡੇ ਡਿਪਲੋਮੈਟਸ ਨੂੰ ਖਤਰਾ ਹੈ, ਉਹਨਾਂ ਦੀ ਜਿਹੜੀ ਹੈ ਉਹ ਫ੍ਰੀਲੀ ਕੰਮ ਨਹੀਂ ਕਰ ਪਾ ਰਹੇ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਹੱਦ ਤੱਕ ਹੁਣ ਇੰਡੀਆ ਐਕਸਪੋਜ਼ ਹੈ, ਆਉਣ ਵਾਲੇ ਪੀਰੀਅਡ 'ਚ ਕੋਈ ਨਾ ਕੋਈ ਇਸ ਕਿਸਮ ਦਾ ਹਮਲਾ ਇਹ ਆਪਣੇ ਪਹਾੜੇ ਦੇ ਏਜੰਟ ਨੇ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ FBI ਨੇ ਕਿਵੇਂ ਉਹਨਾਂ ਦੇ ਸੈਕਰਾਮੈਂਟੋ ਸਟੇਸ਼ਨ ਨੇ ਇਹ ਜਿਹੜੇ 34 ਕਾਉਂਟੀਜ਼ ਨੂੰ ਡੀਲ ਕਰਦੇ ਨੇ, ਉਹਨਾਂ ਨੇ ਕਿੰਨਾ ਵੱਡੀ ਪ੍ਰੈਸ ਰਿਲੀਜ਼ ਇਸ ਦੇ ਉੱਤੇ ਕੱਢੀ ਕਿ ਕਿੰਨਾ ਵੱਡਾ ਖਤਰਾ ਹੈ, ਕਿਸ ਲੈਵਲ ਦੀ ਫਰੌਤੀ ਔਰ ਕੀ ਕੁਝ ਚੱਲ ਰਿਹਾ ਹੈ। ਔਰ ਕੈਨੇਡਾ 'ਚ ਤਾਂ ਇਸ ਤੋਂ ਵੀ ਵੱਡਾ ਨੈਟਵਰਕ, ਬ੍ਰਿਟਿਸ਼ ਕੋਲੰਬੀਆ 'ਚ ਤਾਂ ਪਹਿਲਾਂ ਤੋਂ ਹੀ ਜਦੋਂ ਈਵਨ ਇਹ ਨਹੀਂ ਵੀ ਸ਼ੁਰੂ ਹੋਇਆ ਸੀ ਬਹੁਤ ਸਾਰਾ, ਉੱਥੇ ਗੈਂਗਸਟਰਸ ਦੀ ਆਮਦ, ਕਿਉਂਕਿ ਅਮਰੀਕਾ ਵੱਡੀ ਮਾਰਕੀਟ ਹੈ ਜਿਹੜੀ ਦੁਨੀਆ ਦੇ ਵਿੱਚ ਡਰੱਗਸ ਪੈਦਾ ਹੁੰਦੀਆਂ ਨੇ, ਉਹ ਕੋਲੰਬੀਆ ਹੋਏ ਜਾਂ ਅਫਗਾਨਿਸਤਾਨ ਹੋਏ, 50% ਜਿਹੜੀ ਉਹਦੀ ਕੰਜ਼ੰਪਸ਼ਨ ਹੈ ਉਹ ਅਮਰੀਕਾ 'ਚ ਹੈ। ਔਰ ਮੈਕਸੀਕੋ ਤੋਂ ਇਲਾਵਾ ਕੈਨੇਡਾ ਇੱਕ ਸੋਰਸ ਹੈ। ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਤਨਾਮੀ ਗੈਂਗ, ਚੀਨੀ ਗੈਂਗਸ, ਪੰਜਾਬੀ ਮੁੰਡਿਆਂ ਦੀਆਂ ਗੈਂਗਸ, ਕਿਉਂਕਿ ਡਰੱਗਸ ਦੇ ਨਾਲ ਬਿਗ ਮਨੀ ਇਨਵੋਲਵ ਹੈ। ਲੇਕਿਨ ਇਹ ਜਿਹੜਾ ਨਵਾਂ ਫਿਰੌਤੀ ਵਾਲਾ ਕੰਮ, ਉਹ ਸਾਰੇ ਦੇ ਵਿੱਚ ਕੋਈ ਇਸ ਕਿਸਮ ਦਾ ਫਿਰੌਤੀ ਵਾਲਾ, ਔਰ ਉਹ ਵੀ ਸਿੱਖ ਬਿਜ਼ਨਸਮੈਨ, ਸਮਾਲ, ਕੋਈ ਸਟੋਰਾਂ ਵਾਲੇ, ਕੋਈ ਬਿਜ਼ਨਸ ਵਾਲੇ, ਕੋਈ ਟਰਾਂਸਪੋਰਟ ਵਾਲੇ, ਉਹਨਾਂ ਨੂੰ ਟਾਰਗੇਟ ਕਰਨਾ, ਇਹ ਸਾਰੇ ਨੂੰ
ਅਮਿਤ ਸ਼ਾਹ ਐਂਡ ਕੰਪਨੀ ਉੱਥੇ ਬੈਠ ਕੇ ਇਹਨਾਂ ਦਾ ਅਜੀਤ ਡੋਵਲ ਦਾ ਡਰਟੀ ਨੈਟਵਰਕ ਜਿਹੜਾ ਨੈਸਟ ਆਫ ਸਪਾਈਜ਼ ਉਹ ਰਨ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਜਦੋਂ ਬਾਰ-ਬਾਰ ਕਹਿ ਰਹੇ ਨੇ ਕਿ ਜੀ ਸਾਡੇ ਡਿਪਲੋਮੈਟਾਂ ਨੂੰ ਖਤਰਾ, ਔਰ ਇਸ 'ਚ ਵੀ ਮੌਂਟਰੀਆਲ ਦੇ ਇਸ ਐਡਰੈਸ ਵੀ ਇਹਨਾਂ ਨੇ ਕਿਹਾ we continue to remain concerned about the security of our diplomatic representatives in Canada and expect the government of Canada to ensure that they are able to carry out their responsibilities without fear। ਕਿਨੇ ਕਿਸੇ ਡਿਪਲੋਮੈਟ ਦੇ ਸਿਰ 'ਚ ਡੰਡਾ ਮਾਰਿਆ ਜਾਂ ਉਹਨੂੰ ਦਫ਼ਤਰ ਜਾਣ ਤੋਂ ਰੋਕਿਆ ਜਾਂ ਕੋਈ ਹੋਰ ਕੀ, ਪਰ ਇਹ ਜਦੋਂ ਰਿਪੀਟਡਲੀ ਕਹਿ ਰਹੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਵੀ ਇਹ ਇਸ ਕਿਸਮ ਦੀ ਕੋਈ ਕਰਤੂਤ ਕਰ ਸਕਦੇ ਨੇ, ਕਿਉਂਕਿ ਰਿਪੀਟਡਲੀ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ we again call upon government of Canada to stop providing criminal and secessionist elements a safe haven and political space in Canada। ਇਹ ਗੱਲ ਇਹਨੇ ਵੀ ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਜੈਸਵਾਲ ਨੇ ਵੀ ਦਿੱਲੀ ਦੇ ਵਿੱਚ ਕਹੀ। ਔਰ ਇਸ ਸਾਰੇ ਦੇ ਚੱਲਦੇ ਨਾਲ ਦੀ ਨਾਲ ਇਹ ਬੋਸਟ ਵੀ ਕਰ ਰਹੇ ਨੇ ਕਿ ਜੀ ਅਸੀਂ ਕੈਨੇਡਾ ਦੇ ਨਾਲ ਸਾਡਾ ਵਪਾਰ 'ਚ ਵੀ ਵਾਧਾ ਹੋ ਰਿਹਾ ਹੈ, ਅਸੀਂ ਕੈਨੇਡਾ ਦੀਆਂ ਦਾਲਾਂ ਖਾ ਰਹੇ ਹਾਂ, ਇੰਨੇ % ਵੱਧ ਗਈਆਂ, ਇੰਨੇ % ਜਿਹੜੀਆਂ ਨੇ ਜਿਹੜੀਆਂ 21% ਇਨਕਰੀਜ਼, ਕਿਉਂਕਿ ਇੰਡੀਆ ਜਿਹੜਾ ਹੈ ਉਹ ਮੈਡੀਸਨ ਸਪਲਾਈ ਦੇ ਜਾਲੀ ਦਵਾਈਆਂ ਉਹ ਅਮਰੀਕਾ 'ਚ ਵੀ ਜਿਹੜੀਆਂ ਨੇ ਔਰ ਕੈਨੇਡਾ 'ਚ ਵੀ ਔਰ ਪਾਕਿਸਤਾਨ ਔਰ ਇਹ ਸਾਰੇ 'ਚ ਤਾਂ ਇਹਨਾਂ ਦਾ ਹੈ ਹੀ ਹੈ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਇਹਨਾਂ ਨੂੰ ਸੰਬੋਧਨ ਕਰਦੇ ਹਾਂ। ਠੀਕ ਕਿਹਾ ਫਾਰਮ ਮਿਨਿਸਟਰ ਬੀਬੀ ਮੈਲਨੀ ਨੇ ਕਿ ਬਈ ਅਸੀਂ ਉਸ ਸਟੈਂਡ ਦੇ ਉੱਤੇ ਖੜੇ ਆਂ ਵੀ ਤੁਹਾਡੇ ਏਜੰਟਸ ਨੇ ਮਾਰਿਆ। ਸੋ ਇਹ ਮਿਸਟਰ ਵਰਮਾ ਹੋਏ, ਸ਼ਰਮਾ ਹੋਏ ਕਿ ਬੇਸ਼ਰਮਾ ਹੋਏ ਕਿ ਬੇਵਰਮਾ ਹੋਏ, ਇਹਨਾਂ ਨੂੰ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਲਰੇਡੀ ਰੈੱਡ ਲਾਈਨ ਹੀ ਨਹੀਂ ਕ੍ਰਾਸ ਕੀਤੀ, ਤੁਸੀਂ ਇੰਟਰਨੈਸ਼ਨਲ ਲਾ ਫਲਾਊਟ ਕੀਤਾ ਹੈ, ਤੁਸੀਂ UN ਚਾਰਟਰ ਫਲਾਊਟ ਕੀਤਾ ਹੈ, ਤੁਸੀਂ ਬਾਹਰਲੇ ਜਿਹੜੇ ਸਿੱਖ ਨੇ ਉਹਨਾਂ ਦੀ ਲਾਈਫ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਜਿਹੜਾ ਉਸੇ ਕਿਸਮ ਦੇ ਟੈਰਰ ਦਾ ਸ਼ਿਕਾਰ ਬਣਾਇਆ। ਔਰ ਇਹ ਫਰੋਤੀਆਂ ਰਾਹੀਂ ਤੁਸੀਂ ਈਵਨ ਜਿਹੜੀ ਪੀਸਫੁਲੀ ਇੱਥੇ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਧਨ ਵੀ ਲੁੱਟ ਰਹੇ ਔਰ ਉਹਨਾਂ 'ਚ ਖੌਫ ਵੀ ਪੈਦਾ ਕਰ ਰਹੇ ਹੋ, ਔਰ ਤੁਹਾਡੀ ਜਵਾਬਦੇਹੀ ਜ਼ਰੂਰ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੋਬਿੰਦ ਸਿੰਘ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 11 ਮਈ 2024 ਦਿਨ ਸ਼ਨੀਵਾਰ ਨੂੰ ਸ਼ੋਵੇਅਰ ਸੈਂਟਰ ਕੈਂਟ, ਵਾਸ਼ਿੰਗਟਨ ਵਿਖੇ ਕੱਢਿਆ ਜਾ ਰਿਹਾ ਹੈ। ਸ਼ੋਵੇਅਰ ਸੈਂਟਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ ਅਤੇ ਦੁਪਹਿਰ 2 ਵਜੇ ਨਗਰ ਕੀਰਤਨ ਕੱਢਿਆ ਜਾਵੇਗਾ। ਭਾਈ ਪਿੰਦਰਪਾਲ ਸਿੰਘ ਜੀ 9 ਅਤੇ 10 ਮਈ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾਉਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ 11 ਅਤੇ 12 ਮਈ ਨੂੰ ਨਗਰ ਕੀਰਤਨ ਵਿੱਚ ਅਤੇ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਰੈਂਟਨ, ਵਾਸ਼ਿੰਗਟਨ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੇ ਯੋਗਦਾਨ ਲਈ ਵਚਨਬੱਧਤਾ ਦੁਹਰਾਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜ਼ਿੰਮੇਵਾਰ 3 ਦੋਸ਼ੀਆਂ ਨੂੰ ਕੈਨੇਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅੱਜ ਹੀ ਕੈਨੇਡਾ ਦੇ ਪ੍ਰਮੁੱਖ ਚੈਨਲ CBC ਨੇ ਇੱਕ ਸਟੋਰੀ ਕੀਤੀ ਹੈ ਜਿਸ ਅਨੁਸਾਰ ਇਹਨਾਂ 3 ਦੋਸ਼ੀਆਂ ਦਾ ਸਬੰਧ ਬਿਸ਼ਨੋਈ ਗੈਂਗ ਨਾਲ ਹੋ ਸਕਦਾ ਹੈ। ਸੋ ਇਸ ਬਿਸ਼ਨੋਈ ਗੈਂਗ ਨੂੰ ਭਾਰਤ ਦੀ ਹਿੰਦੂਤਵੀ ਸਰਕਾਰ ਦੀ ਸਰਪ੍ਰਸਤੀ ਹਾਸਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿਹੜਾ ਪ੍ਰਮੁੱਖ ਚਰਚਾ ਦੇ ਵਿੱਚ ਹੈ, ਖਾਸ ਤੌਰ ਤੇ ਪਿਛਲੇ ਦਿਨਾਂ 'ਚ ਜਦੋਂ RCMP ਨੇ 3 ਪ੍ਰਮੁੱਖ ਦੋਸ਼ੀ ਕਰਨ ਬਰਾੜ, ਕਰਨਪ੍ਰੀਤ ਔਰ ਕਮਲਪ੍ਰੀਤ, ਉਹਨਾਂ ਦੀ ਐਡਮਿੰਟਨ ਤੋਂ ਗ੍ਰਿਫਤਾਰੀ ਕੀਤੀ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਜੀ, ਔਰ ਉਹਨਾਂ ਦੀ ਪਹਿਲੀ ਪੇਸ਼ੀ ਸਰੀ ਦੇ ਕੋਰਟ ਰੂਮ 'ਚ ਹੋਈ, ਫਿਜ਼ੀਕਲੀ ਨਹੀਂ, ਥਰੂ ਵੀਡੀਓ। ਪਰ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਨੌਜਵਾਨ ਝੰਡਿਆਂ ਔਰ ਨਾਰਿਆਂ ਦੇ ਨਾਲ ਕੋਰਟ ਰੂਮ ਦੇ ਬਾਹਰ ਵੀ ਸੀ ਔਰ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਇਆ। ਔਰ 21 ਮਈ ਨੂੰ 2 ਜਿਹੜੇ ਨੇ ਉਹਨਾਂ ਦੀ ਦੁਬਾਰਾ ਪੇਸ਼ੀ ਹੋਏਗੀ ਔਰ ਜੱਜ ਡੈਲਾ ਰਾਮ ਜਹਾਨੀ ਇਹ ਜਿਹੜੇ ਨੇ ਉਸ ਦੀ ਹੀਅਰਿੰਗ ਕਰ ਰਹੇ ਨੇ ਸਾਰੇ ਕੇਸ ਦੀ। ਇਸ ਕਈ ਮੋੜ ਹੋਣਗੇ, ਕਈ ਸਬੂਤ ਸਾਹਮਣੇ ਆਣਗੇ ਔਰ ਹੌਲੀ ਹੌਲੀ ਫਿਰ ਵਿਰੋਧੀ ਲਾਈਨ ਵੀ, ਕਿਉਂਕਿ ਡਿਫੈਂਸ ਅਟਾਰਨੀ ਵੀ ਜਿਹੜੇ ਭਾਰਤ ਸਰਕਾਰ ਨੇ ਜਿਸ ਕਿਸਮ ਦਾ ਕੀਤਾ, ਜਿਵੇਂ ਅਸੀਂ ਦੇਖਦੇ ਹਾਂ ਕਿ ਨਿਖਿਲ ਗੁਪਤਾ ਦੇ ਕੇਸ ਕਿੰਨੀ ਵੱਡੀ ਲਾ ਫਰਮ ਉੱਥੇ ਖੜੀ ਕੀਤੀ ਹੋਈ ਹੈ। ਸੋ ਇੱਥੇ ਵੀ ਓਪਨਲੀ ਤਾਂ ਸ਼ਾਇਦ ਨਾ, ਪਰ ਹੀਡੀਅਸਲੀ ਉਹਨਾਂ ਦੇ, ਕਿਉਂਕਿ ਜਿਹੜੇ ਤਿੰਨੋਂ ਹੀ ਨੇ, ਇਹਨਾਂ ਦੇ ਕੁਝ ਰਿਸ਼ਤੇਦਾਰਾਂ ਦਾ ਵੀ ਅਤਾ ਪਤਾ ਸਾਹਮਣੇ ਆਇਆ ਹੈ। ਇੱਕ ਤਾਂ ਆਪਣੀ ਭੈਣ ਔਰ ਜੀਜੇ ਦੇ ਕੋਲ ਜਿਹੜੀ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ, ਉੱਥੇ ਐਡਮਿੰਟਨ ਦੇ ਵਿੱਚ ਸੀ, ਉਹਨਾਂ ਦੇ ਬਾਈਕਾਟ ਦੀ ਲਾਈਨ ਵੀ ਔਰ ਦੂਸਰੀ ਵੀ ਚੱਲ ਰਹੀ ਹੈ। ਔਰ ਜਿਹੜਾ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਪਿੰਡਾਂ 'ਚ ਜਿੱਥੇ ਨੇ ਜਿਹੜੇ ਪਰਿਵਾਰਾਂ 'ਚ ਉਹ ਆਏ, ਉੱਥੇ ਲਾਂਤਾਂ ਪੈ ਰਹੀਆਂ ਨੇ। ਸੋ ਉਹ ਇੱਕ ਵੱਖਰਾ ਵਿਸ਼ਾ, ਲੇਕਿਨ ਇਹ ਇੱਕ ਹਰ ਇੱਕ ਦੇ ਜਿਹੜਾ ਜ਼ਿਹਨ ਦੇ ਵਿੱਚ ਇਹ ਸਵਾਲ ਹੈ ਕਿ ਵੀ ਕਿਤੇ ਇਸ ਸਾਰੇ ਕੇਸ ਨੂੰ ਅਗੇਨ ਇੱਕ ਗੈਂਗਸਟਰਸ ਦੀ ਆਪਸੀ ਖਹਿਬਾਜ਼ੀ ਜਾਂ ਉਸ ਦੇ ਨਾਲ ਜੋੜ ਕੇ ਹੀ ਤਾਂ ਖਤਮ ਨਹੀਂ ਕਰ ਦਿੱਤਾ ਜਾਏਗਾ, ਜਾਂ ਦੂਸਰਾ ਫੀਅਰ ਜਿਹੜਾ ਹਰ ਇੱਕ ਨੂੰ ਇਹ ਹੁੰਦਾ ਹੈ ਕਿ ਵੀ ਅਲਟੀਮੇਟਲੀ ਜਦੋਂ ਜੁਡੀਸ਼ੀਅਲ ਸਿਸਟਮ ਦੇ ਕੋਲ ਜਾਂਦਾ ਹੈ ਤੇ ਜੇ ਕਨਵਿੰਸਿੰਗ ਐਵੀਡੈਂਸ ਨਾ ਹੋਏ ਤੇ ਐਵੀਡੈਂਸ ਦੀ ਘਾਟ ਦੇ ਵਿੱਚ ਭਾਵੇਂ ਪੁਆਇੰਟਿੰਗ ਰੈਫਰੈਂਸਿਸ ਜਾਂ ਸਬੂਤ ਇੱਕ ਪਾਸੇ ਹੋਣ ਕੇਸ ਦੇ, ਕਿਉਂਕਿ ਇੱਥੇ ਜਿਹੜੀ, ਕਿਉਂਕਿ ਕੈਨੇਡਾ 'ਚ ਵੈਸੇ ਤਾਂ ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ ਹੈ, ਲੇਕਿਨ ਤੁਸੀਂ ਜਿਹੜੇ ਚਾਰजेस ਉਹਨਾਂ ਤੇ ਮਰਡਰ ਚਾਰजेस ਲੱਗੇ ਨੇ ਉਹਨੂੰ ਸਾਬਤ ਕਰਨ ਦੇ ਲਈ ਵੀ ਬਹੁਤ ਕੰਕਰੀਟ ਐਵੀਡੈਂਸ ਦੀ ਲੋੜ ਹੈ। ਔਰ ਇਸ ਸਾਰੇ ਦੇ ਬਿਹਾਈਂਡ ਕੌਣ ਹੈ, ਸਾਨੂੰ ਤਾਂ ਕੋਈ ਭੁਲੇਖਾ ਨਹੀਂ। ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਸਿੱਖ ਥਿੰਕਰ ਨੇ ਜਾਂ ਜਿਹੜੇ ਥੋੜੇ ਬਹੁਤ ਵੀ ਸਮਝ ਰੱਖਦੇ ਨੇ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਉਹਨਾਂ ਨੇ ਗੈਂਗਸਟਰਸ ਨੂੰ ਵਰਤਿਆ ਕਿ ਗੋਲਡੀ ਬਰਾੜ ਗੈਂਗ ਹੈ ਕਿ ਬਿਸ਼ਨੋਈ ਗੈਂਗ ਹੈ ਕਿ ਕੋਈ ਹੋਰ ਗੁਮਨਾਮ ਗੈਂਗ ਹੈ, ਕੰਮ ਇਹਨਾਂ ਦਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਈਵਨ ਕੈਨੇਡੀਅਨ ਮੀਡੀਆ, ਖਾਸ ਤੌਰ ਤੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ CBC, ਜਿਹਦੀ ਬਹੁਤ ਇਨਵੈਸਟੀਗੇਟਿਵ ਰਿਪੋਰਟਿੰਗ ਇਸ ਦੇ ਉੱਤੇ ਆਈ ਸੀ ਕਿ ਵੀ ਇਹ ਕਿਵੇਂ ਇਹ ਕੰਸਪੀਰੇਸੀ ਔਰ ਡਰਟੀ ਕੰਟਰੈਕਟ ਟੂ ਕਿਲ ਇਸ ਦੇ ਥੱਲੇ, ਜਿਹਨੂੰ ਇੰਡੀਆ ਨੇ ਆਪਣੇ ਸੋਸ਼ਲ ਪਲੇਟਫਾਰਮਸ ਤੋਂ ਹਟਵਾ ਦਿੱਤਾ ਸੀ। ਅੱਜ ਵੀ ਇੱਕ ਲੰਬੀ ਚੌੜੀ ਸਟੋਰੀ ਜਿਹੜੀ ਕਿ ਸਟੂਡੀਓ ਦੇ ਅੰਦਰ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਮੇਰੇ ਸਾਹਮਣੇ ਆਈ, ਕਿਉਂਕਿ ਮੈਂ ਸਮਝਦਾ ਵੀ ਇਸ ਵੇਲੇ ਇਸ ਕੇਸ 'ਚ ਬਹੁਤੀ ਦਿਲਚਸਪੀ ਹੈ।
ਟੌਪਿਕ ਸਾਡੇ ਕੋਲ ਅਸੀਂ ਹੋਰ ਵੀ ਕੱਢੇ ਹੋਏ ਸੀ, ਲੇਕਿਨ ਅਸੀਂ ਇਸ ਨੂੰ ਪ੍ਰਾਇੋਰਟੀ ਦਿੰਦੇ ਹਾਂ। ਔਰ ਇਹ ਸਟੋਰੀ ਦੇ ਵਿੱਚ ਉਹਦੀ ਹੈਡਲਾਈਨ ਹੀ ਆਪਣੇ ਆਪ ਦੇ ਵਿੱਚ ਕੁਐਸਚਨ ਮਾਰਕ ਲਾ ਕੇ ਹੈ, ਕਿਉਂਕਿ ਜਦੋਂ ਤੱਕ ਕਨਵਿਕਸ਼ਨ ਨਹੀਂ ਹੁੰਦੀ ਉਦੋਂ ਤੱਕ ਕੁਐਸਚਨ ਮਾਰਕ ਹੀ ਰਹੇਗਾ। ਔਰ ਕੁਐਸਚਨ ਮਾਰਕ ਹੈ, what is the Bishnoi gang and how could it be linked to Hardeep Singh Nijjar's killing? Question mark. Canadian police say the Bishnoi gang is one of several from India to set up shop in Canada. ਹੁਣ ਇਹਨੇ ਕਹਿ ਵੀ ਦਿੱਤਾ ਸਟੋਰੀ ਨੇ, ਭਾਵੇਂ ਕੁਐਸਚਨ ਮਾਰਕ ਲਾ ਕੇ ਕਿਹਾ ਕਿ ਭਾਈ ਇਹ ਕੰਮ ਬਿਸ਼ਨੋਈ ਗੈਂਗ ਦਾ ਹੈ, ਔਰ ਇਹ ਬਿਸ਼ਨੋਈ ਗੈਂਗ ਕਿਵੇਂ ਲਿੰਕਡ ਹੈ ਹਰਦੀਪ ਸਿੰਘ ਨਿੱਜਰ ਦੇ ਨਾਲ, ਉਹ ਥੋੜਾ ਇਹਦੇ ਵੇਰਵੇ 'ਚ ਹੈ। ਔਰ ਜਦੋਂ ਤੱਕ ਇਹ ਡੀਟੇਲਡ ਸਟੋਰੀ ਕਨਕਲੂਡ ਹੁੰਦੀ ਹੈ, ਉਹ ਇਹ ਦੱਸ ਦਿੰਦੇ ਨੇ ਕਿ ਬਿਸ਼ਨੋਈ ਗੈਂਗ, ਬਿਸ਼ਨੋਈ ਜਿਹੜਾ 10 ਸਾਲ ਤੋਂ ਜੇਲ੍ਹ 'ਚ ਹੈ ਔਰ ਜਿਹੜਾ ਹਿੰਦੂਤਵਾ ਦਾ ਸਮਰਥਕ ਹੀ ਨਹੀਂ, ਉਹ ਆਪਣਾ ਜਦੋਂ ਕਿਸੇ ਨੂੰ ਚਿੱਠੀ ਵੀ ਫਰੋਤੀ ਦੀ ਪਾਉਂਦਾ ਤੇ ਜੈ ਸ਼੍ਰੀ ਰਾਮ ਲਿਖਦਾ ਹੈ, ਜਿਹੜਾ ਜੈ ਸ਼੍ਰੀ ਰਾਮ ਹਿੰਦੂ ਤਵੀਆਂ ਦਾ, ਹਿੰਦੂ ਨੈਸ਼ਨਲਿਸਟ ਦਾ ਸਲੋਗਨ ਹੈ। ਔਰ ਫਿਰ ਜਿਹੜਾ ਇਹ ਸਾਰਿਆਂ ਨੂੰ ਈਵਨ ਸਿੱਧੂ ਮੂਸੇਵਾਲਾ ਉਸ ਦੇ ਮਰਡਰ ਲਈ ਉਹਨੇ ਜ਼ਿੰਮੇਵਾਰੀ ਲਈ। ਔਰ ਇਸ ਸਟੋਰੀ ਨੂੰ ਮੈਂ ਕਿਉਂਕਿ ਆਪਣੇ ਕੋਲੋਂ ਬਹੁਤਾ ਕੁਝ ਐਡ ਨਹੀਂ ਕਰਨਾ ਚਾਹੁੰਦਾ, ਔਰ ਇਸ ਤੇ ਹੀ ਮੈਂ ਬੇਸ ਗੱਲ ਕਰਾਂਗਾ ਕਿ ਭਾਈ ਇਹਨਾਂ ਨੇ ਇਸ ਸਟੋਰੀ ਨੂੰ ਕਿਵੇਂ ਬਿਲਡ ਕੀਤਾ ਔਰ ਉਹਦੇ 'ਚ ਉਹਨਾਂ ਨੇ ਇੱਥੋਂ ਹੀ ਇਸ ਗੱਲ ਨੂੰ ਸ਼ੁਰੂ ਕੀਤੀ ਵੀ ਤਿੰਨੋਂ ਹੀ ਜਿਹੜੇ ਨੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ, ਇਹ ਜਿਹੜੇ ਨੇ ਕਰਨ ਬਰਾੜ, ਕਮਲਪ੍ਰੀਤ ਐਂਡ ਕਰਨਪ੍ਰੀਤ, ਔਰ all believed to be connected to Lawrence Bishnoi gang according to sources involved in the Nijjar investigation. ਹੁਣ ਇਹ ਗੱਲ ਕਿ ਵੀ ਇਹਨਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ ਹੈ, ਇਹ ABC ਦੱਸ ਰਿਹਾ, ਜਿਹੜੇ ਅੰਦਰ RCMP ਦੀ ਇਨਵੈਸਟੀਗੇਟਿਵ ਟੀਮ ਰਾਹੀਂ ਜਿਹੜੀਆਂ ਕੁਝ ਲੀਕਸ ਜਾਂ ਇਹਨਾਂ ਦੇ ਆਪਣੇ ਸੋਰਸ ਹੁੰਦੇ ਨੇ, ਉਹਨਾਂ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਸੋਰਸਿਸ ਦੇ ਸੇ ਦਾ ਬਿਸ਼ਨੋਈ ਗੈਂਗ is one of a number of criminal enterprises from Punjab and Haryana states in northern India that have spread into North America in recent years, even as its founder Lawrence Bishnoi has languished in Indian prisons since 2014. ਕਿ ਵੀ 2014 ਤੋਂ ਜੇਲ੍ਹ 'ਚ ਹੈ, ਪਰ ਇਹ ਕੱਲੀ ਉੱਥੇ ਹੀ ਨਹੀਂ, ਇੱਥੇ ਵੀ ਜਿਹੜੀ ਹੈ ਫਲਰਿਸ਼ ਕਰ ਰਹੀ ਹੈ। ਔਰ ਇਸੇ ਸਟੋਰੀ 'ਚ ਇੱਕ ਤਾਂ ਉਹਨਾਂ ਨੇ ਕਿਹਾ ਕਿ 700 ਹਥਿਆਰਬੰਦ ਬੰਦਾ ਲਾਰੈਂਸ ਬਿਸ਼ਨੋਈ ਗੈਂਗ ਦੀ ਬੈਕ ਐਂਡ ਕਾਲ ਤੇ ਹੈ। ਸੋ ਇਸ ਲੈਵਲ ਦੀ ਆਰਮੀ ਉਹਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਦਰਜਨਾਂ ਵੀ ਇਸ ਕਿਸਮ ਦੇ ਨਹੀਂ ਸੀ, ਸੰਤ ਪਿੰਡਾਂ ਵਾਲਿਆਂ ਦੇ ਵੇਲੇ ਕਿੰਨਾ ਰੌਲਾ ਗੌਲਾ ਦੂਜਾ ਸੀ। ਹੁਣ ਜੇ 700 ਬੰਦਾ, ਔਰ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਕਿੰਨਾ ਵਕਤ ਹੋ ਗਿਆ ਕੋਈ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਨਹੀਂ ਆਉਂਦੀ। ਫਿਰ ਅਸੀਂ ਦੇਖਦੇ ਹਾਂ ਕਿ ਸਲਮਾਨ ਖਾਨ ਜਿਸ ਦੇ ਪਿੱਛੇ, ਕਿਉਂਕਿ ਇਹ ਜਿਹੜੇ ਪਠਾਨ ਜਾਂ ਮੁਸਲਮਾਨਾਂ ਦੀ ਡੋਮੀਨੈਂਸ ਨੂੰ ਖਤਮ ਕਰਨਾ ਵੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਹਿੰਦੂ ਤਵੀਆਂ ਦੇ ਏਜੰਡੇ ਤੇ ਹੈ, ਕਿਵੇਂ ਉਸ ਦੇ ਉੱਤੇ ਲਾ ਕੇ ਕਿ ਜੀ ਉਹਨੇ ਤਾਂ ਹਿਰਨ ਮਾਰਿਆ, ਤੇ ਹਿਰਨ ਜਿਹੜਾ ਇਹ ਜਿਹੜੇ ਬਿਸ਼ਨੋਈ ਹੈ ਇੱਕ ਕਲੈਨ ਹੈ, ਇਹਨਾਂ ਦਾ ਇੱਕ ਵਰਗ ਹੈ ਜਿਹੜਾ ਹਰਿਆਣੇ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਔਰ ਇਹ ਹਿਰਨ ਨੂੰ ਜਾਂ ਜਾਨਵਰਾਂ ਨੂੰ ਨਹੀਂ ਮਾਰਦੇ ਹੈ। ਜਿਹੜਾ ਬਿਸ਼ਨੋਈ ਸ਼ਾਇਦ ਬਿਸ਼ਨੂ ਤੋਂ ਆਇਆ, ਔਰ ਇਹੀ ਜਿਹੜਾ ਵੈਜੀਟੇਰੀਅਨਿਜ਼ਮ ਹੈ ਜਿਹਨੂੰ ਵੈਸ਼ਨੋ ਭੋਜਨ ਕਿਹਾ ਜਾਂਦਾ, ਉਹਦੇ ਨਾਲ ਹੀ ਜੁੜਿਆ ਹੋਇਆ ਲਫ਼ਜ਼ ਹੈ। ਔਰ ਉਹਦੇ ਤੇ ਕਿੰਨੇ ਅਟੈਕ ਹੋਏ ਨੇ, ਔਰ ਪਿੱਛੇ ਜਿਹੜਾ ਇੱਕ ਬੰਦਾ ਫੜਿਆ ਹੀ ਗਿਆ ਸੀ, ਉਹਦੀ ਜਿਹੜੀ ਆ ਬੜੇ ਸ਼ੱਕੀ ਹਾਲਾਤਾਂ ਜੇਲ੍ਹ 'ਚ ਹੀ ਹੋਇਆ ਕਿ ਜੀ ਉਹਨੇ ਸੁਸਾਈਡ ਕਰ ਲਿਆ, ਕਿਉਂਕਿ ਏਜੰਸੀਆਂ ਦੇ ਨੇ ਜਿਨ੍ਹਾਂ ਨੇ 700 ਦੀ ਫੌਜ ਭਰਤੀ ਕੀਤੀ ਹੋਈ ਹੈ, ਔਰ ਜਿਨ੍ਹਾਂ ਦਾ ਇੱਕ ਪੂਰਾ ਨੈਟਵਰਕ ਕੈਨੇਡਾ, ਅਮਰੀਕਾ ਦੇ ਵਿੱਚ ਇਸ ਵੇਲੇ ਸਿੱਖਾਂ ਦੇ ਸਿਰ ਦੇ ਉੱਤੇ ਹੀ ਸਿੱਖ ਬਿਠਾਏ ਹੋਏ ਨੇ। ਕਿਉਂਕਿ ਇਹ ਇਸੇ ਲਈ ਕਿਉਂਕਿ ਇਹ ਸਾਰੇ ਗੈਂਗਸਟਰਸ ਦੇ ਨਾਂ ਥੱਲੇ ਉਹਨਾਂ ਨੂੰ ਉੱਥੋਂ ਫੈਸਿਲਿਟੇਟ ਕਰਨਾ, ਸਟੂਡੈਂਟ ਵੀਜ਼ੇ ਦੇ ਨਾਂ ਥੱਲੇ ਵਿੱਚ ਧੱਕਣਾ, ਔਰ ਫਿਰ ਇੱਥੇ ਫਰੋਤੀਆਂ, ਖੁੱਲਾ ਪੈਸਾ ਔਰ ਇਸ ਕਿਸਮ ਦਾ। ਔਰ ਇਹ ਇਕੱਲਾ ਹੀ ਨਹੀਂ ਕਿ ਬਿਸ਼ਨੋਈ ਤਾਂ ਖੁਦ ਜੇਲ੍ਹ 'ਚ ਹੈ, ਬਠਿੰਡਾ ਜੇਲ੍ਹ 'ਚ ਹੈ ਸ਼ਾਇਦ, ਉਹਦਾ ਭਰਾ ਅਨਮੋਲ ਬਿਸ਼ਨੋਈ ਫਰੈਜ਼ਨੋ ਦੇ ਵਿੱਚ ਸਪੌਟ ਕੀਤਾ ਗਿਆ ਸੀ, ਘਰੇਲੂ ਪਾਰਟੀ ਸੀ, ਉਹਦੇ 'ਚ ਸਾਹਮਣੇ ਆਇਆ ਕਿ ਇਹ ਹੈ। ਔਰ ਇਹ ਸਾਰੀ ਗੈਂਗ ਦਾ ਓਰੀਜਨ ਹੈ ਗੋਲਡੀ ਬਰਾੜ ਔਰ ਬਿਸ਼ਨੋਈ, ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਦੇ ਸੀ ਸਟੂਡੈਂਟ ਲਾਈਫ ਵੇਲੇ, ਉਹਨਾਂ ਨੂੰ ਲੱਗਾ ਵੀ ਇਹ ਤਾਂ ਪੈਸਾ ਕਮਾਉਣਾ ਬੜਾ ਸੌਖਾ, ਔਰ ਕਦੋਂ ਫਿਰ ਸਿਆਸੀ ਲੋਕਾਂ ਦੀ ਢਾਲ ਬਣੇ ਔਰ ਤਲਵਾਰ ਬਣੇ, ਇਹ ਇੱਕ ਵੱਖਰੀ ਕਹਾਣੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਇਹਨਾਂ ਦਾ ਨੈਟਵਰਕ ਹੈ ਗੈਂਗਸਟਰਸ ਦਾ, ਇਹਨਾਂ ਨੇ ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡਾ ਇਹ ਆਰਗੇਨਾਈਜ਼ਡ ਕ੍ਰਾਈਮ ਹੋ ਗਿਆ, ਔਰ ਪੰਜਾਬੀ ਗੈਂਗਸਟਰ ਰੈਪ, YouTube, ਫਲੈਸ਼ ਗਨਸ, ਵਹੀਕਲਸ, ਬਲਿੰਗ ਔਨ ਇੰਸਟਾਗ੍ਰਾਮ, ਇਸ਼ੂਜ਼ ਥ੍ਰੈਟਸ ਵਾਇਆ ਫੇਸਬੁੱਕ,
ਔਰ ਇਹ ਜਿਹੜਾ ਗੈਂਗ ਜਿਹੜੀ ਆ ਉਹ ਮਰਡਰ ਜਿਹੜੀ ਆ ਉਹ ਕਰਦੀ ਹੈ, ਇੱਕ ਦੀ ਜ਼ਿੰਮੇਵਾਰੀ ਕੋਈ ਲੈਂਦਾ ਹੈ, ਫਿਰ ਜਿਹੜੀ ਆ ਉਸ ਨੂੰ ਦੂਜੇ ਦੇ ਪਾਸੇ ਸ਼ਿਫਟ ਕਰ ਦਿੱਤਾ ਜਾਂਦਾ। ਔਰ ਇਹਦੇ 'ਚ ਫਿਰ ਉਹਨਾਂ ਨੇ ਈਵਨ ਸਲਮਾਨ ਖਾਨ ਦਾ ਨਾਂ ਲਏ ਬਿਨਾਂ ਵੀ ਕਿਹਾ ਕਿ ਰਿਲੀਜੀਅਸ ਟੈਬੂ ਵਾਇਲੇਸ਼ਨ ਦੇ ਉੱਤੇ ਐਜ਼ ਦਾ ਬਿਸ਼ਨੋਈਜ਼ ਹੈਵ ਅਗੇਂਸਟ ਵਨ ਆਫ ਦਾ ਇੰਡੀਆਜ਼ ਮੋਸਟ ਫੇਮਸ ਮੂਵੀ ਸਟਾਰ ਸਲਮਾਨ ਖਾਨ ਜ਼ਾਹਰ ਹੈ, ਉਸ ਦਾ ਜ਼ਿਕਰ ਹੈ। ਔਰ ਫਿਰ ਉਹਨਾਂ ਨੇ ਇਸ ਨੂੰ ਕਿ ਪੇਂਡੂ ਸਾਈਕੀ ਕੀ ਹੈ, ਵੈਂਡੇਟਾ ਔਰ ਬਦਲਾ ਭਾਵਨਾ ਨਾਲ ਜੁੜੀ ਹੋਈ ਗੱਲ, ਫਿਰ ਇਹ ਸਟੋਰੀ ਜਿਹੜੀ ਹੈ ਸਿੱਧੀ ਨਿਜਰ ਦੇ ਉੱਤੇ ਆ ਜਾਂਦੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਹੈਵ ਬੀਨ ਐਕਟਿਵਲੀ ਪਰਸੂਇੰਗ credible allegations of a potential link between the agents of the government of India and Niger's killing. ਹੁਣ ਇੰਡੀਅਨ ਏਜੰਟ ਹਾਈ ਕਮਿਸ਼ਨ ਜਾਂ ਕੌਂਸਲੇਟ ਦੇ ਦਫ਼ਤਰ 'ਚ ਬੈਠੇ ਨੇ, ਗੈਂਗਸਟਰਸ ਨੂੰ ਬਿਸ਼ਨੋਈ ਹੈ ਕਿ ਗੋਲਡੀ ਬਰਾੜ ਹੈ ਉਹਨਾਂ ਨੂੰ ਸੈਟਲ ਕੀਤਾ ਹੋਇਆ, ਟਾਰਗੇਟ ਉਹਨਾਂ ਨੂੰ ਦਿੱਤੇ ਜਾਂਦੇ। ਜਿਵੇਂ ਜੇ ਤੁਸੀਂ ਨਿਖਿਲ ਗੁਪਤਾ ਦਾ ਪੈਟਰਨ ਦੇਖੋ ਤੇ ਉਸ ਨੂੰ ਇੰਟੈਲੀਜੈਂਸ ਦਾ ਰਾਹ ਜਿਹੜਾ ਵਿਕਰਮ ਯਾਦਵ ਹੈ ਉਸ ਨੂੰ ਕਹਿ ਰਿਹਾ ਵੀ ਆਹ ਦੇਖ ਫੋਟੋ ਆ ਗਈ ਹੈ, ਪਹਿਲਾ ਟਾਰਗੇਟ ਕਰ ਲਿਆ, ਆ ਮਲਟੀਪਲ ਨੇ। ਔਰ ਮੌਕੇ ਦੇ ਉੱਤੇ ਜਿਹੜੇ ਨੇ, ਔਰ ਇੱਥੇ ਜਦੋਂ $1 ਲੱਖ ਦੇ ਵਿੱਚ ਸੌਦਾ ਹੁੰਦਾ ਹੈ, $15,000 ਕੈਸ਼ ਵੈਨ ਦੇ ਵਿੱਚ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਆਲਰੇਡੀ ਪਹਿਲਾਂ ਆਪਣਾ ਇਹ ਸਾਰਾ ਇਨਫਰਾਸਟ੍ਰਕਚਰ ਖੜਾ ਕਰਕੇ ਗੈਂਗਸਟਰਸ ਦਾ ਸੈਟਲ ਕਰਕੇ ਫਿਰ ਇੰਡੀਅਨ ਏਜੰਟਸ ਨੇ ਅਮਰੀਕਾ ਕੈਨੇਡਾ 'ਚ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ। ਔਰ ਇਹ ਫਿਰ ਉਸ ਦੇ ਨਾਲ ਇਹ ਡਰੱਗਸ ਐਂਡ ਐਕਸਟੋਰਸ਼ਨ ਇਹ ਕਿਵੇਂ ਦੋਨੋਂ ਟੁਗੈਦਰ ਨੇ ਇਸ ਦੇ ਉੱਤੇ ਗੱਲ ਕੀਤੀ ਗਈ ਹੈ। ਫਿਰ ਉਹਨਾਂ ਨੇ ਵੈਨਕੂਵਰ ਦੇ ਪੁਲਿਸ ਆਫੀਸਰ ਮਿਸਟਰ ਕੈਸ਼ ਹੀਡ ਨੂੰ ਜਿਹੜਾ ਉਹ ਕੋਟ ਕੀਤਾ। ਉਹਨਾਂ ਨੇ ਕਿਹਾ ਕਿ ਦੈਟ ਐਕਸਰਸ਼ਨ ਨੈਟਵਰਕ ਸੂਨ ਸਪਰੈਡ ਟੂ ਕੈਨੇਡਾ, ਸੇਜ਼ ਫਾਰਮਰ ਵੈਸਟ ਵੈਨਕੂਵਰ ਪੁਲਿਸ ਚੀਫ ਕੈਸ਼ ਹੀਡ, who also served as BC's Solicitor General and Minister of Public Safety. Some of the information I am very familiar with because the victims have spoken to me and they paid the demand. कि भाई ये फरौती किसके, उन्हें कहा जी मैं खुद जिन्हें विक्टिम ਨੂੰ ਦੇਖਿਆ ਉਹ ਡਰੇ ਹੋਏ ਸੀ, ਉਹਨਾਂ ਨੇ ਇਹਨਾਂ ਗੈਂਗਸਟਰਸ ਨੂੰ ਜੋ ਫਰੌਤੀ ਮੰਗੀ ਸੀ ਦਿੱਤੀ। ਔਰ ਉਹਨਾਂ ਨੇ ਕਿਹਾ ਵੀ ਹੁੰਦਾ ਕਿਵੇਂ ਹੈ, from what I understand the contact is made through some type of international telephone line. ਤੁਹਾਨੂੰ UK ਤੋਂ ਕਾਲ ਆ ਰਹੀ ਹੈ, ਦੂਜੇ ਕਿਉਂਕਿ 44 ਏਰੀਆ ਕੋਡ ਸ਼ੋ ਹੋਏਗਾ, ਜਾਂ ਜੇ ਇੰਡੀਆ ਤੋਂ ਹੈ ਤਾਂ 91 ਸ਼ੋ ਹੋਏਗਾ, ਕਈ ਵਾਰੀ ਪਾਕਿਸਤਾਨ ਬੇਸਡ ਨੰਬਰ ਆ ਰਹੇ ਹੁੰਦੇ 92 ਉਹਨਾਂ ਦੇ ਕੰਟਰੀ ਕੋਡ ਸ਼ੋ ਹੋਏਗਾ। It is made directly to affluent South Asian business people, whether they are involved in some type of manufacturing industry or they are involved in real estate and home building. ਉਹਨਾਂ ਨੂੰ ਕਾਲ ਕਰਨਗੇ ਔਰ ਪਹਿਲੀਆਂ ਜਿਹੜੀਆਂ ਨੇ ਫੋਨ ਕਾਲਾਂ ਦੇ ਨਾਲ ਪਹਿਲਾਂ ਉਹ ਇੱਕ ਦੋਸਤਾਨਾ ਬੋਲੀ ਬੋਲਣਗੇ, ਐਂਡ ਅਰਾਊਂਡ ਦਾ ਥਰਡ ਫੋਨ ਕਾਲ ਦੇਅਰ ਇਜ਼ ਥ੍ਰੈਟ ਆਫ ਵਾਇਲੈਂਸ ਐਂਡ ਦਾ ਡਿਮਾਂਡ ਆਫ ਮਨੀ ਵੇਟ। ਫਿਰ ਤੀਸਰੀ ਕਾਲ ਤੱਕ ਪਹੁੰਚਦੇ ਹੋ ਧਮਕੀ ਤੇ ਆ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਹੀਡ ਸੈਡ ਦਾ ਐਕਸਟੋਰਸ਼ਨਸ ਆਫਟਨ ਕਲੇਮ ਲਿੰਕਸ ਟੂ ਲਾ ਐਨਫੋਰਸਮੈਂਟ, ਕਿ ਇਹਨਾਂ ਦੇ ਸੰਬੰਧ ਪਿੱਛੇ ਦੀ ਪੁਲਿਸ ਨਾਲ ਵੀ ਨੇ, ਪੰਜਾਬ ਦੀ ਲਾ ਐਨਫੋਰਸਮੈਂਟ ਦੇ ਨਾਲ ਜੁੜੇ ਹੋਏ ਨੇ। ਔਰ ਇਹ ਜਿਹੜਾ ਸਿਰਫ ਇਟਸ ਨਾਟ ਓਨਲੀ ਕਨੈਕਟਡ ਟੂ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੋਨ ਐਜ਼ ਬਿਸ਼ਨੋਈਜ਼ back in India, it is also connected to some of the criminal justice people in India, whether it is related to policing or prosecutorial level in India, ਕਿ ਉੱਥੇ ਵੀ ਪੁਲਿਸ ਔਰ ਇਹ ਸੋ ਜਿਹੜਾ ਨੈਟਵਰਕ ਹੈ ਇਹਨੂੰ ਭਾਰਤ ਦੀਆਂ ਏਜੰਸੀਆਂ ਰਨ ਕਰਦੀਆਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਨਹੀਂ ਪਤਾ ਹੈ ਕਿ ਜਿਹੜੇ ਬਹੁਤ ਸਾਰੀਆਂ ਧਮਕੀਆਂ ਬਿਸ਼ਨੋਈ ਦੇ ਨਾਂ ਤੇ ਨੇ ਉਹਦੇ 'ਚ ਕਿੰਨਿਆਂ 'ਚੋਂ ਰੀਅਲ ਹੈ, ਕਿੰਨਿਆਂ 'ਚ ਕਾਪੀ ਕੈਟ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਨੇ ਇਹਨਾਂ ਗਰੁੱਪਾਂ ਦੇ ਪਿੱਛੇ ਜਿਨ੍ਹਾਂ ਨੂੰ ਇਮੀਗ੍ਰੇਟ ਕਰਾ ਕੇ ਭੇਜਿਆ ਜਾਂਦਾ ਉੱਥੇ ਵੀ ਕੈਨੇਡਾ ਅਮਰੀਕਾ 'ਚ ਉਹਨਾਂ ਨਾਲ ਵੀ ਸਟਰੋਂਗ ਸੰਬੰਧ ਨੇ। ਔਰ some type of immigration policy from India may have had some strong connections back to their homeland. ਔਰ ਉਹਨਾਂ ਨੇ ਕਿਹਾ ਵੀ ਉਹ ਬਿਲਕੁਲ ਬੇਪਰਵਾਹ ਹੋ ਕੇ ਗੱਲ ਕਰਦੇ ਨੇ। they seem to have done their homework because the individuals that they select they know what their business is here in Canada. ਕਿ ਇੱਥੇ ਉਹ ਕੋਈ ਕਬੱਡੀ ਖੇਡਣ ਨਹੀਂ ਆਏ, ਉਹ ਇਸੇ ਕੰਮ ਲਈ ਆਏ ਨੇ, ਉਹ ਪੂਰਾ ਉਹਨਾਂ ਦੀ ਪੂਰੀ ਟ੍ਰੇਨਿੰਗ ਹੈ। ਉਹਨਾਂ ਨੇ ਕਿਹਾ ਕਿ ਬਈ ਇਹ ਉਹਨਾਂ ਨੇ ਫੈਮਿਲੀ ਮੈਂਬਰਸ ਨਾਲ ਜਾਂ ਕਿਵੇਂ ਨਾਲ ਓਪਨ ਐਂਡਡ ਕੀ discussion and they also know if they have relatives or property back in India, especially in the Punjab state where a lot of these people coming from. I strongly believe that a lot of the copycats that are using Bishnoi name don't have any connection whatsoever. Heed kar rahe, but I also believe some of them do have
some type of relationship or connection. ਫਿਰ ਉਹਨਾਂ ਨੇ ਇਸ ਸਟੋਰੀ ਨੂੰ CBC ਨੇ ਅੱਗੇ ਤੋਰਿਆ ਕਿ ਭਾਵੇਂ ਉਹ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠਾ ਹੈ ਪਰ ਜੇਲ੍ਹ ਕੋਈ ਬਾਰ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਉਹ ਆਪਣਾ ਐਮਪਾਇਰ ਰਨ ਕਰ ਰਿਹਾ ਹੈ। 700 ਇੰਡੀਅਨ ਮੀਡੀਆ ਕਲੇਮ ਹੀ ਡਾਇਰੈਕਟਸ a network of 700 gunmen who enforce his extortion orders across 5 Indian states। ਕਿ ਭਾਰਤ ਦੀਆਂ 5 ਸਟੇਟਾਂ ਦੀ ਜਿਹੜੀ 700 ਦੀ ਫਿਗਰ ਹੈ ਉਹ ਭਾਰਤ ਦੀਆਂ 5 ਸਟੇਟਾਂ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਔਰ ਮੱਧ ਪ੍ਰਦੇਸ਼ ਤੱਕ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ। ਫਿਰ ਉਹਨੇ ਕਿਹਾ ਵੀ ਉਹਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਉਹਨੂੰ ਇੱਥੇ ਸਪੌਟ ਕੀਤਾ ਗਿਆ। ਜਿਹੜਾ ਦੂਸਰਾ ਉਹਦਾ ਸਾਥੀ ਗੋਲਡੀ ਬਰਾੜ ਹੈ, ਕੈਨੇਡਾ ਨੇ ਜਿਹੜੇ 25 ਮੋਸਟ ਵਾਂਟਡ ਦੀ ਲਿਸਟ ਜਾਰੀ ਕੀਤੀ ਹੋਈ ਹੈ ਉਹਨਾਂ 'ਚ ਜਿਹੜਾ ਬਰਾੜ ਵੀ ਇਨਵੋਲਵ ਹੈ। ਔਰ ਇਹੀ ਬਰਾੜ ਜਿਹੜਾ ਸਾਥੀ ਹੈ ਬਿਸ਼ਨੋਈ ਦਾ, ਇਹ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਲਈ ਜਿਹੜੇ ਨੇ ਉਹ ਪ੍ਰਮੁੱਖ ਤੌਰ ਦੇ ਉੱਤੇ ਦੋਸ਼ੀ ਹੈ। ਔਰ ਫਿਰ ਉਹਨਾਂ ਨੇ ਫਰੈਜ਼ਨੋ 'ਚ ਇਹਨਾਂ ਦੇ ਜਿਹੜਾ ਉਹ ਲੋਕੇਟ ਕਰਨ ਦੀ ਗੱਲ ਕੀਤੀ। ਫਿਰ ਉਹਨਾਂ ਨੇ ਜਿਹੜਾ ਅਨਮੋਲ ਬਿਸ਼ਨੋਈ ਔਰ ਉਹਦੇ ਹਵਾਲੇ ਨਾਲ ਸਲਮਾਨ ਖਾਨ ਦਾ ਪੂਰਾ ਕੇਸ ਡਿਸਕਸ ਕੀਤਾ ਕਿ ਡਰਾਈਵ ਬਾਈ ਸ਼ੂਟਿੰਗ ਘਰ ਦੇ ਉੱਤੇ ਔਰ ਉਹ ਸਾਰੇ ਦੇ ਚੱਲਦੇ। ਫਿਰ ਉਹਨਾਂ ਨੇ ਕਿ ਵੀ ਇਸ ਸਭ ਦੇ ਬਾਵਜੂਦ ਐਸ ਜੈ ਸ਼ੰਕਰ ਕਿਵੇਂ ਰਿਲੈਕਸ ਮੂਡ ਦੇ ਵਿੱਚ ਇਹਨੂੰ ਡੋਮੈਸਟਿਕ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆਜ਼ ਆਫੀਸ਼ੀਅਲ ਰਿਐਕਸ਼ਨ ਟੂ ਦਾ ਅਰੈਸਟ ਆਫ 3 ਆਫ ਸਿਟੀਜ਼ਨਸ ਹੈਜ਼ ਬੀਨ ਟੂ ਕਲੇਮ that their presence is a product of Canada's own laxness। ਉਹ ਕਹਿੰਦੇ ਜੀ ਕੈਨੇਡਾ ਨੇ ਉਹਨਾਂ ਨੂੰ ਲੈਕਸਟੀ ਦਿੱਤੀ ਹੈ। In Odisha, Indian Foreign Minister S. Jaishankar said somebody may have been arrested there, police may have done some investigation, but the fact is a number of gangland people with organized crime links from Punjab have been made welcome to Canada। ਪਹਿਲਾਂ ਤੁਸੀਂ ਕੈਨੇਡਾ ਨੂੰ ਵੀ ਬਦਨਾਮ ਔਰ ਪੰਜਾਬ ਨੂੰ, ਜਿਵੇਂ ਉਹਦਾ ਕੋਈ ਹਰਿਆਣੇ ਰਾਜਸਥਾਨ ਨਾਲ ਵੀ ਬਿਸ਼ਨੋਈ ਦਾ ਜਾਂ ਕਿਸੇ ਦਾ ਸਬੰਧ, ਨੇ ਕਿਹਾ ਜੀ ਇਹ ਕੈਨੇਡਾ ਜ਼ਿੰਮੇਵਾਰ ਹੈ ਔਰ ਇਹ ਜਿਹੜੇ ਗੈਂਗਲੈਂਡ ਪੀਪਲ ਇਹਨਾਂ ਨੂੰ ਉਹ ਕਹਿ ਰਿਹਾ ਪੰਜਾਬ ਵੀ ਗੈਂਗਲੈਂਡ ਹੈ, ਕੈਨੇਡਾ ਵੀ ਗੈਂਗਲੈਂਡ ਹੈ ਇਹਨਾਂ ਦੀਆਂ ਨਜ਼ਰਾਂ। ਉਹ ਕਹਿੰਦਾ ਫਿਰ ਉਹ ਕਹਿੰਦਾ we have been telling Canada saying look these are wanted criminals from India। He added you have given them visas, you let them have come, many of them in false documentation, and yet you allow them to live there। ਕਿ ਤੁਸੀਂ ਉਹਨਾਂ ਨੂੰ ਝੂਠੇ ਕਾਗਜ਼ਾਂ ਤੇ ਆ ਲੈਣ ਦਿੰਦੇ ਹੋ, ਤੁਸੀਂ ਉਹਨਾਂ ਨੂੰ ਅਲਾਉ ਕਰਦੇ ਹੋ ਰਹਿਣਾ, ਫਿਰ ਇਵੇਂ ਹੀ ਹੋਣਾ। ਇਫ ਯੂ ਡਿਸਾਈਡ ਟੂ ਇੰਪੋਰਟ ਫॉर ਪੋਲੀਟੀਕਲ ਪਰਪਸਿਸ ਪੀਪਲ ਵਿਦ ਵੈਰੀ ਡੂਬੀਅਸ ਐਕਚੁਅਲੀ ਵੈਰੀ ਨੈਗੇਟਿਵ ਬੈਕਗਰਾਉਂਡ देयर विल बी इशूज। फिर मार मराइया तो होना ही है। तुसी सियासी कारणा करके गैंगस्टरां नूं कैनेडा दे विच वसा रहे हो। They have in some cases created problems in their own country as a result of their own policies। ये तुहाडियां नीतियां ने तुहाडे मुल्क च प्रॉब्लम हो रही ने। Now why would we fear? सानू की परवाह? He said I mean if something happened there it is for them to worry about। तुहाडे हो रहा हुण तुसी इहदे नाल तुसी ये देखो भी किस हद तक ये जा चुके ने। और फिर इसे दे विच हालां इसे ही स्टोरी च एक होर ये है कि जड़ा एक सस्पैक्ट है उस बारे है कि सस्पैक्ट इन किलिंग ऑफ टेंपल लीडर हरदीप सिंह निज्जर गॉट स्टूडेंट वीज़ा इन डेज। हुणे जड़ा करण बराड़ है जिहदे संबंध बिश्नोई गैंग नाल जुड़दे ने जाके इनू दिनां दे विच ही वीज़ा मिलिया। किने दवाया पासपोर्ट किने चैकिंग किने कीती होएगी इस तो असीं अंदाज़ा ला सकदे हां। हुण इहदे च उन्हें जड़ा फर्दर CBC ने कहा आर स्टेट्स यूजिंग गैंगस्टर्स एज असैसिन्स कि गैंगस्टर तो हो गए किवें उन्हां दा नेटवर्क है कि भी किवें द यूज ऑफ क्रिमिनल नेटवर्क्स बाय फॉरेन गवर्नमेंट्स टू कैरी आउट और सपोर्ट ओवरसीज ऑपरेशंस is the fastest growing area of national security law enforcement investigators से। और सीधे तौर पे फिर वो US अकाउंट ते आ गया कि भाई US ने किवें निखिल गुप्ता जड़ा कि खुद क्रिमिनल है उन्होंने राह ने यूज़ किया। सो ये उन्होंने न्यूयॉर्क की सारी कहानी नू बयान किया। फिर उन्होंने कहा कि भाई ईवन कला यही ने भी इनू मारिया गया जड़ा ईवन सुखदूल सिंह गिल जिस दा मर्डर विनीपैग दे विच 20 सितंबर 2023 नू होया यानी जस्टिन ट्रूडो दे इंकशाफ करन तो 2 दिन बाद उस दा संबंध दविंदर बंबीहा गैंग नाल सी। और ABC दी स्टोरी कहंदी है कि दविंदर बंबीहा गैंग जिहड़ी है ये खालिस्तान दी सपोर्टर है और इन्हां दे इस बंदे नू जिहड़ा है सुखदूल सिंह गिल नू मारिया गया और इस दी जिम्मेवारी
ਬਿਸ਼ਨੋਈ ਗੈਂਗ ਨੇ ਲਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਿਸ਼ਨੋਈ ਹੈ ਇਹ ਆਪਣੇ ਦਸਤਾਂ ਦੇ ਥੱਲੇ ਜੈ ਸ਼੍ਰੀ ਰਾਮ ਲਿਖਦਾ ਹੈ, ਹਿੰਦੂ ਸੁਪਰੀਮਿਜ਼ਮ ਦਾ ਪਾਰਟ ਹੈ, ਹਿੰਦੂ ਨੈਸ਼ਨਲਿਸਟ ਹੈ ਔਰ ਇਹ ਗਵਰਨਮੈਂਟ ਨੂੰ ਸਪੋਰਟ ਕਰਦਾ ਹੈ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਟਰ ਕਹਿੰਦੇ ਨੇ ਕਿ ਵੀ ਬਹੁਤ ਸਾਰੇ ਪੋਲੀਟੀਕਲ ਕ੍ਰਿਮੀਨਲ ਪਰਸਨਲ ਮੋਟਿਵ ਨੇ। ਸੋ ਇਹ ਸਟੋਰੀ ਅਜੇ ਇਸ ਦੇ ਉੱਤੇ ਫਾਲੋ ਅਪ ਸਟੋਰੀਜ਼ ਵੀ ਆਉਣਗੀਆਂ ਔਰ ਅਸੀਂ ਸਮਝਦੇ ਹਾਂ ਵੀ ਅੱਜ ਦੀ ਇਹ ਲੀਡ ਸਟੋਰੀ ਹੈ। ਔਰ ਘੱਟੋ ਘੱਟ ਉਹਨਾਂ ਨੇ ਟਾਈਟਲ ਦੇ ਵਿੱਚ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਬਿਸ਼ਨੋਈ ਗੈਂਗ ਦੇ ਨਾਲ ਉਹਦੇ ਅੰਦਰ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਦੀ ਰਿਪੋਰਟ ਔਰ ਬਿਸ਼ਨੋਈ ਗੈਂਗ ਦਾ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਤਾਂ ਪਹਿਲਾਂ ਹੀ ਐਸਟੈਬਲਿਸ਼ਡ ਹੈ। ਸੋ ਜਿਸ ਪਾਸੇ ਵੱਲ ਅਲਟੀਮੇਟਲੀ ਇਹ ਟ੍ਰਾਇਲ ਦੀ ਲਾਈਨ ਜਾਏਗੀ ਉਸ ਦੀ ਇੰਡੀਕੇਸ਼ਨ ਇਹ ਸੀਬੀਸੀ ਸਟੋਰੀ ਨੇ ਦਿੱਤੀ ਹੈ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੇ ਯੋਗਦਾਨ ਲਈ ਵਚਨਬੱਧਤਾ ਦੁਹਰਾਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹ ਵਾਹ ਗੋਬਿੰਦ ਸਿੰਘ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 11 ਮਈ 2024 ਦਿਨ ਸ਼ਨੀਵਾਰ ਨੂੰ ਸ਼ੋਵੇਅਰ ਸੈਂਟਰ ਕੈਂਟ ਵਾਸ਼ਿੰਗਟਨ ਵਿਖੇ ਕੱਢਿਆ ਜਾ ਰਿਹਾ ਹੈ। ਸ਼ੋਵੇਅਰ ਸੈਂਟਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ ਅਤੇ ਦੁਪਹਿਰ 2 ਵਜੇ ਨਗਰ ਕੀਰਤਨ ਕੱਢਿਆ ਜਾਵੇਗਾ। ਭਾਈ ਪਿੰਦਰਪਾਲ ਸਿੰਘ ਜੀ 9 ਅਤੇ 10 ਮਈ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾਉਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ 11 ਅਤੇ 12 ਮਈ ਨੂੰ ਨਗਰ ਕੀਰਤਨ ਵਿੱਚ ਅਤੇ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪੇ ਗੁਰ ਚੇਲਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਕੈਨੇਡੀਅਨ ਸਿਆਸੀ ਸਿਸਟਮ ਵਿੱਚ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਔਰ ਕੈਨੇਡਾ ਦੇ ਸਸਕੈਚੁਅਨ ਸੂਬੇ ਦੇ ਮੈਨੇਜਿੰਗ ਡਾਇਰੈਕਟਰ ਦਾ ਡਿਪਲੋਮੈਟਿਕ ਵੀਜ਼ਾ ਮੋਡ ਬਹਾਲ ਕਰ ਦਿੱਤਾ ਗਿਆ ਹੈ। ਯਾਦ ਰਹੇ, ਸਸਕੈਚੁਅਨ ਵਿੱਚ ਜਸਟਨ ਟਰੂਡੋ ਦੇ ਸਿਆਸੀ ਵਿਰੋਧੀ ਹਨ। ਭਾਰਤ ਨੇ ਇਸ ਤਰ੍ਹਾਂ ਕੈਨੇਡਾ ਦੇ ਸਿਆਸੀ ਪਿੜ ਵਿੱਚ ਵੀ ਟਰੂਡੋ ਵਿਰੋਧੀਆਂ ਨੂੰ ਥਾਪੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰ ਹੈ? ਦੇਖੋ, ਇਹ ਜਿਹੜੀ ਬਨਾਨਾ ਰਿਪਬਲਿਕ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਦੇ ਨਾਂ ਥੱਲੇ ਦੁਨੀਆ ਦੇ ਵਿੱਚ ਇਸ ਦੇ ਹਾਕਮ ਵੇਚਦੇ ਰਹੇ, ਇਹਨਾਂ ਦਾ ਐਂਡ ਹੈ। ਸਵਾਲੀਆ ਨਿਸ਼ਾਨ ਇਹਨਾਂ ਦੀ ਹੋਂਦ ਤੇ ਔਰ ਇਸ ਵੇਲੇ
ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਲਈ ਇੰਟਰਨੈਸ਼ਨਲੀ ਇਹ ਐਕਸਪੋਜ਼ ਹੋਏ ਨੇ। ਬਹੁਤ ਜਲਦੀ ਇੰਟਰਨੈਸ਼ਨਲ ਲਾਅ ਦੇ ਥੱਲੇ ਕੈਨੇਡਾ ਇਹਨਾਂ ਨੂੰ ਇੰਟਰਨੈਸ਼ਨਲ ਕੋਰਟ ਦੇ ਵਿੱਚ ਵੀ ਲੈ ਕੇ ਜਾਏਗਾ ਅਲਟੀਮੇਟਲੀ, ਕਿਉਂਕਿ ਇਹਨਾਂ ਨੇ ਨਾ ਹਰਦੀਪ ਸਿੰਘ ਨਿੱਜਰ ਮਰਡਰ ਮਾਮਲੇ 'ਚ ਕੋਆਪਰੇਟ ਕੀਤਾ ਹੈ, ਰਾਦਰ ਜਿਸ ਲੈਵਲ ਦਾ ਇਹਨਾਂ ਨੇ ਰਿਐਕਟ ਕੀਤਾ ਇਹਨੂੰ ਐਬਸਰਡ, ਔਰ ਦੂਸਰਾ ਹੀ ਨਹੀਂ ਕਿਹਾ ਸਗੋਂ 41 ਡਿਪਲੋਮੈਟ ਜਿਹੜੇ ਕੈਨੇਡਾ ਦੇ ਸੀ ਉਹਨਾਂ ਨੂੰ ਮੁਲਕ ਛੱਡਣ ਦਾ ਹੁਕਮ ਦਿੱਤਾ, ਜਿਹੜੇ ਇੰਡੀਆ 'ਚ ਸੀ ਉਹਨਾਂ ਦੇ ਅੱਗੋਂ 39-40 ਡਿਪੈਂਡੈਂਟਸ ਨੂੰ ਵੀ ਕੱਢਿਆ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਸਾਰੇ 'ਚ ਕਿਉਂਕਿ ਕੈਨੇਡੀਅਨ ਗਵਰਨਮੈਂਟ ਐਜ਼ ਪਰ ਲਾਅ ਜਿਹੜੀ ਹੈ ਉਹ ਕੋਰਟ ਦੇ ਵਿੱਚ ਉਹਨਾਂ ਨੇ ਤਿੰਨੋਂ ਹੀ ਸਸਪੈਕਟ ਜਿਹੜੇ ਨੇ ਉਹਨਾਂ ਦੀ ਪਹਿਲੀ ਪੇਸ਼ੀ ਵੀ ਹੋ ਗਈ ਹੈ, ਔਰ ਜਿਵੇਂ ਉਹਨਾਂ ਦੀ ਫੋਰਨ ਮਿਨਿਸਟਰ ਮੈਲਨੀ ਨੇ ਅਗੇਨ ਪਾਰਲੀਮੈਂਟ ਹਿੱਲ ਤੇ ਕਿਹਾ ਕਿ ਅਸੀਂ ਆਪਣੀ ਇਸ ਸਟੇਟਮੈਂਟ ਜਾਂ ਸਟੈਂਡ ਤੇ ਕਾਇਮ ਹੈ ਕਿ ਇੰਡੀਅਨ ਏਜੰਟਸ ਇਹ ਸਾਰੇ ਦੇ ਬਿਹਾਈਂਡ ਨੇ, ਔਰ ਜ਼ਾਹਰ ਹੈ RCMP ਨੇ ਬੜੀ ਮੈਥੋਡਿਕਲੀ ਔਰ ਮੈਟੀਕੂਲਸਲੀ ਉਹ ਸਾਰੀ ਜਿਹੜੀ ਐਵੀਡੈਂਸ ਉਹ ਜੁਟਾਈ ਹੋਏਗੀ ਜਿਹੜੀ ਕੋਰਟ ਦੇ ਸਾਹਮਣੇ ਆਏਗੀ। ਹੁਣ ਜਿਹੜੀ ਭਾਰਤ ਦੀ ਗੰਦੀ ਖੇਡ ਵਿਦਨ ਦਾ ਸਿਸਟਮ ਹੈ ਦੋ ਤਰੀਕੇ ਨਾਲ, ਹੁਣ ਕਿਉਂਕਿ ਇੰਟਰਨੈਸ਼ਨਲੀ ਆਸਟ੍ਰੇਲੀਆ 'ਚ ਵੀ ਕੁਦਰਤੀ ਜਦੋਂ ਵਾਸ਼ਿੰਗਟਨ ਪੋਸਟ ਦੀ ਸਟੋਰੀ ਆਈ ਤੇ ਨੈਸਟ ਆਫ ਸਪਾਈਸ ਦਾ ਜ਼ਿਕਰ ਹੋਇਆ, ਔਰ ਇਹ ਵੀ ਆਇਆ ਕਿ 2020 'ਚ ਤਾਂ ਰਾਹ ਦੇ 2 ਅਫੀਸ਼ੀਅਲ ਇੱਥੋਂ ਕੱਢ ਦਿੱਤੇ ਸੀ। ਸੋ ਇਸ ਵੇਲੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਰੋਲ ਜਦੋਂ ਸਾਹਮਣੇ ਆਇਆ, ਤਾਂ ਹੁਣ ਇੱਕ ਪਾਸੇ ਤਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਜਦੋਂ ਕਿਸੇ ਦਾ ਕਰਪਸ਼ਨ ਦਾ ਕਿਸੇ ਤੇ ਦੋਸ਼ ਲੱਗੇ ਤੇ ਉਹ ਹੁੰਦਾ ਕਿ ਜੀ ਉਹ ਤਾਂ ਉਸ ਸ਼ਹਿਰ ਦਾ ਸਭ ਤੋਂ ਵੱਡਾ ਮੰਦਿਰ ਬਣਵਾ ਰਿਹਾ, ਇੰਨਾ ਵੱਡਾ ਭਗਤ ਹੈ, ਉਹ ਕਿਵੇਂ ਕਰਪਸ਼ਨ ਕਰ ਸਕਦਾ। ਹੁਣ ਇਹ ਮੈਂ ਜਦੋਂ ਖਬਰ ਦੇਖੀ ਕਿ ਇੰਡੀਆ ਕੰਟਰੀਬਿਊਟਸ $500,000 ਟੂ ਯੂਨਾਈਟਿਡ ਨੇਸ਼ਨਸ ਕਾਊਂਟਰ ਟੈਰਰਿਜ਼ਮ ਟਰਸਟ ਫੰਡ, ਕਿ ਅੱਜ ਉਹਨਾਂ ਦੀ ਜਿਹੜੀ UN ਦੇ ਵਿੱਚ ਰਿਪਰੈਜ਼ੈਂਟੇਟਿਵ ਹੈ ਰੁਚਿਰਾ ਕੰਬੋਜ, ਉਸ ਨੇ $5 ਲੱਖ ਯੂਨਾਈਟਿਡ ਨੇਸ਼ਨਸ ਦੇ ਜਿਹੜਾ ਦਹਿਸ਼ਤਗਰਦ ਵਿਰੋਧੀ ਫੰਡ ਹੈ ਉਸ ਦੇ ਵਿੱਚ ਡੋਨੇਟ ਕੀਤੇ ਨੇ, ਔਰ ਉਸ ਨੇ ਅੱਜ 7 ਮਈ ਨੂੰ ਹੀ ਦਿੱਤੇ ਨੇ। ਔਰ ਉਸ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ ਜੀ ਦੇਖੋ, ਇੰਡੀਆ ਪਲੇਸਿਸ ਗ੍ਰੇਟ ਸਿਗਨੀਫਿਕੈਂਸ on the mandate and the work undertaken by United Nations Office of Counter-Terrorism in building the capacity of member states to effectively deal with the threat of terrorism। कि भारत बहुत फिक्रमंद है ਜਿਹੜੇ ਮੁਲਕ ਟੈਰਰਿਜ਼ਮ ਕਰਦੇ ਨੇ, ਇਸ ਲਈ ਉਸ ਟੈਰਰਿਜ਼ਮ ਨੂੰ ਰੋਕਣ ਲਈ ਜਿਹੜਾ UN ਦਾ ਕਾਊਂਟਰ ਟੈਰਰਿਜ਼ਮ ਪ੍ਰੋਗਰਾਮ ਹੈ ਉਸ ਨੂੰ ਭਾਰਤ ਬਹੁਤ ਹਮਾਇਤ ਦਿੰਦਾ ਹੈ। ਔਰ ਅਸੀਂ ਇਹ ਬੜੀ ਜਿਹੜੀ ਹੈ ਹੰਬਲ $5 ਲੱਖ ਦੀ ਕੰਟਰੀਬਿਊਸ਼ਨ ਦੇ ਰਹੇ ਹਾਂ, ਕਿਉਂਕਿ ਇਹਦੇ ਨਾਲ ਸ਼ੋ ਹੁੰਦਾ ਹੈ ਇੰਡੀਆਜ਼ ਅਨਵੇਵਰਿੰਗ ਕਮਿਟਮੈਂਟ ਟੂ ਸਪੋਰਟਿੰਗ ਮਲਟੀਲੈਟਰਲ ਐਫਰਟਸ ਲੈਡ ਬਾਈ ਯੂਨਾਈਟਿਡ ਨੇਸ਼ਨਸ ਦਾ ਗਲੋਬਲ ਫਾਈਟ ਅਗੇਂਸਟ ਸਕਰਜ ਆਫ ਟੈਰਰਿਜ਼ਮ। ਇਹ ਉਹਨਾਂ ਦੀ ਪਰਮਾਨੈਂਟ ਮਿਸ਼ਨ ਦੀ ਸਟੇਟਮੈਂਟ ਹੈ ਕਿ ਜੀ ਦੇਖੋ, ਅਸੀਂ ਤਾਂ ਟੈਰਰਿਜ਼ਮ ਦੇ ਇੰਨੇ ਖਿਲਾਫ ਹਾਂ ਕਿ ਅਸੀਂ $5 ਲੱਖ ਜਿਹੜਾ ਹੈ ਉਹ UN ਨੂੰ ਦੇ ਰਹੇ ਤਾਂ ਕਿ ਉਹ ਕਾਊਂਟਰ ਟੈਰਰਿਜ਼ਮ ਦੇ ਵਿੱਚ ਇਸ ਨੂੰ ਖਰਚ ਕਰੇ। ਹੁਣ ਇੱਕ ਪਾਸੇ ਤਾਂ ਇਹ ਉਹਨਾਂ ਦਾ ਡੈਮੇਜ ਕੰਟਰੋਲ ਵੀ, ਆਪਣੇ ਇਮੇਜ ਨੂੰ ਸੁਧਾਰਨ ਦਾ ਵੀ, ਔਰ ਇਹ ਇੱਕ ਚੋਰ ਜਿਹੜਾ ਫੜਿਆ ਗਿਆ ਔਰ ਉਹ ਮੰਦਿਰ ਬਣਵਾਉਣ ਦਾ ਜਿਹੜਾ ਉਹ ਆਪਣਾ ਐਲਾਨ ਕਰ ਦੇ, ਇਹ ਤਾਂ ਮੈਨੂੰ ਖਬਰ ਇਵੇਂ ਦੀ ਲੱਗੀ। ਪਰ ਜਿਵੇਂ ਹੁਣ ਦੇਖੋ, ਕੈਨੇਡਾ ਦੇ ਵਿੱਚ ਬਹੁਤ ਫਰੀਡਮਸ ਨੇ, ਕੱਲੀਆਂ ਸਿਟੀਜ਼ਨਸ ਨੂੰ ਹੀ ਨਹੀਂ, ਜੇ ਤੁਸੀਂ ਉਹਨਾਂ ਦੇ ਸੂਬਿਆਂ ਦਾ ਦੇਖੋ, ਜਿਵੇਂ ਕਿਊਬੈਕ ਹੈ ਭਾਰਤ ਦੇ ਵਿੱਚ, ਤਾਂ ਹਾਲ ਇਹ ਹੈ ਕਿ ਵੀ ਜੇ ਪੰਜਾਬ ਜਾਂ ਹਰਿਆਣਾ ਸਭ ਤੋਂ ਜ਼ਿਆਦਾ ਕਣਕ ਚੌਲ ਉਗਾਉਣ ਵਾਲੇ ਨੇ ਤੇ ਉਹ ਤਾਂ ਉਹਦੀ ਕੀਮਤ ਵੀ ਤੈਅ ਨਹੀਂ ਕਰ ਸਕਦੇ, ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਸੈਂਟਰ ਅਲਾਗ ਕਰਦਾ ਤੁਹਾਡੀ, ਯਾਨੀ ਆਪਣੀ ਜ਼ਮੀਨ ਆਪਣੀ ਖੇਤੀ ਦੇ ਉੱਤੇ ਵੀ ਤੁਹਾਡਾ ਜਿਹੜਾ ਕਾਰਖਾਨੇਦਾਰ ਹੈ ਉਹ ਤੈਅ ਕਰਦਾ ਵੀ ਉਹਦੀ ਲਾਗਤ ਇਸ ਚੀਜ਼ ਤੇ ਇੰਨੀ ਆਈ ਹੈ, ਉਹਨੇ ਇੰਨੇ ਦੀ ਵੇਚਣੀ ਹੈ। ਕੈਨੇਡਾ ਦੇ ਵਿੱਚ ਸਟੇਟਾਂ ਨੂੰ, ਕਿਊਬੈਕ ਹੋਏ, ਸਾਸਕੈਚੁਆਨ ਹੋਏ, ਹੋਰ ਜਿਹੜੀਆਂ ਨੇ ਉਹਨਾਂ ਕੋਲ ਬਹੁਤ ਫਰੀਡਮਸ ਨੇ, ਉਹ ਆਪਣਾ ਇੰਡੀਪੈਂਡੈਂਟ ਉਹਨਾਂ ਦੇ ਟ੍ਰੇਡ ਮਿਸ਼ਨ ਨੇ, ਔਰ ਇੰਡੀਪੈਂਡੈਂਟਲੀ ਉਹ ਜਾ ਕੇ ਉਹਨਾਂ ਨੇ ਮੁਲਕਾਂ ਦੇ ਵਿੱਚ ਆਪਣੇ ਟ੍ਰੇਡ ਆਫਿਸ ਖੋਲ੍ਹੇ ਹੋਏ ਨੇ, ਡਾਇਰੈਕਟ ਟ੍ਰੇਡ ਕਰਦੇ ਨੇ, ਉਹਨਾਂ ਨੂੰ ਹਰ ਚੀਜ਼ ਵਾਇਆ ਫੈਡਰਲ ਸਿਸਟਮ ਦੇ ਜਾਣ ਦੀ ਲੋੜ ਨਹੀਂ। ਹੁਣ ਇਸੇ ਤਰ੍ਹਾਂ ਕਿਉਂਕਿ ਲਿਬਰਲ ਪਾਰਟੀ ਹੈ ਜਸਟਿਨ ਟਰੂਡੋ ਦੀ, ਜਿਹੜੀ ਸੈਸਕੈਚੁਆਨ ਸਟੇਟ ਹੈ ਉਸ ਦੇ ਵਿੱਚ ਜਿਹੜਾ ਉੱਥੇ ਦਾ ਸਿਸਟਮ ਹੈ ਜਾਂ ਦੂਜਾ ਉਹ ਲਿਬਰਲ ਜਾਂ ਜਸਟਿਨ ਟਰੂਡੋ ਨਾਲ ਆਈ ਟੂ ਆਈ ਨਹੀਂ ਸੀ ਕਰਦਾ। ਉਹਨਾਂ ਦਾ ਪ੍ਰੀਮੀਅਰ ਹੈ ਸਕਾਟ ਮੋ, ਔਰ ਜਦੋਂ ਇਹ ਕੈਨੇਡਾ ਨੇ ਵੀ ਜਵਾਬੀ ਤੌਰ ਤੇ ਜਦੋਂ ਇੰਡੀਆ ਨੇ ਉਹਨਾਂ ਦੇ 41
ਜਾਂ 40 ਡਿਪਲੋਮੈਟ ਕੱਢੇ। ਕੈਨੇਡਾ ਨੇ ਵੀ ਕੁਇਡ ਪ੍ਰੋ ਕਿਊ ਕੀਤਾ ਔਰ ਟ੍ਰੇਡ ਮਿਸ਼ਨ ਜਿਹੜਾ ਜਾਣਾ ਸੀ ਕੈਨੇਡਾ ਦਾ ਉਹਨੂੰ ਕੈਂਸਲ ਕਰਤਾ। ਤੇ ਇਹਨੇ ਸਕਾਟ ਮੋਹ ਨੇ ਪ੍ਰੀਮੀਅਰ ਨੇ ਉਦੋਂ ਵੀ ਬਿਆਨ ਦਿੱਤਾ ਸੀ ਕਿ ਜੀ ਟਰੂਡੋ ਨੇ ਇਹ ਫੈਸਲਾ ਲੈ ਲਿਆ, ਸਾਨੂੰ ਤਾਂ ਪੁੱਛਿਆ ਨਹੀਂ ਹੈ ਸੈਸਕੈਚੁਅਨ ਵਾਲਿਆਂ ਨੂੰ। ਹੁਣ ਸੈਸਕੈਚੁਅਨ ਉਹ ਸੂਬਾ ਹੈ ਜਿੱਥੇ ਕਿ ਖੇਤੀਬਾੜੀ ਪ੍ਰਧਾਨ ਹੈ ਕੁਝ ਚੀਜ਼ਾਂ, ਔਰ ਜਿਹੜੀ ਇੰਡੀਆ ਦੇ ਨਾਲ ਟ੍ਰੇਡ ਹੈ, ਇੰਡੀਆ ਨੂੰ ਬਹੁਤ ਵੱਡੀ ਮਾਤਰਾ 'ਚ ਦਾਲਾਂ ਜਾਂਦੀਆਂ ਨੇ ਲੈਂਟਲਸ ਕੈਨੇਡਾ ਦੀਆਂ, ਔਰ ਲਗਭਗ 25% ਦੀ ਜਿਹੜੀ ਟ੍ਰੇਡ ਹੈ ਉਹ ਜਿਹੜਾ ਸਟੱਫ ਹੈ ਜਿਹੜਾ ਭਾਰਤ ਨੂੰ ਜਾਂਦਾ ਉਹ ਸੈਸਕੈਚੁਆਨ ਚੋਂ ਜਾਂਦਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇੰਡੀਆ ਨੇ ਦੇਖਿਆ ਕਿ ਵੀ ਇਹ ਜਿਹੜਾ ਉਹਨਾਂ ਦਾ ਪ੍ਰੀਮੀਅਰ ਸਕਾਟ ਮੋਹ ਹੈ ਇਹ ਜਸਟਨ ਟਰੂਡੋ ਦੇ ਜਿਹੜਾ ਇਹ ਤਾਂ ਖਿਲਾਫ ਹੈ, ਔਰ ਉਹ ਇੰਡੀਪੈਂਡੈਂਟ ਆਪਣਾ ਟ੍ਰੇਡ ਵੀ ਕਰਦੇ ਨੇ, ਔਰ ਇਹਦੇ ਬਾਵਜੂਦ ਕਿ ਟ੍ਰੇਡ ਮਿਸ਼ਨ ਨੂੰ ਹਾਲਟ ਕੀਤਾ ਹੈ ਉਹ ਟ੍ਰੇਡ ਉਹਨਾਂ ਦਾ ਜਾਰੀ ਹੈ ਕਿਉਂਕਿ ਕੈਨੇਡਾ 'ਚ ਇੰਨੀ ਫਰੀडम ਹੈ ਸੂਬਿਆਂ ਨੂੰ ਵੀ। ਔਰ ਮਾਰਚ ਦੇ ਮਹੀਨੇ 'ਚ ਇਹ ਸਕਾਟ ਮੋਹ ਫਿਰ ਇੱਕ ਡੈਲੀਗੇਸ਼ਨ ਲੈ ਕੇ ਗਿਆ। ਉਹਨੇ ਕਿਹਾ ਜੀ ਇਹ ਜਿਹੜਾ ਤੁਸੀਂ ਡਿਪਲੋਮੈਟਿਕ ਕ੍ਰੈਡੀਟੇਸ਼ਨ ਕੈਂਸਲ ਕੀਤੀ ਹੈ ਸਾਡੀ ਕਿਉਂ ਕੀਤੀ ਹੈ, ਅਸੀਂ ਤਾਂ ਤੁਹਾਡੇ ਨਾਲ ਬੜੀ ਦੋਸਤੀ ਰੱਖਦੇ ਹਾਂ, ਇਹਨੂੰ ਰੀਸਟੋਰ ਕੀਤਾ ਜਾਏ। ਔਰ ਅਸੀਂ ਤਾਂ ਔਰ ਇਸ ਮਾਰਚ ਦੇ ਆਪਣੀ ਵਿਜ਼ਿਟ ਵੇਲੇ ਇਹ ਮਿਸਟਰ ਸਕਾਟ ਮੋਹ ਐਸ ਜੈਸ਼ੰਕਰ ਨੂੰ ਵੀ ਮਿਲਿਆ ਔਰ ਉਹਨਾਂ ਦੇ ਜਿਹੜਾ ਦੂਸਰੇ ਮਿਨਿਸਟਰ ਪਿਊਸ਼ ਗੋਇਲ ਨੂੰ ਵੀ ਮਿਲਿਆ। ਹੁਣ ਅੱਜ ਜਿਹੜੀ ਖਬਰ ਇਹਨਾਂ ਦੇ ਮੀਡੀਆ ਨੇ ਲਾਈ ਹੈ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਡਰਟੀ ਗੇਮ ਖੇਡ ਰਹੇ ਨੇ। ਟ੍ਰਿਬਿਊਨ ਦੀ ਨਿਊਜ਼ ਹੈ, ਇੰਡੀਆ ਰੀਸਟੋਰਸ ਡਿਪਲੋਮੈਟਿਕ ਵੀਜ਼ਾ ਫਾਰ ਕੈਨੇਡੀਅਨ PM ਜਸਟਨ ਟਰੂਡੋਜ਼ ਪੋਲੀਟੀਕਲ ਰਾਈਵਲ। ਕਿ ਜਸਟਨ ਟਰੂਡੋ ਦਾ ਜਿਹੜਾ ਸਿਆਸੀ ਮੁਖਾਲਫ ਹੈ, ਸਿਆਸੀ ਵਿਰੋਧੀ ਹੈ, ਉਸ ਦਾ ਡਿਪਲੋਮੈਟਿਕ ਵੀਜ਼ਾ ਜਿਹੜਾ 41 ਵੀਜ਼ਿਆਂ ਦੇ ਵਿੱਚ ਕੈਂਸਲ ਕੀਤਾ ਗਿਆ ਸੀ ਉਹਨੂੰ ਉਹਨਾਂ ਨੇ ਬਹਾਲ ਕਰ ਦਿੱਤਾ ਹੈ। ਸਸਕੈਚੁਅਨ ਹੈਜ਼ ਅਨਾਉਂਸਡ that Indian government has formally approved full diplomatic accreditation for province managing director of India office ਕਿ ਜਿਹੜਾ ਇੰਡੀਆ ਆਫਿਸ ਸਸਕੈਚੁਆਨ ਨੇ ਖੋਲਿਆ ਹੋਇਆ ਉਹਨਾਂ ਨੇ ਕਿਹਾ ਜੀ ਤੁਸੀਂ ਤੁਹਾਡਾ ਫੁੱਲ ਫਲੈਜਡ ਡਿਪਲੋਮੈਟਿਕ ਸਟੇਟਸ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਹ ਹੁਣ ਕਿਸ ਹੱਦ ਤੱਕ ਇਹ ਇੰਟਰਫੀਅਰੈਂਸ ਇਹ ਨਹੀਂ ਹੈ ਵੀ ਆਲ ਆਫ ਅ ਸਡਨ ਸ਼ੁਰੂ ਹੋਈ। ਜੇ ਹੁਣ ਇਨਕੁਆਰੀ 'ਚ ਸਾਹਮਣੇ ਆਇਆ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵੇਲੇ ਇੰਡੀਆ ਨੇ ਕੰਜ਼ਰਵੇਟਿਵ ਪਾਰਟੀ ਦੀ ਈਵਨ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਜਿਹੜਾ ਉਹ ਇੰਟਰਫੀਅਰ ਕੀਤਾ ਸੀ। ਸੋ ਹੁਣ ਇਸ ਹੱਦ ਤੱਕ ਪਹੁੰਚ ਗਏ ਨੇ ਕਿ ਸੈਸਕੈਚੁਆਨ ਨੂੰ ਇਹ ਇੱਕ ਅੱਡ ਦੇਸ਼ ਵਾਂਗ ਕਿ ਬਈ ਬਾਕੀ 39 ਦੇ ਵੀਜ਼ੇ ਅਸੀਂ ਰੀਸਟੋਰ ਨਹੀਂ ਕਰਨੇ, ਸੈਸਕੈਚੁਆਨ ਦੇ ਕਰਨੇ ਨੇ। ਸੋ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਕਿਸ ਕਿਸਮ ਦੀ ਡਰਟੀ ਗੇਮ ਇੰਡੀਅਨਸ ਖੇਡ ਰਹੇ ਨੇ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹ ਵਾਹ ਗੋਬਿੰਦ ਸਿੰਘ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 11 ਮਈ 2024 ਦਿਨ ਸ਼ਨੀਵਾਰ ਨੂੰ ਸ਼ੋਵੇਅਰ ਸੈਂਟਰ ਕੈਂਟ ਵਾਸ਼ਿੰਗਟਨ ਵਿਖੇ ਕੱਢਿਆ ਜਾ ਰਿਹਾ ਹੈ। ਸ਼ੋਵੇਅਰ ਸੈਂਟਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ ਅਤੇ ਦੁਪਹਿਰ 2 ਵਜੇ ਨਗਰ ਕੀਰਤਨ ਕੱਢਿਆ ਜਾਵੇਗਾ। ਭਾਈ ਪਿੰਦਰਪਾਲ ਸਿੰਘ ਜੀ 9 ਅਤੇ 10 ਮਈ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾਉਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ 11 ਅਤੇ 12 ਮਈ ਨੂੰ ਨਗਰ ਕੀਰਤਨ ਵਿੱਚ ਅਤੇ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਸਥਾਨਕ ਸੰਗਤਾਂ ਦੇ ਸਹਿਯੋਗ ਨਾਲ
ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪੇ ਗੁਰ ਚੇਲਾ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਪਬਲੀਕੇਸ਼ਨ ਦਾ ਨਾਈਟਲੀ ਅਨੁਸਾਰ ਕੈਨੇਡਾ ਦੇ ਐਮਪੀਜ਼ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਦੋਂ ਭਾਰਤ ਜਾਣ ਆਪਣੇ ਫੋਨ ਨਾਲ ਨਾ ਲੈ ਕੇ ਜਾਣ, ਕਿਉਂਕਿ ਇਹਨਾਂ ਫੋਨਾਂ ਵਿੱਚ ਭਾਰਤੀ ਜਸੂਸ ਆਪਣੀ ਜਾਸੂਸੀ ਜਿਹੜੀ ਚਿੱਪ ਹੈ ਉਹ ਪਾ ਸਕਦੇ ਨੇ ਔਰ ਐਮਪੀਜ਼ ਨੂੰ ਬਰਨਰ ਫੋਨ ਇਸਤੇਮਾਲ ਕਰਨ ਦਾ ਜਿਹੜੀ ਹੈ ਸਲਾਹ ਦਿੱਤੀ ਗਈ ਹੈ। ਸੋ ਜ਼ਾਹਿਰ ਹੈ ਕਿ ਆਸਟ੍ਰੇਲੀਆ ਭਾਰਤ ਸਬੰਧਾਂ ਵਿੱਚ ਵੀ ਹੁਣ ਸ਼ੱਕ ਦੀ ਦੀਵਾਰ ਖੜ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ 2-3 ਪ੍ਰੋਗਰਾਮਾਂ 'ਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਉਹਨਾਂ ਦੀ ਪੈਨੀ ਵੋਂਗ, ਉਹਨਾਂ ਦੀ ਫੋਰਨ ਮਿਨਿਸਟਰ ਔਰ ਉਹਨਾਂ ਦਾ ਭਾਰਤ ਦੇ ਵਿੱਚ ਐਂਬੈਸਡਰ ਜਿਸ ਕਿਸਮ ਦਾ ਉਹਨਾਂ ਨੇ ਸਟੈਂਡ ਲਿਆ ਖੁੱਲ੍ਹ ਕੇ ਕਹਿ ਕੇ ਕਿ ਇੰਡੀਆ ਤਾਂ ਜਿਹੜਾ ਹੈ ਉਹ ਇਨਡਿਸਪੈਂਸੇਬਲ ਪਾਰਟਨਰ ਹੈ ਔਰ ਉਹਨਾਂ ਦੀ ਫੋਰਨ ਮਿਨਿਸਟਰ ਵੀ ਇਹ ਕਹਿ ਕੇ ਜੀ ਅਸੀਂ ਇੰਟੈਲੀਜੈਂਸ ਤੇ ਕੋਈ ਜਿਹੜਾ ਹੈ ਉਹ ਕਾਮੈਂਟ ਨਹੀਂ ਕਰਦੇ, ਨੋਨ ਹੈ, ਪਰ ਅਸੀਂ ਡੈਮੋਕ੍ਰੇਸੀ ਵੈਲਿਊਜ਼ ਇੱਧਰ ਉੱਧਰ ਜੋ ਵੀ ਲੰਬਾ ਚੌੜਾ ਇਸ ਕਿਸਮ ਦਾ ਝੂਠ ਬੋਲਣ ਵਾਲੇ ਬੋਲਦੇ ਨੇ। ਔਰ ਇਸ ਦੇ ਉੱਤੇ ਜਿਹੜੀ ਆਸਟ੍ਰੇਲੀਆ ਦੀਆਂ ਸਿੱਖ ਆਰਗੇਨਾਈਜੇਸ਼ਨਸ ਵੀ ਉਹਨਾਂ ਨੇ ਲਾਮਬੰਦੀ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਡੀਟੇਲ ਸਟੇਟਮੈਂਟ ਜਿਹਦੇ 'ਚ ਕਿ ਆਸਟ੍ਰੇਲੀਆ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਨੁਮਾਇੰਦੇ ਸ਼ਾਮਲ ਨੇ ਉਸ ਜਥੇਬੰਦੀ ਵੱਲੋਂ ਆਏਗੀ, ਉਸ ਦਾ ਵੀ ਅਸੀਂ ਜਿਹੜਾ ਉਹ ਹਵਾਲਾ ਦੇਵਾਂਗੇ। ਪਰ ਇੱਕ ਗੱਲ ਸਾਹਮਣੇ ਹੈ ਕਿ ਜੇ ਵਾਸ਼ਿੰਗਟਨ ਪੋਸਟ ਆਪਣੀ ਇਨਵੈਸਟੀਗੇਟਿਵ ਸਟੋਰੀ ਨਾ ਕਰਦਾ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਹੱਦ ਤੱਕ, ਕੈਨੇਡਾ 'ਚ ਤਾਂ ਉਹਨਾਂ ਨੇ ਮਰਡਰ ਕੀਤਾ ਜਾਂ ਅਜੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਹੈ ਵੀ ਉਹ ਕਿਸ ਹੱਦ ਤੱਕ ਉਹਨਾਂ ਨੇ ਬਾਕੀ ਸ਼ੋਬਿਆਂ 'ਚ, ਸਿੱਖਾਂ ਦੇ ਉੱਤੇ ਤਾਂ ਉਹਨਾਂ ਦਾ ਕਨਿਸ਼ਕਾ ਤੋਂ ਲੈ ਕੇ ਜੋ ਪਾਰਟ ਹੈ, ਪਰ ਕੈਨੇਡਾ ਦੇ ਬਾਕੀ ਆਰਗਨਸ 'ਚ ਉਹਨਾਂ ਦੀ ਕਿੰਨੀ ਕੁ ਦਖਲਅੰਦਾਜ਼ੀ ਹੈ। ਅਮਰੀਕਾ 'ਚ ਵੀ ਅਸੀਂ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਥੱਲੇ ਖਾਲਿਸਤਾਨੀ ਐਕਟਿਵਿਸਟ ਨੂੰ ਮਾਰਨ ਦੀ ਸਕੀਮ ਤਾਂ ਦੇਖੀ, ਪਰ ਅਮਰੀਕਨ ਡਿਫੈਂਸ ਜਾਂ ਸਿਕਿਉਰਿਟੀ ਜਾਂ 에ਅਰਪੋਰਟਸ ਜਾਂ ਦੂਜਿਆਂ ਤੀਜਿਆਂ 'ਚ ਕੋਈ ਉਹਨਾਂ ਦੀ ਸਪਾਈਂਗ ਦੇ ਜਿਹੜੇ ਉਹ ਸਬੂਤ ਘੱਟੋ ਘੱਟ ਪਬਲਿਕ 'ਚ ਚਰਚਾ 'ਚ ਨਹੀਂ ਆਏ। ਪਰ ਜਿਹੜੇ ਵਾਸ਼ਿੰਗਟਨ ਪੋਸਟ ਨੇ ਔਰ ਫਿਰ ਉਹਨਾਂ ਦੇ ਮਾਈਕ ਬਰਗੈਸ, ਉਹਨਾਂ ਦੇ ਆਸਟ੍ਰੇਲੀਆ ਦੇ ਸਿਕਿਉਰਿਟੀ ਚੀਫ ਨੇ ਜੋ ਕੁਝ 2 ਸਾਲ ਪਹਿਲਾਂ ਕਿਹਾ ਸੀ ਜਿਹਦੇ 'ਚ ਮੁਲਕ ਦਾ ਨਾਂ ਨਹੀਂ ਸੀ ਲਿਆ ਗਿਆ, ਸਾਹਮਣੇ ਆਇਆ ਵੀ ਇਹ ਤਾਂ ਇੰਡੀਆ ਉੱਥੋਂ ਦੇ ਸਿੱਖਾਂ ਦੇ ਉੱਤੇ ਵੀ ਕਰਦਾ ਹੈ, ਉਹਨਾਂ ਦੇ 에ਅਰਪੋਰਟ ਔਰ ਦੂਸਰੀ ਸਿਕਿਉਰਿਟੀ ਨੂੰ ਵੀ, ਔਰ ਗਰੂਮਿੰਗ ਆਫ ਦਾ ਪੋਲੀਟੀਸ਼ੀਅਨਸ ਵੀ ਹੈ। ਔਰ ਇਹ ਸਾਰਾ ਜਦੋਂ ਸਾਹਮਣੇ ਆਇਆ ਕਿ ਵੀ ਸਭ ਦੇ ਬਾਵਜੂਦ ਜਿਹੜਾ ਆਸਟ੍ਰੇਲੀਆ ਨਾ ਉਹਨੇ ਉਹ ਟ੍ਰੇਡ ਟਾਕਸ ਸਸਪੈਂਡ ਕੀਤੀਆਂ ਔਰ ਜਿਸ ਲੈਵਲ ਤੇ ਜਾ ਕੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਬਾਕੀ ਵਜ਼ੀਰ ਜਿਸ ਕਿਸਮ ਦਾ ਰਵੱਈਆ ਅਖਤਿਆਰ ਕਰ ਰਹੇ ਨੇ, ਸੋ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਹਾਲਾਂਕਿ ਆਸਟ੍ਰੇਲੀਆ ਦਾ ਆਪਣਾ ABC ਚੈਨਲ, ਉਹਨਾਂ ਦੀ ਜਿਹੜੀ ਬਿਊਰੋ ਚੀਫ ਔਰ ਉਹਨਾਂ ਦੀ ਟੀਮ ਨੂੰ ਇੰਡੀਆ 'ਚੋਂ ਕੱਢਿਆ ਗਿਆ ਔਰ ਈਵਨ ਜਿਹੜੀ ਉਹਨਾਂ ਨੇ ਸਟੋਰੀ ਫੋਰਨ ਕੋਰਸਪੋਂਡੈਂਟ ਦੇ ਥੱਲੇ ਕੀਤੀ ਵੀ ਸਿੱਖਾਂ ਬਾਰੇ, ਉਹਨੂੰ ਵੀ ਉਹਨਾਂ ਨੇ ਆਪਣੇ ਸੋਸ਼ਲ ਪਲੇਟਫਾਰਮ ਤੋਂ ਹਟਵਾ ਦਿੱਤਾ ਉਸ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਤੇ ਐਕਸ ਵਾਲਿਆਂ ਤੇ ਔਰ ਫੇਸਬੁੱਕ ਔਰ YouTube ਤੇ। ਪਰ ਹੁਣ ਮੇਰੇ ਸਾਹਮਣੇ ਆਲਮੋਸਟ 3 ਸਟੋਰੀਜ਼ ਨੇ ਜਿਨ੍ਹਾਂ ਤੋਂ ਮੈਂ ਇਹ ਕਹਿ ਸਕਦਾ ਕਿ ਹੁਣ ਇਹਦੇ ਬਾਵਜੂਦ ਕਿ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਅੱਖਾਂ ਔਰ ਕੰਨ ਕਬੂਤਰ ਵਾਂਗੂ ਬੰਦ ਕਰਕੇ ਪ੍ਰਭਾਵ ਦੇਣਾ ਚਾਹੁੰਦੇ ਸੀ ਵੀ ਅਸੀਂ ਦੇਖਿਆ ਨਹੀਂ, ਅਸੀਂ ਸੁਣਿਆ ਨਹੀਂ, ਪਰ ਹੁਣ ਇਹ ਸਾਬਤ ਆ ਰਿਹਾ ਸਾਹਮਣੇ ਕਿ ਅੰਦਰ ਖਾਤੇ ਆਸਟ੍ਰੇਲੀਆ ਦੀਆਂ ਚੂੜਾਂ ਜਿਹੜੀਆਂ ਨੇ ਰਿਸ਼ਤਿਆਂ ਦੀਆਂ ਭਾਰਤ ਨਾਲ ਹਿੱਲ ਗਈਆਂ ਨੇ। ਉਹਨਾਂ ਨੇ ਆਪਣੇ ਐਮਪੀਜ਼ ਨੂੰ ਵੀ ਵਾਰਨਿੰਗ ਦਿੱਤੀ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਇੱਕ ਸਟੋਰੀ SBS ਨਿਊਜ਼ ਦੇ ਹਵਾਲੇ ਨਾਲ, ਇੰਡੀਆ ਹੈਜ਼ ਕ੍ਰਾਸਡ ਦਾ ਲਾਈਨ, ਇਹ ਕੋਟ ਅਨਕੋਟ 'ਚ ਹੈ, ਵਾਈ ਇਟਸ ਨੈਸਟ ਆਫ ਸਪਾਈਜ਼ ਵਾਜ਼ ਐਕਸਪੋਜ਼ਡ ਇਨ ਆਸਟ੍ਰੇਲੀਆ। ਔਰ ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਦੇ ਜਿਹੜੇ ਬ੍ਰੇਜ਼ਨ ਐਕਸ਼ਨ ਨੇ ਉਹਨਾਂ ਨੇ ਕਿਵੇਂ ਰਿਸਪੌਂਸ ਲਿਆ। ਔਰ ਦੂਸਰਾ ਕਾਫੀ ਡੀਟੇਲ ਸਟੋਰੀ ਹੈ ਕਿਉਂਕਿ ਇਹਦੇ ਬਹੁਤ ਸਾਰੇ ਹਿੱਸੇ ਅਸੀਂ ਅੱਡ-ਅੱਡ ਤਰੀਕੇ ਨਾਲ ਪਹਿਲਾਂ ਡਿਸਕਸ ਕਰਦੇ ਹੀ ਹਾਂ। ਇਹ ਭਾਵੇਂ ਹੁਣ ਇਹਦੇ ਤੇ ਆਇਆ ਜਿਹੜਾ SBS ਤੇ, ਫਿਰ ਅਸੀਂ ਦੇਖਦੇ ਹਾਂ ਕਿ ਬਈ ਇਹ ਇੱਕ ਪੂਰੀ ਸਟੋਰੀ ਹਾਨਾ ਰਿਚੀ ਦੀ BBC ਨਿਊਜ਼ ਸਿਡਨੀ ਦੇ ਹਵਾਲੇ ਨਾਲ
Australia sidesteps reports it expelled Indian spies. The Australian government has talked up its close ties with New Delhi despite reports that 2 Indian spies were expelled from country in 2020. ਇਹਨਾਂ ਨੂੰ ਰਗੜਾ ਦਿੱਤਾ ਹੈ ਕਿ ਬਈ ਉਹਨਾਂ ਨੇ ਬਿਲਕੁਲ ਉਸ ਨੂੰ ਸਾਈਡ ਸਟੈਪ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਕਿ 2 ਜਿਹੜੇ ਇੰਡੀਆ ਦੇ ਸਪਾਈ ਸੀ ਉੱਥੋਂ ਕੱਢੇ ਜਾ ਚੁੱਕੇ ਸੀ। ਪਰ ਦਾ ਨਾਈਟਲੀ ਨੇ ਇਹ ਸਾਰੇ ਭੇਤਾਂ ਤੋਂ ਕਾਫੀ ਡਿਟੇਲ 'ਚ ਪਰਦਾ ਚੁੱਕਦਿਆਂ ਇਹ ਦੱਸਿਆ ਕਿ ਬਈ ਆਸਟ੍ਰੇਲੀਆ ਬੇਸ਼ੱਕ ਬਾਹਰਮੁਖੀ ਤੌਰ ਤੇ ਭਾਰਤ ਪ੍ਰਤੀ ਨੈਗੇਟਿਵਿਟੀ ਨਹੀਂ ਕਰ ਰਿਹਾ ਜਾਂ ਉਹਦੇ 'ਚ ਕੁਆਡ ਜਾਂ ਅਮਰੀਕਨ ਦਬਾਅ ਜਾਂ ਕੀ ਹੈ, ਲੇਕਿਨ ਅੰਦਰੂਨੀ ਤੌਰ ਤੇ ਔਰ ਇਹ ਦਾ ਨਾਈਟਲੀ ਦੀ ਸਟੋਰੀ ਦੀ ਹੈਡਲਾਈਨ ਹੈ, Australian MPs urged to use burner phones in India as spying concerns grow on Narendra Modi government. ਹੁਣ ਇਹ ਬਰਨਰ ਫੋਨ ਕੀ ਹੁੰਦਾ ਹੈ? ਜਿਹਦੇ 'ਚ ਤੁਸੀਂ ਚਿਪ ਪਾਉਂਦੇ ਹੋ, ਤੁਸੀਂ ਵਕਤੀ ਤੌਰ ਤੇ ਉਹ ਚਿਪ ਕੱਢ ਲਿਆ, ਕਿਤੇ ਵੀ ਉਹਨੂੰ ਤੁਸੀਂ ਯੂਜ਼ ਕਰ ਲਿਆ, ਸੋ ਉਹਦੇ ਤੋਂ ਸ਼ਾਰਟ ਟਰਮ ਹੁੰਦਾ ਹੈ। ਉਹਦੇ ਜਿਹੜੇ ਹੁਣ ਰੈਗੂਲਰ ਫੋਨ ਉਹਨਾਂ ਦੇ ਆਸਟ੍ਰੇਲੀਆ 'ਚ ਆਲਰੇਡੀ ਇੱਥੇ ਨੈਸਟ ਆਫ ਸਪਾਈ ਸੀ, ਤੇ ਉੱਥੇ ਜਾਂਦੇ ਆ ਜਿਨ੍ਹਾਂ ਦੇ ਕੋਲ ਪੈਗਾਸਸ ਵਰਗਾ ਸਪਾਈ ਮਾਲਵੇਅਰ ਹੈ ਜਿਹੜਾ ਉਹਨਾਂ ਨੇ ਮੋਸਾਦ ਤੋਂ ਖਰੀਦਿਆ ਹੋਇਆ, ਤੇ ਉਹ ਤਾਂ ਉਹਨਾਂ ਦੀ ਸਾਰੀ ਐਕਟੀਵਿਟੀ ਲੋਕੇਸ਼ਨ ਤਾਂ ਟਰੈਕ ਹੁੰਦੀ ਹੈ। ਈਵਨ ਸਾਰੀ ਕਨਵਰਸੇਸ਼ਨ ਉਹ ਨਾਲ ਲੈ ਕੇ ਹੋਣਗੇ, ਆਪਣੇ ਉਹਨਾਂ ਦੇ ਬੈਡਰੂਮਾਂ ਦੀਆਂ ਵੀ ਜਿਹੜੀਆਂ ਨੇ ਉਹਨਾਂ ਦੇ ਕੋਲ ਹੋਣਗੀਆਂ ਪਿਕਚਰਸ ਔਰ ਕਰਤੂਤਾਂ, ਔਰ ਫਿਰ ਉਹਨੂੰ ਉਹ ਐਕਸਪਲੋਇਟ ਵੀ ਕਰਨਗੇ ਔਰ ਸਪਾਈਂਗ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਐਂਡ ਟ੍ਰੇਡ has advised prominent Australians including MPs to take burner phones with them when they travel to India. कि ਜਦੋਂ ਤੁਸੀਂ ਇੰਡੀਆ ਜਾਣਾ ਹੈ ਆਪਣੇ ਰੈਗੂਲਰ ਫੋਨ ਨਾ ਲੈ ਕੇ ਜਾਓ, ਦੂਸਰੇ ਫੋਨ ਲਓ। It is the same advice given to MP and VIP ਵੀ ਇਹ ਹੀ ਐਡਵਾਈਸ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਫੋਰਨ ਅਫੇਅਰਸ ਐਂਡ ਟ੍ਰੇਡ ਹੈ ਪਹਿਲਾਂ ਚਾਈਨਾ ਔਰ ਯੂਕਰੇਨ ਬਾਰੇ ਦਿੰਦਾ ਸੀ ਕਿ ਵੀ ਉੱਥੇ ਵੀ ਸਪਾਈਂਗ ਦਾ ਡਰ ਹੈ। ਹੁਣ ਇੰਡੀਆ ਵੀ ਉਸ ਕੈਟਾਗਰੀ ਦੇ ਵਿੱਚ ਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਜਿਹੜੇ ਮੁਲਕ ਨੇ ਉਹਨਾਂ 'ਚ ਆ ਗਿਆ। ਉਹਨਾਂ ਨੇ ਕਿਹਾ ਦਾ ਰੈਵਲੇਸ਼ਨ ਸ਼ੋ ਅੰਡਰਲਾਈਂਗ ਸਾਈਨਸ ਆਫ ਡਿਸਟਰਸਟ ਬਿਟਵੀਨ ਆਸਟ੍ਰੇਲੀਆ ਐਂਡ ਦਾ ਹਿੰਦੂ ਨੈਸ਼ਨਲਿਸਟ ਗਵਰਨਮੈਂਟ led by Prime Minister Modi after it was only recently revealed that nest of spies that intelligence agency ACO disrupted and kicked out of Australia in 2020 was Indian ਨੇ ਕਿ ਵੀ ਕਿਵੇਂ ਉਹਨਾਂ ਦੀ ਏਜੰਸੀਆਂ ਨੇ ਇੰਡੀਅਨ 2 ਸਪਾਈਜ਼ ਨੂੰ ਉੱਥੋਂ ਕਿਕ ਆਊਟ ਕੀਤਾ। ਫਿਰ ਇਸ ਦੀ ਸਟੋਰੀ 'ਚ ਹੈ ਕਿ while it is a rule of the thumb that traveling VIPs are recommended to leave their regular phones at home unless they are traveling to a Five Eyes intelligence sharing country, ਵੈਸੇ ਹੀ ਉਹਨਾਂ ਨੂੰ ਐਡਵਾਈਸ ਹੈ ਕਿ ਵੀ ਜੇ ਤੁਸੀਂ 5 Five Eyes ਕੰਟਰੀ 'ਚ ਉੱਥੇ ਤੁਸੀਂ ਆਪਣਾ ਰੈਗੂਲਰ ਫੋਨ ਲਿਜਾ ਸਕਦੇ ਹੋ। ਔਰ ਇਹ ਉਹਨਾਂ ਨੇ ਕਿਹਾ ਦਾ ਨਾਈਟਲੀ ਅੰਡਰਸਟੈਂਡਸ ਆਫੀਸ਼ੀਅਲਸ ਹੈਵ ਐਸਕੇਲੇਟਡ देयर ਐਡਵਾਈਸ ਫॉर ਇੰਡੀਆ ਕਿ ਵੀ ਇੰਡੀਆ ਨੂੰ ਵੀ ਉਹ ਸਮਝਦੇ ਸੀ ਫਰੈਂਡਲੀ ਕੰਟਰੀ ਹੈ, ਪਰ ਹੁਣ ਉਹਨੂੰ ਵੀ ਉਹਨਾਂ ਨੇ ਚਾਈਨਾ ਔਰ ਦੂਸਰੀ ਕੈਟਾਗਰੀ 'ਚ ਰੱਖਿਆ। ਔਰ ਇਹ 3 ਸਾਲ ਪਹਿਲਾਂ ਤੱਕ ਕਿਵੇਂ ਨਹੀਂ ਸੀ, ਜੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਰੈਗੂਲਰ ਫਿਗਰ ਜਿਹੜੇ ਜਾਂਦੇ ਨੇ ਉਹਨਾਂ ਨੂੰ ਇਹ ਸਟਰੋਂਗ ਐਡਵਾਈਸ ਹੈ। ਔਰ ਇਹ ਸਾਹਮਣੇ ਉਹਨਾਂ ਨੇ ਫਿਰ ਐਂਥਨੀ ਐਲਬਨੀਜ਼ ਉਹਨਾਂ ਨੇ ਕਿਹਾ ਵੀ ਕਿਸ ਹੱਦ ਤੱਕ ਇਹਨਾਂ ਦਾ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦਾ ਰੈਟਰਿਕ ਚਲਿਆ ਗਿਆ ਸੀ ਇੰਡੀਆ ਬਾਰੇ ਕਿ ਜਦੋਂ ਮੋਦੀ ਆਉਂਦਾ ਆਸਟ੍ਰੇਲੀਆ ਤੇ ਜਿਹੜਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਹੈ ਐਂਥਨੀ ਐਲਬਨੀਜ਼ ਉਹ ਉਹਨੂੰ ਇਹ ਕਹਿੰਦਾ ਕਿ ਵੀ ਮੋਦੀ ਜਿਹੜਾ ਹੀ ਇਜ਼ ਮਾਈ ਬਾਸ। ਔਰ ਉਹਨਾਂ ਨੇ ਕਿਹਾ ਵੀ ਹੁਣ ਫਿਊਚਰ 'ਚ ਘੱਟੋ ਘੱਟ ਇਸ ਕਿਸਮ ਦੇ ਜਿਹੜੇ ਨੇ ਉਹ ਨਹੀਂ ਵਰਤਣਗੇ ਐਡਜੈਕਟਿਵ ਇੱਕ ਦੂਜੇ। ਫਿਰ ਉਹਨਾਂ ਨੇ ਕਿਹਾ ਕਿ ਬਈ ਹੁਣ ਇਹ ਜਿਹੜਾ ਉਹਨੇ ਕਿਹਾ ਕਿ ਮੋਦੀ ਮੇਰਾ ਬੌਸ ਹੈ, ਇਹਨੂੰ ਬੀਜੇਪੀ ਵਾਲੇ ਆਪਣੀਆਂ ਇਲੈਕਸ਼ਨਾਂ ਦੇ ਦੌਰਾਨ ਐਡਵਰਟਾਈਜ਼ਮੈਂਟ ਮਟੀਰੀਅਲ ਦੇ ਤੌਰ ਤੇ ਵਰਤ ਰਹੇ ਨੇ। ਔਰ ਇਸ ਦੇ ਉੱਤੇ ਫਿਰ ਇਹਨੇ ਦਾ ਨਾਈਟਲੀ ਨੇ ਕਾਮੈਂਟ ਲਏ ਨੇ। ਇਆਨ ਹਾਲ ਇਹ ਪ੍ਰੋਫੈਸਰ ਨੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਗ੍ਰਿਫਥ ਯੂਨੀਵਰਸਿਟੀ 'ਚ ਐਕਸਪਰਟ ਔਨ ਇੰਡੀਆ ਸੈਡ ਹੀ ਹੋਪਡ the change in security advice would lead to a more realistic foreign policy on India. ਹੁਣ ਤੱਕ ਦਾ ਵਿਸ਼ਾ ਹੀ ਹੋਏ ਸੀ ਇਹ ਪੂਰੇ ਕਿ ਵੀ ਇਸ ਚੋਂ ਘੱਟੋ ਘੱਟ realistic foreign policy ਨਿਕਲੇਗੀ। This revised advice reflects unhappiness about India's recent actions and New Delhi's responses to Canadian and US requests for explanations and for accountability. ਕਿ ਵੀ ਅਮਰੀਕਾ ਕੈਨੇਡਾ ਰਿਕੁਐਸਟ ਕਰ ਰਹੇ ਨੇ, ਉੱਥੇ ਵੀ ਜੋ ਇਹ ਰਿਸਪੌਂਸ ਕਰ ਰਹੇ ਨੇ ਔਰ ਜੋ ਉਹਨਾਂ ਦਾ ਹਾਲ ਹੈ। ਆਈ ਹੋਪ it also moves us away from some of the over exuberant language we have seen in recent years to a more calibrated interest driven India policy ਕਿ ਇੰਡੀਆ ਤਾਂ ਬੜਾ
ਮਾਪ ਤੋਲ ਕੇ ਉਹਨਾਂ ਨੇ ਕੀ ਫਾਇਦਾ ਚੱਕਣਾ ਹੈ। ਇਹ ਐਵੇਂ ਹੀ ਜਿਹੜੇ ਨੇ ਉਹ ਅੱਡੀਆਂ ਨੂੰ ਥੁੱਕ ਲਵਾਈ ਫਿਰਦੇ ਨੇ। ਨਹੀਂ, ਉਹਨਾਂ ਨੇ ਕਿਹਾ ਵੀ ਆਹ ਜਿਹੜਾ ਹੈ ਐਗਜ਼ੂਬਰੈਂਟ ਲੈਂਗੁਏਜ ਹਟ ਗਈ। ਇਸੇ ਤਰ੍ਹਾਂ ਸਿਡਨੀ ਬੇਸਡ ਥਿੰਕ ਟੈਂਕ ਹੈ ਲੋਲੀ ਇੰਸਟੀਚਿਊਟ, ਉਸ ਤੇ ਮਿਸਟਰ ਹਰਵ ਲੈਮਾਹੂ ਨੇ ਕਿਹਾ ਸੈਡ ਦੈਟ ਬਿਹਾਈਂਡ ਦਾ ਸੀਨਸ ਆਸਟ੍ਰੇਲੀਆ ਵਾਜ਼ ਅਪਰੋਚਿੰਗ ਦਾ ਇੰਡੀਆ ਰਿਲੇਸ਼ਨਸ਼ਿਪ ਵਿਦ ਗ੍ਰੇਟਰ ਕੌਸ਼ਨ, ਕਿ ਵੀ ਹੁਣ ਗ੍ਰੇਟਰ ਕੌਸ਼ਨ ਦੇ ਨਾਲ ਹੈ। ਵਾਈਲ ਦਾ ਰਿਲੇਸ਼ਨਸ਼ਿਪ ਇਜ਼ ਸਟਿਲ ਕੰਸੀਡਰਡ ਵਰਥਵਾਈਲ ਸਟ੍ਰੈਟਜੀਕਲੀ, the gloss is coming off all the talk of shared values between the two countries। ਇਹ ਜਿਹੜਾ ਕਿਹਾ ਜਾਂਦਾ ਸੀ ਨਾ ਦੋਨੋਂ ਮੁਲਕਾਂ ਦੇ ਇੱਕੋ, ਕਹਿੰਦਾ ਵੀ ਇਸ ਦਾ ਬਾਜ ਮਲੰਮਾ ਲੱਥ ਗਿਆ, ਹੁਣ ਇਹ ਗੱਲਾਂ ਨਹੀਂ ਕਰਨਗੇ। ਔਰ ਇਹ ਜਿਹੜੇ ਨੇ ਉਹਨਾਂ ਨੂੰ ਇਹ ਸਮਝ ਆ ਗਈ ਕਿ ਵੀ ਕਿਸ ਲੈਵਲ ਦੇ ਉੱਤੇ ਇਹ ਹੈ, ਕਿਉਂਕਿ 2011 ਤੋਂ ਆਸਟ੍ਰੇਲੀਆ ਦੇ ਨਾਲ ਟ੍ਰੇਡ ਪੈਕਟ ਦੀ ਗੱਲ ਚੱਲ ਰਹੀ ਸੀ। 2022 ਤੱਕ ਕੁਛ ਨਹੀਂ ਸੀ। 2022 ਚ ਇਸ ਹਕੂਮਤ ਦੇ ਵੇਲੇ ਆਸਟ੍ਰੇਲੀਆ ਦੀ ਪਹਿਲਾ ਪਾਰਟ ਜਿਹੜਾ ਇਸ ਨੇ ਉਹਨਾਂ ਨੇ ਸਾਈਨ ਕੀਤਾ, ਪਰ ਹੁਣ ਜਿਹੜਾ ਇਸ ਤੇ ਅੱਗੇ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਜਿਸ ਲੈਵਲ ਦਾ ਬਿਹੇਵੀਅਰ ਹੈ, ਫਿਰ BBC ਦੀ ਡਾਕੂਮੈਂਟਰੀ ਨੂੰ ਪਾਸੇ ਕੱਢਣਾ, ਹਿੰਦੂ ਮੁਸਲਿਮ ਟੈਂਸ਼ਨਸ ਔਰ ਕਿਵੇਂ ਪ੍ਰਾਈਮ ਮਿਨਿਸਟਰ ਜਿਹੜਾ ਆਪਣੇ ਸ਼ਹਿਰੀਆਂ ਨੂੰ ਇਨਫਿਲਟ੍ਰੇਟਰਸ ਕਹਿ ਰਿਹਾ। ਫਿਰ ਇਸ ਸਟੋਰੀ ਦੇ ਵਿੱਚ ਪਿਛਲੇ ਮਹੀਨੇ ਹਿਊਮਨ ਰਾਈਟਸ ਦੀ ਜਿਹੜੀ ਰਿਪੋਰਟ US ਸਟੇਟ ਡਿਪਾਰਟਮੈਂਟ ਨੇ ਕੱਢੀ ਹੈ, ਉਹਦਾ ਹਵਾਲਾ ਹੈ ਕਿ ਕਿਵੇਂ human rights abuses taking place in India, including arbitrary unlawful killings, extrajudicial killings, enforced disappearances, torture by the government, harsh and life-threatening prison conditions, ਇਹ ਸਾਰੇ ਨੂੰ ਕੀਤਾ। ਸੋ ਚੰਗੀ ਗੱਲ ਹੈ ਵੀ ਘੱਟੋ ਘੱਟ ਆਸਟ੍ਰੇਲੀਆ ਵੀ ਨੀਂਦ ਚੋਂ ਗਫਲਤ ਚੋਂ ਜਾਗਿਆ ਤੇ ਜਾਗਿਆ ਰਹੇਗਾ ਤੇ ਚੰਗਾ ਗੱਲ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 12 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ। ਸਮੁੱਚਾ ਦੀਵਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ। ਆਓ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਵਿੱਚ ਆਪਣੇ ਯੋਗਦਾਨ ਲਈ ਵਚਨਬੱਧਤਾ ਦੁਹਰਾਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਾਹ ਵਾਹ ਗੋਬਿੰਦ ਸਿੰਘ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ 11 ਮਈ 2024 ਦਿਨ ਸ਼ਨੀਵਾਰ ਨੂੰ ਸ਼ੋਵੇਅਰ ਸੈਂਟਰ ਕੈਂਟ ਵਾਸ਼ਿੰਗਟਨ ਵਿਖੇ ਕੱਢਿਆ ਜਾ ਰਿਹਾ ਹੈ। ਸ਼ੋਵੇਅਰ ਸੈਂਟਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੀਵਾਨ ਸਜਾਇਆ ਜਾਵੇਗਾ ਅਤੇ ਦੁਪਹਿਰ 2 ਵਜੇ ਨਗਰ ਕੀਰਤਨ ਕੱਢਿਆ ਜਾਵੇਗਾ। ਭਾਈ ਪਿੰਦਰਪਾਲ ਸਿੰਘ ਜੀ 9 ਅਤੇ 10 ਮਈ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾਉਣਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ 11 ਅਤੇ 12 ਮਈ ਨੂੰ ਨਗਰ ਕੀਰਤਨ ਵਿੱਚ ਅਤੇ ਐਤਵਾਰ ਨੂੰ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪੇ ਗੁਰ ਚੇਲਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਕਿ ਨਿੱਜਰ ਕੇਸ ਕਤਲ ਕੇਸ ਦੇ 3 ਹੀ ਜਿਹੜੇ ਦੋਸ਼ੀ ਨੇ ਪੰਜਾਬੀ ਮੂਲ ਦੇ ਸਿੱਖ ਪਿਛੋਕੜ ਵਾਲੇ ਨੇ ਔਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹ ਬਿਰਤਾਂਤ ਵੀ ਚੱਲ ਰਿਹਾ ਹੈ ਕਿ ਦੇਖੋ ਸਿੱਖ ਹੀ ਸਿੱਖਾਂ ਦੇ ਕਾਤਲ ਹਨ। ਹਕੀਕਤ ਵਿੱਚ ਇਹ ਭਾਰਤੀ ਸਟੇਟ ਦਾ ਬਿਰਤਾਂਤ ਹੈ ਕਿਉਂਕਿ ਇਹ ਪਹਾੜੇ ਦੇ ਕਾਤਲ ਭਾਰਤ ਸਰਕਾਰ ਦੀ ਕਾਤਲ ਨੀਤੀ ਨੂੰ ਹੀ ਲਾਗੂ ਕਰ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਇੱਕ ਗੱਲ ਤਾਂ ਸਾਡੇ ਬਹੁਤ ਸਾਰੇ ਮੀਡੀਆ 'ਚ ਬੈਠੇ ਵੀਰਾਂ ਭੈਣਾਂ ਨੂੰ ਵੀ ਔਰ ਜਿਹੜੇ ਥੋੜੇ ਬਹੁਤ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੂੰ ਸਮਝ ਆ ਗਈ ਹੈ ਕਿ ਨੈਰੇਟਿਵ ਜਾਂ ਬਿਰਤਾਂਤ ਕਿਸੇ ਵੀ ਘਟਨਾ ਦੇ ਨਾਲ ਜਿਹੜਾ ਮੁੱਢਲੇ ਦਿਨਾਂ ਦੇ ਵਿੱਚ ਸਿਰਜਿਆ ਜਾਂਦਾ ਹੈ ਉਹ ਫਿਰ ਵਿਕਣ ਲੱਗ ਜਾਂਦਾ, ਉਹ ਸਾਰੇ ਪਾਸੇ ਪਹੁੰਚਣ ਲੱਗ ਜਾਂਦਾ। ਔਰ ਲੜਾਈ ਅਲਟੀਮੇਟਲੀ ਸੱਚ ਜਾਂ ਝੂਠ ਦੀ ਨਹੀਂ ਹੈ,
ਉਹ ਤਾਂ ਅਲਟੀਮੇਟ ਰੱਬ ਦੀ ਦਰਗਾਹ 'ਚ ਤਿੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ, ਦੋਜ਼ਖ ਚਾਲਿਆ। ਇਹ ਤਾਂ ਰੱਬ ਦੀ ਦਰਗਾਹ 'ਚ ਸੱਚ ਔਰ ਝੂਠ ਦਾ ਨਤਾਰਾ ਹੁੰਦਾ ਹੈ। ਅੱਛਾ, ਇੱਥੇ ਬਹੁਤ ਵਾਰ ਜਿਹੜੀ ਗੱਲ ਨੂੰ ਤੁਸੀਂ ਸਪਿਨ ਦੇ ਕੇ ਜਿਸ ਕਿਸਮ ਦਾ ਬਿਰਤਾਂਤ ਸਿਰਜ ਦਿੰਦੇ ਹੋ, ਉਹੀ ਗੱਲ ਅੱਗੇ ਤੁਰ ਪੈਂਦੀ ਹੈ। ਹਾਲਾਂਕਿ ਕਿਸੇ ਵੀ ਜਿਹੜਾ ਥੋੜਾ ਬਹੁਤ ਵੀ ਇਮਾਨਦਾਰੀ ਰੱਖਦਾ ਹੈ, ਉਸ ਨੂੰ ਕੋਈ ਇਹ ਭੁਲੇਖਾ ਨਹੀਂ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਦੇਸੀ ਮੁੰਡਿਆਂ ਨੂੰ ਹੀ ਇਸਤੇਮਾਲ ਕੀਤਾ ਗਿਆ। ਫਿਰ ਈਵਨ ਜਿਹੜਾ ਥੋੜਾ ਬਹੁਤ ਆਈ ਵਿਟਨੈਸ ਅਕਾਊਂਟ ਜਿਹੜੇ ਖੇਡ ਰਹੇ ਸੀ ਲਾਗੇ, ਜਿਨ੍ਹਾਂ ਨੇ ਉਹਨਾਂ ਨੂੰ ਭੱਜਦਿਆਂ ਦੇਖਿਆ, ਉਹਨਾਂ ਦੇ ਕੱਦ ਬੁੱਤ ਜਾਂ ਉਹਨਾਂ ਦੀਆਂ ਜਿਹੜੀ ਉਹ ਬਾਡੀ ਸਟਰਕਚਰਸ, ਉਹ ਵੀ ਉਸ ਪਾਸੇ ਵੱਲ ਪੁਆਇੰਟ ਆਊਟ ਕਰਦੇ ਸੀ। ਇਸ ਤੋਂ ਪਹਿਲਾਂ ਵੀ ਅਸੀਂ ਇਹ ਦੇਖ ਚੁੱਕੇ ਹਾਂ ਕਿ ਭਾਈ ਈਵਨ ਜਦੋਂ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਾਰੇ ਫੇਕ ਸਟੇਜ ਐਨਕਾਊਂਟਰਸ ਤੋਂ ਪਹਿਲਾਂ ਜੋ ਕੈਟ ਫਿਨੋਮੀਨਾ ਹੈ, ਉਸ ਦੇ ਵਿੱਚ ਕੋਈ ਗੋਰੇ ਜਾਂ ਕਾਲੇ ਤਾਂ ਨਹੀਂ ਸੀ ਲਿਆਂਦੇ ਹੋਏ, ਆਪਣੀਆਂ ਸ਼ਕਲਾਂ ਵਾਲੇ ਇਸਤੇਮਾਲ ਹੋਏ। ਔਰ ਈਵਨ ਵਿਦਨ ਜੇ ਕੈਨੇਡਾ ਦੀ ਆਪਣੀ ਹਿਸਟਰੀ ਦੇਖੀਏ, ਜਿੱਥੇ ਕਿ ਪਹਿਲੇ ਸ਼ਹੀਦ ਉਹਨਾਂ ਦੇ ਭਾਈ ਮੇਵਾ ਸਿੰਘ ਲੋਪੋਕੇ ਨੇ, ਜਿਨ੍ਹਾਂ ਨੇ ਜੌਨ ਹੌਪਕਿੰਸ ਨੂੰ, ਜਿਹੜਾ ਕਿ ਉਸ ਵੇਲੇ ਇੱਕ ਐਂਗਲੋ ਇੰਡੀਅਨ ਜਿਹੜਾ ਇੱਕ ਸ਼ਰਾਰਤ ਕਰਕੇ ਸਿੱਖਾਂ ਦੇ ਵਿੱਚ ਵੜਿਆ ਹੋਇਆ ਸੀ, ਔਰ ਜਿਹਨੇ ਬੇਲਾ ਸਿੰਘ ਜਿਆਣ ਵਰਗਿਆਂ ਨੂੰ ਇਸਤੇਮਾਲ ਕਰਕੇ ਵੈਨਕੂਵਰ ਦੇ ਗੁਰਦੁਆਰੇ 'ਚ ਗੋਲੀ ਚਲਾ ਕੇ ਭਾਗ ਸਿੰਘ, ਭਾਈ ਬਤਨ ਸਿੰਘ, ਉਹਨਾਂ ਨੂੰ ਸ਼ਹੀਦ ਕੀਤਾ ਸੀ। ਔਰ ਇਹ ਸਾਰੇ ਜਿਹੜੇ ਨੇ ਉਦੋਂ ਅੰਗਰੇਜ਼ੀ ਸਰਕਾਰ ਦੇ ਹੱਥ ਠੋਕੇ ਸੀ ਕੈਨੇਡਾ ਦੇ ਵਿੱਚ ਇਹ ਜਿਹੜਾ, ਔਰ ਫਿਰ ਉਹਨੂੰ ਬੇਲਾ ਜਿਉਣ ਨੂੰ ਵੀ ਫੜਕਾਤਾ ਸੀ, ਔਰ ਹਾਪਕਿੰਸ ਨੂੰ ਵੀ ਜਿਹੜਾ ਉਹਨਾਂ ਨੇ ਮੇਵਾ ਸਿੰਘ ਲੋਪੋਕੇ ਨੇ ਸਜ਼ਾ ਦਿੱਤੀ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਔਰ ਹੁਣ ਜਦੋਂ ਇਹ 3 ਕਾਤਲ ਸਾਹਮਣੇ ਆਏ, ਜਿਹੜੇ ਕਿ ਪਹਿਲੀ ਇੰਸਟਾਲਮੈਂਟ ਆ ਜੇ ਇਹਨਾਂ ਦੇ ਨਾਲ ਜੁੜਿਆ ਹੋਇਆ ਇੰਡੀਅਨ ਏਜੰਟ ਜਾਂ ਬਾਕੀ ਕੌਣ ਨੇ ਕੀ ਹੈ, ਇਹ RCMP ਨੇ ਕਲੀਅਰ ਕੀਤਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ। ਤੇ ਇੱਕਦਮ ਇੱਕ ਨੈਰੇਟਿਵ ਜਿਹੜਾ ਇੰਡੀਅਨ ਗਵਰਨਮੈਂਟ ਨੈਰੇਟਿਵ ਪਰ ਲੱਗਦਾ ਸੀ ਕਿ ਵੀ ਜਿਹੜੇ ਸਿੱਖ ਬੜੇ ਵਿਚਾਰੇ ਮਾਸੂਮੀਅਤ 'ਚ ਰਹਿਣ ਵਾਲੇ ਨੇ, ਉਹਨਾਂ ਨੇ ਕਿਹਾ ਦੇਖੋ ਜੀ, ਮੈਨੂੰ ਵੀ ਇੱਕ ਪ੍ਰੋਮੀਨੈਂਟ ਸਿੱਖ ਨੇ ਕੈਲੀਫੋਰਨੀਆ ਦੇ ਨੇ ਭੇਜਿਆ, ਦੇਖੋ ਜੀ ਸਿੱਖਾਂ ਨੇ ਹੀ ਸਿੱਖ ਮਾਰਿਆ ਜੀ। ਇਸ ਦੇ ਉੱਤੇ ਕਹਿੰਦੇ ਜੀ ਕਾਹਦਾ ਹੁਣ ਭਾਰਤ ਨੂੰ ਕੀ ਦੋਸ਼ ਦੇਣਾ, ਆਪਣੇ ਹੀ ਨੇ ਜੀ ਬੜੇ। ਹੁਣ ਇਹ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਬਦਲਤੇ ਤਾਂ ਕਾਤਲ ਉਸ ਖਿੱਤੇ 'ਚੋਂ ਹੀ ਗਏ, ਲੇਕਿਨ ਇਹ ਇੱਕ ਵਰਤਾਰਾ ਹੁੰਦਾ ਹੈ। ਇਹ ਪਹਾੜੇ ਦੇ ਕਾਤਲ ਨੇ, ਜਿਵੇਂ ਜੇ ਬ੍ਰਿਟਿਸ਼ਰਸ ਨੇ ਉੱਥੇ 200 ਸਾਲ ਰਾਜ ਕੀਤਾ ਸੀ, ਅੱਗੇ ਵੀ ਇਹ ਗੱਲ ਕਹੀ ਹੈ, ਤੇ ਸਾਰਾ ਸਿਸਟਮ ਉਹਨਾਂ ਨੇ ਉਹਨਾਂ 'ਚੋਂ ਹੀ ਕ੍ਰੀਏਟ ਕੀਤਾ ਹੋਇਆ ਸੀ। ਅਪਾਰਥਾਈਡ ਕਾਲਿਆਂ ਨੇ ਜੇ ਸਾਊਥ ਅਫਰੀਕਾ 'ਚ ਕਿੰਨੇ ਕੁ ਗੋਰੇ ਸੀ, ਉਹ ਕਾਲੇ ਹੀ ਰੱਖੇ ਹੋਏ ਸੀ। ਔਰ ਇਹ ਪਹਾੜੇ ਦੇ ਕਾਤਲ ਜਿਹੜੇ ਨੇ, ਉਹ ਤੁਸੀਂ ਕਿਸੇ ਵੀ ਸਿਸਟਮ 'ਚ ਦੇਖੋਗੇ ਇਹ ਸੌਖੇ ਅਵੇਲੇਬਲ ਹੋ ਜਾਂਦੇ ਨੇ। ਉਹਨਾਂ ਦੀਆਂ ਮਜਬੂਰੀਆਂ ਦਾ ਵੀ ਫਾਇਦਾ ਚੱਕਿਆ ਜਾਂਦਾ ਹੈ, ਉਹਨਾਂ ਦੀ ਕ੍ਰਿਮੀਨਲ ਮਾਈਂਡ ਹੋਣਾ ਵੀ ਹੁੰਦਾ ਹੈ। ਫਿਰ ਉਹਨਾਂ ਨੂੰ ਵੀ ਕਈ ਵਾਰ ਪਤਾ ਨਹੀਂ ਹੁੰਦਾ ਉਹ ਕਿਹੜੇ, ਇੱਥੇ ਤੁਸੀਂ 100 ਸਿੱਖਾਂ ਨੂੰ ਇੰਟਰਵਿਊ ਲੈ ਕੇ ਪੁੱਛ ਲਓ ਕਿ ਬਈ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਂ ਨਵੰਬਰ 84 'ਚ ਕੀ ਕਿੰਨੇ ਜਿਹੜੇ ਨੇ ਉਸ ਬਾਰੇ ਜਾਗਰੂਕ ਰੱਖਦੇ ਨੇ। ਸੋ ਬਹੁਤਿਆਂ ਨੂੰ ਤਾਂ ਜਿਹੜੇ ਇਸ ਲਾਈਨ ਦੇ ਵਿੱਚ ਜਾਂ ਇਸ ਪਾਸੇ ਜਿਹਨਾਂ ਨੂੰ ਤੋੜ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਟ੍ਰੇਨਿੰਗ ਗਰੂਮਿੰਗ ਐਜ਼ ਏ ਕ੍ਰਿਮੀਨਲ ਹੋਣੀ ਸ਼ੁਰੂ, ਗੈਂਗਸਟਰ ਇਵੇਂ ਹੀ ਕਰਦੇ ਨੇ, ਉਹਨਾਂ ਨੂੰ ਤਾਂ ਟਾਰਗੇਟ ਦਿੱਤਾ ਜਾਂਦਾ। ਸੋ ਮੈਂ ਇਹ ਸਮਝਦਾ ਵੀ ਇਸ ਨੈਰੇਟਿਵ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਕੋਈ ਸਿੱਖ ਨੂੰ ਨਹੀਂ ਮਾਰ ਰਹੇ, ਇਹ ਬਿਲਕੁਲ ਇੰਡੀਅਨ ਸਟੇਟ। ਔਰ ਜੇ ਜਿਸ ਕੈਨੇਡਾ ਦੇ ਸ਼ਹਿਰੀ ਦਾ ਕੋਲਡ ਬਲੱਡਡ ਮਰਡਰ ਹੁੰਦਾ ਹਰਦੀਪ ਸਿੰਘ ਨਿੱਜਰ ਦਾ, ਜੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਹੈ ਕਿ ਇਹ ਇੰਡੀਅਨ ਏਜੰਟਸ ਨੇ ਕਰਵਾਇਆ, ਤੇ ਉਸ ਦੇ ਬਾਵਜੂਦ ਵੀ ਜੇ ਸਾਨੂੰ ਲੱਗੇ ਕਿ ਜੀ ਦੇਖੋ ਸਿੱਖ ਤਾਂ ਫਿਰ ਇਹ ਦੇਖੋ ਜੀ ਸਾਡੇ 'ਚ ਆਪਸ 'ਚ ਏਕਤਾ ਹੀ ਨਹੀਂ ਹੈ ਜੀ, ਸਿੱਖਾਂ ਨੇ ਸਿੱਖ ਮਾਰਤਾ, ਦੇਖੋ ਜੀ ਸਿੱਖਾਂ ਦੇ ਮੁੰਡੇ ਨੇ ਦੂਜੇ ਨੇ। ਹਾਂ, ਇਸ ਦੇ ਉੱਤੇ ਜਿਵੇਂ ਮੈਂ ਦੱਸਿਆ ਸੀ ਕਿ ਸਾਡੇ ਇੱਕ ਭੈਣ ਜੀ ਨੇ ਆਪਣਾ ਇਹ ਟਿੱਪਣੀ ਦਿੱਤੀ ਸੀ, ਜਿਹੜੇ ਕਿ ਮਨੋਵਿਗਿਆਨ ਨਾਲ ਸੰਬੰਧਿਤ ਜਿਹੜੇ ਨੇ ਉਹ ਉਸ ਨੂੰ ਕਿ ਵੀ ਜੇ ਤੁਸੀਂ ਇਹ ਜਿਹੜੇ ਗਵਾਚੇ ਲੋਕ ਵੀ ਨੇ, ਕਨਫਿਊਜ਼ਡ ਲੋਕ ਨੇ, ਜਿਨ੍ਹਾਂ ਨੂੰ ਸਟੇਟ ਵਰਤਦੀ ਹੈ ਜਾਂ ਕੱਲ ਨੂੰ ਆਪਸੀ ਦੁਸ਼ਮਣੀਆਂ ਦੇ ਲਈ ਵੀ ਕੋਈ ਇੱਕ ਦੂਜੇ ਦੇ ਖਿਲਾਫ ਵਰਤਦਾ ਹੈ, ਇਹ ਉਸ ਕਲੈਕਟਿਵ ਟਰਾਮੇ ਦਾ ਜਿਹੜਾ ਟਰਾਮਾ ਇੰਟਰਜਨਰੇਸ਼ਨਲ ਟਰਾਮਾ ਹੈ, ਉਹ 47 ਦੇ ਵਿੱਚ, ਜੂਨ 84, ਨਵੰਬਰ 84, ਲਗਾਤਾਰ 10 ਸਾਲ ਉਸ ਸਾਰੇ ਦਾ ਸ਼ਿਕਾਰ ਨੇ। ਜਦੋਂ ਤੁਸੀਂ ਉਸ ਐਂਗਲ ਤੋਂ ਦੇਖੋਗੇ ਫਿਰ ਤੁਹਾਨੂੰ ਇਹਨਾਂ ਚੋਂ ਇਹ ਵੀ ਨਜ਼ਰ ਆਏਗਾ ਕਿ ਭਾਈ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਇਹ ਕੀ ਕਰ ਰਹੇ। ਸੋ ਇਹ ਕੋਈ ਮਿੱਥ ਕੇ ਕਿ ਜੀ ਉਹਨਾਂ ਦਾ ਇਹ 3 ਜਿਹੜੇ ਨੇ ਉਹ ਖਾਲਿਸਤਾਨ ਦੇ ਵੱਡੇ ਵਿਰੋਧੀ ਸੀ ਤੇ ਹਰਦੀਪ ਸਿੰਘ ਨਿੱਜਰ ਜਿਹੜਾ ਉਹ ਹੱਕ 'ਚ ਸੀ ਤੇ ਇਸ ਲਈ
ਖਾਲਿਸਤਾਨ ਦੇ ਵਿਰੋਧੀਆਂ ਨੇ, ਖਾਲਿਸਤਾਨ ਦੇ ਹਮਾਇਤੀ, ਇਵੇਂ ਨਹੀਂ ਹੈ। ਇਹ ਬਿਲਕੁਲ ਉਸ ਕਿਸਮ ਦੇ ਇੰਟਰਜਨਰੇਸ਼ਨਲ ਟਰਾਮਾ ਵਾਲੇ, ਉਹ ਧਰਤੀ ਜਿੱਥੇ ਇਹ ਡਾਇਰੈਕਸ਼ਨਲੈਸ ਕੀਤਾ ਹੋਇਆ ਇਹਨਾਂ ਨੇ, ਲੋਕਾਂ ਦੇ ਵਿੱਚ ਇੱਕ ਖੌਫ ਔਰ ਇੱਕ ਡਰ ਪੈਦਾ ਕੀਤਾ ਹੋਇਆ, ਔਰ ਉਸ ਸਾਰੇ ਦੇ ਚੱਲਦਿਆਂ ਉਹਨਾਂ ਨੂੰ ਕਿਵੇਂ ਕਿੱਥੇ ਵਰਤਿਆ ਜਾਣਾ ਹੈ, ਉਹ ਪੋਲੀਟੀਕਲ ਰੈਲੀਆਂ 'ਚ ਇਕੱਠੇ ਕਰਕੇ ਲੈ ਜਾਣ, ਚੋਣਾਂ ਦੇ ਵਿੱਚ ਲੈ ਜਾਣ, ਉੱਥੇ ਸਿਕੰਦਰ ਮਲੂਕੇ ਵਰਗੇ, ਜਾਂ ਜੇ ਤੁਸੀਂ ਇਹ ਲੱਖਾ ਸਿਧਾਣਾ ਔਰ ਦੂਸਰਿਆਂ ਦਾ ਪਾਰਟ ਦੇਖੋ ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਕਿਵੇਂ ਗੈਂਗਸਟਰਸ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਵਿਦਨ ਪੋਲੀਟੀਕਲ। ਜੇ ਡਰੱਗ ਸੈਲ ਕਰਨ ਦੇ ਹਵਾਲੇ ਨਾਲ ਦੇਖੋਗੇ ਤੁਹਾਨੂੰ ਫਿਰ ਹੋਰ ਲੰਬਾ ਨੈਟਵਰਕ ਨਜ਼ਰ ਆਏਗਾ। ਸੋ ਮੈਂ ਸਮਝਦਾ ਵੀ ਇਸ ਨੈਰੇਟਿਵ ਨੂੰ ਬਿਲਕੁਲ ਹਕੂਮਤੀ ਨੈਰੇਟਿਵ ਮੰਨੀਏ ਕਿ ਜੀ ਸਿੱਖਾਂ ਨੇ ਸਿੱਖ ਮਾਰ, ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਇੰਡੀਅਨ ਸਟੇਟ ਨੇ ਪਹਾੜੇ ਦੇ ਟੱਟੂਆਂ ਰਾਹੀਂ ਜਿਹੜਾ ਇਹ ਕਤਲ ਕਰਵਾਇਆ, ਔਰ ਆਉਣ ਵਾਲੇ ਪੀਰੀਅਡ 'ਚ ਵੀ ਇਹ ਜੋ ਫਰੋਤੀਆਂ ਔਰ ਥ੍ਰੈਟਸ ਔਰ ਇਸ ਕਿਸਮ ਦੀ ਲਾਈਨ ਹੈ, ਇਹ ਇੰਡੀਅਨ ਸਟੇਟ ਦੀ ਗੇਮ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਨੂੰ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਲਿਖਦੇ ਨੇ, ਸਾਨੂੰ ਹਮੇਸ਼ਾ ਹੀ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਸੁਖਜੀਵਨ ਬੱਚੂ ਜੀ, ਔਰ ਕਹਿੰਦੇ ਨੇ ਗੁੱਡ ਜੌਬ, ਕੀਪ ਇਟ ਅਪ, ਥੈਂਕਸ ਟੂ ਓਪਨ ਪੀਪਲ ਆਈਜ਼, ਥੈਂਕਸ। ਐਂਡ ਇਸੇ ਤਰ੍ਹਾਂ ਦਲਜੀਤ ਸਿੰਘ ਜੀ, ਡਾਕਟਰ ਸਾਹਿਬ, ਨੀਲਮ ਕੌਰ ਜੀ, TV84 ਦੀ ਸਾਰੀ ਟੀਮ ਅਤੇ ਸਭ ਖਾਲਿਸਤਾਨ ਚਾਹੁਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜਸਵੀਰ ਬਰਾੜ ਜੀ ਵੀ ਨੇ, ਔਰ ਸ਼ਿੰਦਾ ਸਿੰਘ ਗਿੱਲ ਜੀ ਖਾਲਿਸਤਾਨੀ ਜੀ, ਉਹ ਵੀ ਖਾਲਸਾ ਜ਼ਿੰਦਾਬਾਦ ਔਰ ਕਹਿੰਦੇ ਨੇ, ਔਰ ਸ਼ੇਅਰ ਐਵਰੀਬਾਡੀ TV84। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਐਂਡ ਹਰਦੀਪ ਸਿੰਘ ਜੀ ਵੀ ਹਮੇਸ਼ਾ ਸਾਨੂੰ ਦੇਖ ਰਹੇ ਨੇ, ਜਾਰਡਨ ਤੋਂ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਡੀ ਚੜ੍ਹਦੀ ਕਲਾ ਵਾਹਿਗੁਰੂ ਕਰਨ। ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਲਿਖਦੇ ਨੇ ਕਿ ਬਾਬਾ ਜੀ 2-4 ਦਿਨ ਤੋਂ ਨਹੀਂ 10-12 ਸਾਲਾਂ ਤੋਂ ਤੁਸੀਂ ਬਹੁਤ ਵਧੀਆ ਢੰਗ ਨਾਲ ਸਿੱਖ ਕੌਮ ਦੀ ਸੇਵਾ ਕਰਦੇ ਹੋ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ। ਪ੍ਰਮਾਤਮਾ ਹੱਲ ਖਾਲਿਸਤਾਨ ਹੈ, ਬਹੁਤ ਛੇਤੀ ਬਣੂਗਾ। ਬਹੁਤ ਸ਼ੁਕਰੀਆ ਭਾਈ ਸਾਹਿਬ ਜੀ। ਮਨਦੀਪ ਬਾਜਵਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਹਿਰਾ ਚਾਲ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸ਼ੇਮਲੈਸ ਵਰਮਾ ਐਂਡ ਆਈ ਲਾਈਕ ਨੋਜ਼ territorial integrity only regarding Punjab and not about China which has taken over so much of their territory ਉਹਨਾਂ ਨੇ ਕਿਹਾ। ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ, ਔਰ ਇਸੇ ਤਰ੍ਹਾਂ ਜੀਤ ਸੂਰਤੀਆ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸਾਨੀ ਜੀ, ਔਰ ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ, ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ these Verma and alike should remember the fate of ਗਡਕਰੀ ਸੁਦਾਮ ਹੁਸੈਨ। ਔਰ ਮਲਕੀਤ ਨਿੱਜਰ ਜੀ ਕਹਿੰਦੇ ਨੇ he is chatting six by saying they are crossing red line। ਔਰ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੁਲਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ, ਦੂਜੇ ਦਾ ਦੇਸ਼ ਢਾਣ ਵਾਲੇ ਕੌਣ ਹੁੰਦੇ ਨੇ? ਮੇਰੇ ਖਿਆਲ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਨੂੰ, ਜਿਹੜੇ ਜੀ ਪੀਰੂ ਪਕਸ਼ ਜੀ ਨੂੰ। ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਫੈਨ ਧਾਲੀਵਾਲ ਸਾਹਿਬ ਜੋਧੇ ਦੇ, ਔਰ ਇਹ ਵੀ ਖਾਲਸਾ ਜ਼ਿੰਦਾਬਾਦ ਆਜ਼ਾਦੀ ਹਾਲ, ਖਾਲਸਾ ਜ਼ਿੰਦਾਬਾਦ ਆਜ਼ਾਦੀ ਹਾਲ ਹੈ। ਔਰ ਕੁਲਦੀਪ ਸਿੰਘ ਜੀ, ਸੁਖਦੀਪ ਸੋਇਤਾ ਜੀ ਸਾਡਾ ਕਹਿੰਦੇ ਪੰਜਾਬ ਛੱਡੋ, ਕੁਲਦੀਪ ਸਿੰਘ ਜੀ, ਔਰ ਇਸੇ ਤਰ੍ਹਾਂ ਸੁਖਦੀਪ ਸੋਇਤਾ ਜੀ, ਫਿਰ ਗੁਰੂ ਦੀ ਫਤਿਹ ਇਸ ਕਰਕੇ ਮੇਰੇ ਖਿਆਲ ਇਹੀ ਜਵਾਬ ਦਿੱਤਾ ਉਹਨਾਂ ਨੇ। ਫਿਰ ਉਹਨਾਂ ਨੂੰ ਹਾਂਜੀ ਜਵਾਬ ਹੀ ਦੇ ਰਹੇ ਨੇ ਕਿਉਂਕਿ ਕਨਵਰਸੇਸ਼ਨ ਚੱਲ ਰਹੀ ਸੀ। ਔਰ ਸੁਖਦੀਪ ਸੋਇਤਾ ਜੀ, ਫਿਰ ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਜੀ, ਗੁਰਮੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਦੀਪ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਉਹਨਾਂ ਦੇ ਬਾਰੇ। ਅਮਰ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਗੁਰਮੀਤ ਸਿੰਘ ਜੀ, ਫਿਰ ਨਿਹੰਗ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇਹ ਤਾਂ ਉੱਤਰ ਹਾਂਜੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਜਿਹੜਾ ਆਪਾਂ ਸੀ ਇਸਤੇਮਾਲ ਕੀਤਾ ਸੀ ਪਹਿਲੇ ਸੈਗਮੈਂਟ ਦੇ ਵਿੱਚ ਭਾਰਤ ਲਈ। ਔਰ ਸਤਨਾਮ ਮੌਜਲਾ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, TV84 ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਲਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਕ੍ਰੇਜ਼ੀ ਕਰੋਜ਼ੀ ਕਹਿੰਦੇ ਨੇ ਆਪ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਸਿੰਘ ਗਰੇਵਾਲ ਜੀ,
ਫਿਰ ਇਸੇ ਤਰ੍ਹਾਂ ਪਲਵਿੰਦਰ ਸਿੰਘ ਜੀ, ਸਤਨਾਮ ਸਿੰਘ ਜੀ ਕ੍ਰੇਜ਼ੀ ਕ੍ਰੋਲਸ ਕਹਿੰਦੇ ਨੇ ਅਦਰ ਵਨ ਇਜ਼ ਬੈਂਜ਼ਿਨ I believe in case of ਭਾਈ ਅਵਤਾਰ ਸਿੰਘ ਜੀ benzene was used to cause leukemia which lead to his ਸ਼ਹੀਦੀ in a few days। ਨਹੀਂ ਬਿਲਕੁਲ ਇਹ ਬੈਂਜ਼ੀਨ ਸੀ ਜਾਂ ਕੋਈ ਹੋਰ ਰਸ਼ੀਅਨ ਰੀਏਜੈਂਟ ਯੂਜ਼ ਕੀਤਾ ਹੈ ਜੀ, ਲੇਕਿਨ ਇਹ ਕੈਮੀਕਲ ਵੈਪਨ ਦੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਹੈ। ਬਲਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਨਵਜੋਤ ਜੀ ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਸਿੰਘ ਜੀ। ਹਾਂਜੀ ਮੈਂ ਦੇਖ ਰਿਹਾ ਆਲਰੇਡੀ ਅਸੀਂ ਲੇਟ ਟਾਈਮ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਆਪਣੇ ਵਿਊਅਰਸ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੱਥੇ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।